ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਉਸ ਸੋਧ ਬਿੱਲ ਦੀ ਜਿਸ ਦਾ ਵਿਰੋਧ ਕਿਸਾਨ ਅੰਦੋਲਨ ਦੇ ਦੌਰਾਨ ਹੋਇਆ ਤੇ ਕਿਸਾਨ ਅੰਦੋਲਨ ਦੀ ਸਮਾਪਤੀ ਦੌਰਾਨ ਇਹ ਬਿੱਲ ਨਾ ਲਿਆਉਣ ਦੀ ਗੱਲ ਵੀ ਹੋਈ। ਪਰ ਹੁਣ ਲੋਕ ਸਭਾ ਦੇ ਵਿੱਚ ਬਿਜਲੀ ਸੋਧ ਬਿੱਲ ਆਉਣ ਦੇ ਉੱਤੇ ਬਵਾਲ ਖੜਾ ਹੋ ਗਿਆ ਹੈ। ਹਾਲਾਂਕਿ ਸਰਕਾਰ ਕੇਂਦਰ ਦੀ ਸਰਕਾਰ ਤਰਕ ਇਹ ਦੇ ਰਹੀ ਹੈ, ਦਾਅਵਾ ਕਰ ਰਹੀ ਹੈ ਕਿ ਇਸ ਬਿੱਲ ਦੇ ਵਿੱਚ ਕਿਸਾਨਾਂ ਨੂੰ ਬਾਹਰ ਰੱਖਿਆ ਗਿਆ। ਹੁਣ ਸਵਾਲ ਹੈ ਕਿ ਜੇਕਰ ਕਿਸਾਨਾਂ ਨੂੰ ਬਿੱਲ ਤੋਂ ਬਾਹਰ ਰੱਖਿਆ ਗਿਆ ਤਾਂ ਫਿਰ ਵਿਰੋਧ ਕਿਉਂ? ਦੂਜਾ, ਜੇਕਰ ਆਲ ਇਜ਼ ਵੈਲ ਹੈ ਤਾਂ ਫਿਰ ਬਿੱਲ ਨੂੰ ਸਟੈਂਡਿੰਗ ਕਮੇਟੀ ਦੇ ਕੋਲ ਕਿਉਂ ਭੇਜ ਦਿੱਤਾ ਗਿਆ? ਉਧਰ ਵਿਰੋਧ ਕਿਸਾਨਾਂ ਦੇ ਵੱਲੋਂ ਹੈ, ਸੂਬਾ ਸਰਕਾਰਾਂ ਵੀ ਕਰ ਰਹੀਆਂ ਨੇ ਤੇ ਵਿਰੋਧ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਇਸ ਬਿੱਲ ਦਾ ਕਰ ਰਹੇ ਨੇ। ਤੇ ਹੁਣ ਸਵਾਲ ਇਹ ਵੀ ਹੈ ਕਿ ਇਸ ਬਿੱਲ ਦੇ ਨਾਲ ਕਿ ਪੂਰੇ ਫੈਡਰਲ ਸਿਸਟਮ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚੇਗਾ? ਮੁੱਖ ਮੰਤਰੀ ਭਗਵੰਤ ਮਾਨ ਦੀ ਇੱਥੇ ਸਟੇਟਮੈਂਟ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਸੂਬਿਆਂ ਦੀਆਂ ਸਰਕਾਰਾਂ ਨੂੰ ਕਠਪੁਤਲੀ ਨਾ ਸਮਝੇ ਤਾਂ ਕਿ ਇਹ ਪੂਰਾ ਫੈਡਰਲ ਸਿਸਟਮ ਦੇ ਉੱਤੇ ਇੱਕ ਵੱਡੀ ਸੱਟ ਹੈ। ਇਸ ਨੂੰ ਇਸ ਤਰੀਕੇ ਨਾਲ ਲੈ ਰਹੀ ਹੈ ਪੰਜਾਬ ਦੀ ਸਰਕਾਰ ਤੇ ਕਿ ਇਸ ਬਿੱਲ ਦਾ ਟੀਚਾ ਦੇਸ਼ ਭਰ ਦੇ ਵਿੱਚ ਬਿਜਲੀ ਦਾ ਨਿੱਜੀਕਰਨ ਕਰਨਾ ਹੈ, ਕਿਉਂਕਿ ਬਿਜਲੀ ਮੁਲਾਜ਼ਮ ਬੜਾ ਜ਼ਬਰਦਸਤ ਵਿਰੋਧ ਕਰ ਰਹੇ ਨੇ। ਸਵਾਲ ਤਾਂ ਇਹ ਵੀ ਹੈ ਕਿ ਸਰਕਾਰ ਦੇ ਹਰ ਬਿੱਲ ਜਾਂ ਹਰ ਕਦਮ ਦਾ ਇਹ ਜਿਹੜਾ ਵਿਰੋਧ ਕਰਨ ਵਾਲਾ ਰਿਵਾਜ ਹੈ ਇਹ ਕਿਉਂ ਚੱਲਿਆ ਹੋਇਆ ਹੈ? ਉਹ ਚਾਹੇ ਕੇਂਦਰ ਦੀ ਸਰਕਾਰ ਕੋਈ ਬਿੱਲ ਜਾਂ ਕੋਈ ਕਦਮ ਚੁੱਕੇ ਜਾਂ ਪੰਜਾਬ ਦੀ ਸਰਕਾਰ ਜਾਂ ਕੋਈ ਵੀ ਸਟੇਟ ਗਵਰਨਮੈਂਟ ਲੈ ਕੇ ਆਵੇ ਜਾਂ ਜਦੋਂ ਸਰਕਾਰ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਪਾਰਟੀਆਂ ਉਹ ਲੈ ਕੇ ਆਣ ਤਾਂ ਵਿਰੋਧੀ ਬਹੁਤ ਸਵਾਲ ਚੁੱਕਦੀਆਂ ਨੇ। ਖੈਰ ਵਿਰੋਧ ਤਾਂ ਹੋ ਰਿਹਾ ਹੈ, ਪਰ ਅੱਜ ਅਸੀਂ ਗੱਲ ਕਰਾਂਗੇ ਬਿਜਲੀ ਬਿੱਲ ਦਾ ਜਿਸ ਦੇ ਉੱਤੇ ਬਵਾਲ ਹੋ ਰਿਹਾ ਹੈ। Mr. Speaker, sir, I beg to move for leave to introduce a bill further to amend the Electricity Act. ਲੋਕ ਸਭਾ ਦੇ ਵਿੱਚ ਜਿਵੇਂ ਹੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਬਿਜਲੀ ਸੋਧ ਬਿੱਲ ਪੇਸ਼ ਕੀਤਾ ਤਾਂ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਵਾਲਿਆਂ ਦੇ ਵਿੱਚ ਕਾਂਗਰਸ ਦੇ ਸਮੇਤ ਵੱਖ-ਵੱਖ ਸਿਆਸੀ ਧਿਰਾਂ ਦੇ ਲੋਕ ਸਭਾ ਮੈਂਬਰ ਸ਼ਾਮਲ ਸਨ। ਵਿਰੋਧੀ ਧਿਰਾਂ ਨੇ ਇਸ ਬਿੱਲ ਨੂੰ ਸੰਘੀ ਢਾਂਚੇ ਅਤੇ ਦੇਸ਼ ਦੇ ਲੋਕਾਂ ਦੇ ਖਿਲਾਫ ਦੱਸਿਆ। ਪੰਜਾਬ ਤੋਂ ਕਾਂਗਰਸ ਐਮਪੀ ਮਨੀਸ਼ ਤਿਵਾਰੀ ਨੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਸੂਬੇ ਦੇ ਅਧਿਕਾਰਾਂ ਤੇ ਹਮਲਾ ਕਰਾਰ ਦਿੱਤਾ ਅਤੇ ਇਸ ਬਿੱਲ ਨੂੰ ਖਪਤਕਾਰਾਂ ਦੇ ਵਿਰੁੱਧ ਦੱਸਿਆ। This amendment bill substantially weakens the power of the states to achieve this objective by providing for multiple privately owned distribution companies in the same area to allow them to use the existing infrastructure. This, Mr. Chairperson, sir, I'm afraid will lead to privatization of profits and nationalization of losses. ਵਿਰੋਧੀ ਧਿਰਾਂ ਦੇ ਜ਼ਬਰਦਸਤ ਹੰਗਾਮੇ ਦੇ ਵਿਚਾਲੇ ਬਿਜਲੀ ਸੋਧ ਬਿੱਲ ਨੂੰ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ। That this entire matter will be discussed in the standing committee. Okay. And the standing committee has representatives from all the parties. Therefore, my entire matter was that we can save the time of the House. No problem. बिल जब स्टैंडिंग कमेटी में भेजने का निर्णय कर जब डिस्कस उसमें हो जाएगी ना। ਵਿਰੋਧੀ ਧਿਰਾਂ ਨੇ ਇਸ ਤੋਂ ਬਾਅਦ ਵੀ ਹੰਗਾਮਾ ਕਰਦਿਆਂ ਤਰਕ ਦਿੱਤਾ ਕਿ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਯਕੀਨ ਦਿਵਾਇਆ ਸੀ ਕਿ ਉਹਨਾਂ ਦੇ ਨਾਲ ਡਿਸਕਸ ਕਰਕੇ ਬਿੱਲ ਨੂੰ ਸਦਨ ਦੇ ਵਿੱਚ ਲਿਆਂਦਾ ਜਾਵੇਗਾ, ਪਰ ਸਰਕਾਰ ਨੇ ਬਿਨਾਂ ਸੰਯੁਕਤ ਮੋਰਚੇ ਨਾਲ ਮਸ਼ਵਰਾ ਕੀਤਿਆਂ ਬਿੱਲ ਪੇਸ਼ ਕਰਕੇ ਵਾਅਦਾ ਤੋੜਿਆ। ਇਹ ਬਿੱਲ ਕਿਸਾਨਾਂ ਦੇ ਲਈ ਮਾਰੂ ਸਾਬਤ ਹੋਵੇਗਾ। संयुक्त किसान मोर्चा जिनके साथ सरकार की जब चर्चा चल रही थी तो उस समय इन्होंने वादा किया था कि अगर कुछ बदलाव लिया जाए तो संयुक्त मोर्चा के सारे सदस्यों के साथ संगठन के साथ बात करते हुए कोई अगर परिवर्तन करने की जरूरत हो तो सर किया जाएगा, लेकिन ये नहीं मानने के लिए तैयार है। सर ये सर किसानों के लिए सबसे बड़ा सर्वनाश लाने वाला एक बिल है। ਵਿਰੋਧੀ ਧਿਰਾਂ ਦੇ ਇਸ ਇਲਜ਼ਾਮ ਤੇ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਜਵਾਬ ਦਿੰਦਿਆਂ ਇਸ ਨੂੰ ਝੂਠਾ ਪ੍ਰਾਪੇਗੰਡਾ करार ਦਿੱਤਾ। महोदय, मैं 2-3 बिंदु बोलना चाहता हूँ। ये आवश्यक ही बोला जाए ताकि जो फॉल्स प्रोपेगेंडा कर रहे हैं या तो जानबूझ के फॉल्स अध्यक्ष मैं बोल रहा हूँ, आप जब ये बोले तो मैं सुने। ये जो फॉल्स प्रोपेगेंडा कर रहा है इसका मैं प्रतिकार करूँ। ਕਾਂਗਰਸ ਸਮੇਤ ਦੂਜੇ ਦਲਾਂ ਦੇ ਭਾਰੀ ਹੰਗਾਮੇ ਦੇ ਵਿਚਾਲੇ ਬਿਜਲੀ ਸੋਧ ਬਿੱਲ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ। ਬਿੱਲ ਦੇ ਨਫੇ ਨੁਕਸਾਨ ਤੇ ਹੁਣ ਸਟੈਂਡਿੰਗ ਕਮੇਟੀ ਆਖਰੀ ਫੈਸਲਾ ਲਵੇਗੀ। ਬਿਊਰੋ ਰਿਪੋਰਟ ਸਿਟੀ।
ਤਾਂ ਵਿਰੋਧ ਦਾ ਸਾਹਮਣਾ ਸਰਕਾਰ ਨੂੰ ਕਰਨਾ ਪਿਆ। ਲੋਕ ਸਭਾ ਦੇ ਵਿੱਚ ਲਿਆਂਦਾ ਗਿਆ। ਕਾਬਿਲ ਗੌਰ ਇਹ ਵੀ ਹੈ ਕਿ ਜਿਹੜੀ ਕਾਰਵਾਈ ਹੈ ਲੋਕ ਸਭਾ ਤੇ ਰਾਜ ਸਭਾ ਦੀ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ, ਯਾਨੀ ਕਿ ਅਗਲੇ ਸੈਸ਼ਨ ਤੱਕ ਦਾ ਤਾਂ ਇੰਤਜ਼ਾਰ ਕਰਨਾ ਹੋਏਗਾ। ਇਸ ਸੈਸ਼ਨ ਦੇ ਵਿੱਚ ਇਹ ਬਿੱਲ ਤਾਂ ਪਾਸ ਨਹੀਂ ਹੋਣ ਵਾਲਾ, ਕਿਉਂਕਿ ਸਟੈਂਡਿੰਗ ਕਮੇਟੀ ਦੇ ਕੋਲ ਭੇਜ ਦਿੱਤਾ ਗਿਆ ਹੈ। ਬਹੁਤ ਸਾਰੇ ਅਹਿਮ ਪੁਆਇੰਟਸ ਨੇ। ਪੁਆਇੰਟ ਨੰਬਰ 1 ਕਿ ਇਸ ਦੇ ਨਾਲ ਪ੍ਰਾਈਵੇਟਾਈਜੇਸ਼ਨ ਹੋਏਗਾ, ਯਾਨੀ ਕਿ ਬਿਲਕੁਲ ਨਿੱਜੀਕਰਨ ਵਾਲੇ ਪਾਸੇ ਬਿਜਲੀ ਬੋਰਡ ਦਾ ਵੱਧ ਰਿਹਾ ਹੈ ਪੂਰਾ ਸਿਸਟਮ। ਜੇਕਰ ਹਾਂ ਤਾਂ ਫਿਰ ਇਸ ਦੇ ਨਾਲ ਨੁਕਸਾਨ ਕੀ ਔਰ ਨਫਾ ਕੀ। ਖਾਸ ਤੌਰ ਤੇ ਜਿਹੜੇ ਯੂਨੀਅਨ ਲੀਡਰਸ ਨੇ ਉਹ ਵਿਰੋਧ ਕਰ ਰਹੇ ਨੇ। ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀਆਂ ਯੂਨੀਅਨਸ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀਆਂ, ਉਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ। ਕਿਸਾਨ ਜਥੇਬੰਦੀਆਂ ਆਪਣੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰਦੀਆਂ ਨਜ਼ਰ ਆਈਆਂ ਨੇ ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਕਿਹਾ ਗਿਆ ਸੀ ਕਿ ਬਿੱਲ ਨਹੀਂ ਲਿਆਂਦਾ ਜਾਵੇਗਾ ਤੇ ਜੇਕਰ ਇਸ ਦੇ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਫਿਰ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਗੱਲਬਾਤ ਹੋਏਗੀ। ਤੇ ਹੁਣ ਇਲਜ਼ਾਮ ਹੈ ਕਿ ਕੋਈ ਗੱਲਬਾਤ ਨਹੀਂ ਹੋਈ। ਤੇ ਉਧਰ ਸਿਸਟਮ ਨੂੰ ਲੈ ਕੇ ਵੀ ਸਵਾਲ ਨੇ ਕਿ ਜਿਹੜਾ ਫੈਡਰਲ ਸਿਸਟਮ ਹੈ ਉਸ ਦੇ ਉੱਤੇ ਸੱਟ ਮਾਰੀ ਜਾ ਰਹੀ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਇਸ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਸੁਭਾਸ਼ ਸ਼ਰਮਾ ਜੀ ਜੁੜ ਰਹੇ ਨੇ, ਬੀਜੇਪੀ ਦੇ ਸੀਨੀਅਰ ਆਗੂ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਆਰਪੀਐਸ ਮਲਹੋਤਰਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਮਲਹੋਤਰਾ ਜੀ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜੀ ਜੁੜ ਰਹੇ ਨੇ, ਕਿਰਤੀ ਕਿਸਾਨ ਯੂਨੀਅਨ ਨੂੰ ਕਿਸਾਨ ਆਗੂ ਨੇ ਰਿਪਰੈਜ਼ੈਂਟ ਕਰਨਗੇ। ਰਜਿੰਦਰ ਜੀ ਸਵਾਗਤ ਹੈ ਤੁਹਾਡਾ ਵੀ। ਤੇ ਇਸ ਦੇ ਨਾਲ ਹੀ ਸਾਡੇ ਨਾਲ ਗੁਰਸੇਵਕ ਸਿੰਘ ਸੰਧੂ ਜੀ ਜੁੜ ਰਹੇ ਨੇ, ਆਗੂ ਨੇ, ਲੀਡਰ ਨੇ ਬਿਜਲੀ ਮੁਲਾਜ਼ਮਾਂ ਦੀ ਜਿਹੜੀ ਯੂਨੀਅਨ ਹੈ ਉਹਨਾਂ ਦੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ ਗੁਰਸੇਵਕ ਜੀ। ਮੈਂ ਸ਼ੁਰੂਆਤ ਕਰਦਾ ਕਿਉਂਕਿ ਇਹ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਇਹ ਬਵਾਲ ਤਾਂ ਹੁੰਦਾ ਹੋਇਆ ਨਜ਼ਰ ਆ ਰਿਹਾ, ਜਿਸ ਤਰੀਕੇ ਨਾਲ ਦਾਅਵਾ ਕੀਤਾ ਜਾ ਰਿਹਾ, ਚਾਹੇ ਕੇਂਦਰ ਦੀ ਸਰਕਾਰ ਦਾਅਵਾ ਕਰ ਰਹੀ ਹੋਵੇ, ਚਾਹੇ ਦੂਜੇ ਪਾਸੇ ਜਿਹੜੇ ਵਿਰੋਧ ਕਰਨ ਵਾਲੇ ਆ ਉਹਨਾਂ ਦੇ ਦਾਅਵੇ ਹੋਣ। ਮੈਂ ਸ਼ੁਰੂਆਤ ਕਰਦਾ ਸੁਭਾਸ਼ ਸ਼ਰਮਾ ਜੀ ਸਾਡੇ ਨਾਲ ਬੀਜੇਪੀ ਤੋਂ ਜੁੜੇ ਹੋਏ ਨੇ। ਸਰ ਪਹਿਲਾ ਸਵਾਲ, ਪਹਿਲਾਂ ਮੈਂ ਕਿਸਾਨਾਂ ਦੇ ਨਾਲ ਜੁੜਿਆ ਹੋਇਆ, ਇੱਕ ਇੱਕ ਕਰਕੇ ਮੈਂ ਸਾਰੇ ਪੁਆਇੰਟਸ ਦਿੱਤੇ ਆਉਂਗਾ। ਪਹਿਲਾ ਕਿਸਾਨਾਂ ਦੇ ਨਾਲ ਵਿਰੋਧੀ ਕਹਿ ਰਹੇ ਨੇ, ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜਦੋਂ ਕਿਸਾਨ ਅੰਦੋਲਨ ਦੀ ਸਮਾਪਤੀ ਹੋਈ ਉਹਨਾਂ ਦੇ ਵਿੱਚ ਜਿਹੜੀਆਂ ਗੱਲਾਂ ਜਾਂ ਵਾਅਦੇ ਹੋਏ ਹੁਣ ਸਰਕਾਰ ਉਸ ਤੋਂ ਪਿੱਛੇ ਹਟ ਰਹੀ ਹੈ। ਗੱਲ ਹੋਈ ਸੀ ਕਿ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ ਤੇ ਤੁਸੀਂ ਲੈ ਆਏ ਹੋ। ਦੇਖੋ ਸਰਕਾਰ ਹਰ ਵਾਅਦੇ ਤੇ ਪੂਰੀ ਕਾਇਮ ਹੈ। ਸਰਕਾਰ ਨੇ ਵਾਅਦਾ ਕੀਤਾ ਸੀ ਐਮਐਸਪੀ ਤੇ ਕਮੇਟੀ ਬਣਾਵਾਂਗੇ, ਕਮੇਟੀ ਬਣਾਈ। ਜਿਹੜੀ ਇਸ ਬਿੱਲ ਦੀ ਗੱਲ ਸੀ, ਜੋ ਉਸ ਵੇਲੇ ਗੱਲ ਹੋਈ, ਇਹ ਹੋਈ ਸੀ ਕਿ ਕਿਸਾਨਾਂ ਦਾ ਜੋ ਕੰਸਰਨ ਹੈ ਜੀ ਉਹਦਾ ਧਿਆਨ ਰੱਖਿਆ ਜਾਏਗਾ। ਔਰ ਜਿਹੜਾ ਹੁਣੇ ਬਿੱਲ ਆਇਆ ਹੈ ਇਹਦੇ ਚ ਕਿਸਾਨਾਂ ਦਾ ਜਾਂ ਕਿਸਾਨਾਂ ਨਾਲ ਜੁੜਿਆ ਕੋਈ ਮੁੱਦਾ ਹੈ ਹੀ ਨਹੀਂ। ਜਿਹੜੇ ਕੰਸਰਨ ਉਹਨਾਂ ਦੇ ਸੀਗੇ, ਸਰਕਾਰ ਉਹ ਸਾਰੇ ਕੰਸਰਨਸ ਨੂੰ ਧਿਆਨ ਚ ਰੱਖਣ ਤੋਂ ਬਾਅਦ ਹੀ ਬਿੱਲ ਲੈ ਕੇ ਆਈ ਹੈ। ਜਿਹੜਾ ਬਿੱਲ ਦਾ ਪਹਿਲਾ ਮਸੌਦਾ ਆਇਆ ਸੀ, ਇਹ ਬਿੱਲ ਉਹਦੇ ਨਾਲੋਂ ਚੇਂਜ ਹੈ। ਬਹੁਤ ਸਾਰੇ ਪਰਿਵਰਤਨ, ਬਹੁਤ ਸਾਰੀਆਂ ਚੇਂਜਸ ਸਰਕਾਰ ਨੇ ਕੀਤੀਆਂ ਜੀ। ਜਿੰਨੇ ਖਦਸ਼ੇ ਸੀਗੇ ਕਿਸਾਨ ਵੀਰਾਂ ਦੇ, ਉਹ ਸਾਰਿਆਂ ਨੂੰ ਐਡਰੈਸ ਕਰਨ ਤੋਂ ਬਾਅਦ ਹੀ ਇਹ ਬਿੱਲ ਆਇਆ ਹੈ। ਮਤਲਬ ਤੁਸੀਂ ਕਹਿ ਰਹੇ ਹੋ ਕਿਸਾਨਾਂ ਦਾ ਇਸ ਬਿੱਲ 'ਚ ਕੋਈ ਜ਼ਿਕਰ ਨਹੀਂ ਹੈ ਜਾਂ ਹੈ ਜਾਂ ਅਮੈਂਡਮੈਂਟ ਕਰ ਦਿੱਤੀ ਹੈ? ਨਹੀਂ, ਮੈਂ ਹੀ ਕਹਿ ਰਿਹਾ ਕੋਈ ਜ਼ਿਕਰ ਹੈ ਹੀ ਨਹੀਂ। ਆ ਬਿੱਲ ਦੀ ਮੈਂ ਕਾਪੀ ਲੈ ਕੇ ਆਇਆ, ਮੈਨੂੰ ਦੱਸ ਦੇਣ ਕਿ ਇਸ ਬਿੱਲ ਦਾ ਕਿਹੜਾ ਕਲੌਜ਼ ਹੈ ਜਿਹੜਾ ਕਿਸਾਨਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਇੱਕ ਵੀ ਕਲੌਜ਼ ਪੜ੍ਹ ਕੇ ਦੱਸਣ ਕਿ ਇਹ ਵਾਲਾ ਕਲੌਜ਼ ਹੈ ਇਹ ਕਿਸਾਨਾਂ ਦੇ ਹਿੱਤਾਂ ਨੂੰ ਇਦਾਂ ਪ੍ਰਭਾਵਿਤ ਕਰੇਗਾ। ਪ੍ਰੋਪੇਗੈਂਡਾ ਕਰ ਸਕਦੇ ਆ, ਪ੍ਰੋਪੇਗੈਂਡਾ ਕਰਨ 'ਚ ਕੋਈ ਹਰਜ ਨਹੀਂ ਹੈ। ਇਹ ਜਿਹੜਾ ਬਿੱਲ ਆਇਆ ਨਾ ਗੌਰਵ ਜੀ, ਇਹ ਕੋਈ ਅੱਜ ਦਾ ਬਿੱਲ ਨਹੀਂ ਹੈ। ਇਹ ਬਿੱਲ ਇਸ ਤੋਂ ਪਹਿਲਾਂ ਵੀ ਪਾਰਲੀਮੈਂਟ 'ਚ ਆਇਆ। ਪਾਰਲੀਮੈਂਟ ਨੇ ਉਦੋਂ ਵੀ ਸਟੈਂਡਿੰਗ ਕਮੇਟੀ 'ਚ ਭੇਜਿਆ, ਸਟੈਂਡਿੰਗ ਕਮੇਟੀ 'ਚ ਡਿਸਕਸ਼ਨਸ ਹੋਈਆਂ, ਵਾਪਸ ਪਾਵਰ ਮਿਨਿਸਟਰੀ ਕੋ ਗਿਆ, ਵਾਪਸ ਬਿੱਲ ਬਣਿਆ। ਕਈ ਵਾਰ ਇਹਦੇ ਤੇ ਡਿਸਕਸ਼ਨਸ ਹੋ ਚੁੱਕੀਆਂ, ਪਾਵਰ ਮਿਨਿਸਟਰੀ ਡਿਸਕਸ਼ਨਸ ਕਰ ਚੁੱਕੀ। ਉਹਦੇ ਬਾਅਦ ਇਹ ਬਿੱਲ ਆਇਆ ਹੈ। ਪਿਛਲੇ 6-7 ਸਾਲ ਦੀਆਂ ਡਿਸਕਸ਼ਨਸ ਤੋਂ ਬਾਅਦ ਇਹਦਾ ਉਦੇਸ਼ ਬੜਾ ਸਪਸ਼ਟ ਹੈ ਕਿ ਦੇਸ਼ ਦੇ ਅੰਦਰ ਜਿਹੜੇ ਸਾਡਾ ਕੰਜ਼ਿਊਮਰ ਹੈ, ਉਪਭੋਗਤਾ ਹੈ, ਉਹਨੂੰ ਸਸਤੀ ਬਿਜਲੀ ਮਿਲੇ, 24 ਘੰਟੇ ਬਿਜਲੀ ਮਿਲੇ, ਅਨਇੰਟਰਪਟਡ ਬਿਜਲੀ ਦੀ ਸਪਲਾਈ ਹੋਵੇ। ਜਿਹੜੀਆਂ ਕੰਪਨੀਆਂ ਬਿਜਲੀ ਸਪਲਾਈ ਕਰ ਰਹੀਆਂ ਉਹਨਾਂ ਤੇ ਜਿਹੜੇ ਰੈਗੂਲੇਟਰ ਨੇ ਉਹਨਾਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ। ਇਹ ਸਾਰੇ ਮੁੱਦਿਆਂ ਨੂੰ ਲੈ ਕਰਕੇ ਬਿੱਲ ਆਇਆ ਹੈ ਤਾਂ ਕਿ ਦੇਸ਼ ਦੇ ਜਿਹੜਾ ਕੰਜ਼ਿਊਮਰ ਹੈ, ਤੁਸੀਂ ਦੇਖੋ ਨਾ ਹਾਲਤ ਕੀ ਹੈ ਅੱਜ ਦੇਸ਼ ਦੇ ਅੰਦਰ। ਜਿਹੜੀਆਂ ਕੰਪਨੀਆਂ ਬਿਜਲੀ ਸਪਲਾਈ ਕਰਦੀਆਂ ਉਹਨਾਂ ਨੂੰ ਕੋਈ ਉਹਨਾਂ ਦੇ ਉੱਤੇ ਪੁੱਛਣ ਵਾਲਾ ਨਹੀਂ ਹੈ ਕਿ 10 ਘੰਟੇ ਅਗਰ ਬਿਜਲੀ ਨਹੀਂ ਆ ਰਹੀ ਹੈ ਤਾਂ ਨਹੀਂ ਆ ਰਹੀ ਹੈ। ਅੱਛਾ, ਇਸ ਬਿੱਲ ਤੋਂ ਬਾਅਦ ਉਹ ਜਵਾਬਦੇਹੀ ਹੋਏਗੀ। ਰੈਗੂਲੇਟਰ ਨੂੰ ਤਾਕਤਵਰ ਬਣਾਇਆ ਗਿਆ ਹੈ। ਕਈ ਸਾਰੀਆਂ ਅਮੈਂਡਮੈਂਟਸ ਕੀਤੀਆਂ ਗਈਆਂ, ਕੰਪੀਟੀਸ਼ਨ ਨੂੰ ਵਧਾਉਣ ਦੀ ਗੱਲ ਇਹਦੇ ਵਿੱਚ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ। ਕੰਜ਼ਿਊਮਰ ਦੇ ਹਿੱਤ ਕਰਨ ਵਾਲਾ ਇਹ ਬਿੱਲ ਹੈ। ਔਰ ਸਰਕਾਰ ਜਦੋਂ ਇਹ ਬਿੱਲ ਲੈ ਕੇ ਆਈ ਹੈ, ਸਰਕਾਰ ਨੇ ਬੜੀ ਸਪਸ਼ਟ ਮਨਸ਼ਾ ਨਾਲ ਬਿੱਲ ਸਦਨ ਚ ਰੱਖਿਆ ਜੀ। ਔਰ ਅਗਰ ਕੁਝ ਸਾਡੇ ਵਿਰੋਧੀ ਧਿਰਾਂ ਨੇ ਇਹਦੇ ਤੇ ਖਦਸ਼ੇ ਪ੍ਰਗਟਾਏ ਜਾਂ ਕੁਝ ਲੋਕਾਂ ਨੇ ਵਿਰੋਧ ਕੀਤਾ, ਜਿਹੜਾ ਤੁਸੀਂ ਸਵਾਲ ਪੁੱਛਿਆ, ਸਰਕਾਰ ਨੇ ਡੈਮੋਕ੍ਰੇਸੀ ਦੀ ਸਪਿਰਿਟ ਨੂੰ ਪ੍ਰਮੁੱਖ ਰੱਖਿਆ ਕਿ ਭਈ ਲੋਕਤੰਤਰ ਦੀ ਸਪਿਰਿਟ ਹੈ, ਚਾਹੇ ਸਾਡੇ ਕੋਲੇ ਬਹੁਮਤ ਹੈ, ਅਸੀਂ ਬਿੱਲ ਪਾਸ ਕਰ ਸਕਦੇ ਹਾਂ, ਲੇਕਿਨ ਅਗਰ ਕੁਝ ਵਿਰੋਧੀ ਧਿਰਾਂ ਨੂੰ ਖਦਸ਼ੇ ਹੈ, ਅਗਰ ਉਹਨਾਂ ਦੇ ਕੋਈ ਸਵਾਲ ਹੈ, ਅਗਰ ਉਹ ਚਰਚਾ ਕਰਨਾ ਚਾਹੁੰਦੇ ਆ, ਅਗਰ ਉਹਨਾਂ ਨੂੰ ਲੱਗਦਾ ਕਿ ਇਹਦੇ ਵਿੱਚ ਹੋਰ ਸੁਧਾਰ ਦੀ ਗੁੰਜਾਇਸ਼ ਹੈ, ਅਸੀਂ ਉਸ ਬਿੱਲ ਨੂੰ
ਸਟੈਂਡਿੰਗ ਕਮੇਟੀ ਨੂੰ ਭੇਜਤਾ ਪਾਰਲੀਮੈਂਟ ਦੀ ਨੂੰ। ਨਹੀਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਾ ਕੇ ਫਿਰ ਰਾਜ ਸਭਾ ਦੇ ਵਿੱਚ ਫਸ ਜਾਂਦਾ? ਲੋਕ ਸਭਾ ਤਾਂ ਤੁਹਾਡੇ ਕੋਲ ਨੰਬਰ ਪੂਰੇ ਕੱਢ ਲੈਂਦੇ। ਗੌਰਵ ਜੀ ਇਸ ਵੇਲੇ ਜੋ ਸਥਿਤੀ ਹੈ ਰਾਜ ਸਭਾ 'ਚ ਵੀ ਕੋਈ ਬਿੱਲ ਨਹੀਂ ਫਸਿਆ ਅੱਜ ਤੱਕ। ਸਰਕਾਰ ਦਾ ਇੱਕ ਵੀ ਬਿੱਲ ਦੱਸ ਦਿਓ ਪਿਛਲੇ 3 ਸਾਲ 'ਚ ਰਾਜ ਸਭਾ 'ਚ ਫਸਿਆ ਹੋਵੇ। ਹੁਣੇ ਉਪ ਰਾਸ਼ਟਰਪਤੀ ਦਾ ਇਲੈਕਸ਼ਨ ਹੋਇਆ, 74% ਵੋਟਾਂ ਅਸੀਂ ਲੋਕ ਸਭਾ ਔਰ ਰਾਜ ਸਭਾ ਨੂੰ ਮਿਲਾ ਕੇ ਲਈਆਂ। ਇਸ ਕਰਕੇ ਸਵਾਲ ਇਹ ਨਹੀਂ ਹੈ ਰਾਜ ਸਭਾ 'ਚ ਫਸਿਆ ਨੂੰ ਕੋਈ ਡਰ ਨਹੀਂ, ਅਸੀਂ ਰਾਜ ਸਭਾ 'ਚ ਵੀ ਘਟਾਉਣ 'ਚ ਸਮਰਥ ਹੈ ਜੀ। ਲੇਕਿਨ ਸਾਨੂੰ ਇਹ ਲੱਗਿਆ ਕਿ ਅਗਰ ਵਿਰੋਧ ਹੈ ਤੇ ਗੱਲ ਸੁਣੀ ਜਾਣੀ ਚਾਹੀਦੀ ਹੈ। ਸਟੈਂਡਿੰਗ ਕਮੇਟੀ ਜਾਏ, ਸਾਰੀਆਂ ਪਾਰਟੀਆਂ ਦੇ ਲੋਕ ਨੇ ਉੱਥੇ ਇੱਕ ਵਾਰੀ ਫਿਰ ਚਰਚਾ ਹੋ ਜਾਏ, ਹਰਜ ਕੀ ਹੈ, ਦੁਬਾਰਾ ਚਰਚਾ ਹੋ ਜਾਏ। ਅਗਰ ਇਹਦੇ ਕੋਈ ਸੁਧਾਰ ਦੀ ਗੁੰਜਾਇਸ਼ ਹੋਏਗੀ ਹੋਰ ਹੋ ਜਾਏਗੀ। ਲੇਕਿਨ ਸਰਕਾਰ ਦੀ ਮਨਸ਼ਾ ਬੜੀ ਸਪਸ਼ਟ ਹੈ। ਦੇਖੋ ਪਾਵਰ ਸੈਕਟਰ ਐਸਾ ਹੈ ਜਿਹਦੇ ਚ ਰਿਫਾਰਮਸ ਦੀ ਗੱਲ ਪਿਛਲੇ 1 ਦਸ਼ਕ ਤੋਂ ਹੋ ਰਹੀ ਹੈ। ਦੇਸ਼ ਭਰ ਦੇ ਅੰਦਰ ਇਹ ਗੱਲ ਚੱਲ ਰਹੀ ਹੈ ਕਿ ਪਾਵਰ ਸੈਕਟਰ 'ਚ ਰਿਫਾਰਮ ਹੋਣੇ ਚਾਹੀਦੇ ਹੈ। ਲੋਕਾਂ ਨੂੰ ਸਸਤੀ ਬਿਜਲੀ ਮਿਲਣੀ ਚਾਹੀਦੀ ਹੈ, 24 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ। ਪੰਜਾਬ ਵਰਗੀ ਸਟੇਟ ਜਿਹੜੀ ਇੰਨੀ ਅਗਾਂਹ ਵਧੂ ਸਟੇਟ ਹੈ, ਪ੍ਰੋਗਰੈਸਿਵ ਸਟੇਟ ਹੈ, ਉੱਥੇ ਤੁਸੀਂ ਦੇਖੋ ਇਸ ਸਾਲ ਕਿੰਨੇ ਕੱਟ ਲੱਗੇ ਆ ਬਿਜਲੀ ਦੇ, ਹਾਹਾਕਾਰ ਮਚੀ ਪਈ ਹੈ। 12-12 ਘੰਟੇ ਦੀ ਲੋਡ ਸ਼ੈਡਿੰਗ ਅਸੀਂ ਇੰਡਸਟਰੀ ਦੀ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਸਾਡੇ ਪਾਵਰ ਕਾਮਸ ਦੀ ਹਾਲਤ ਕੀ ਹੈ? ਸਾਡੀਆਂ ਜਿਹੜੀਆਂ ਪਾਵਰ ਦੀਆਂ ਕਾਰਪੋਰੇਸ਼ਨ ਨੇ ਉਹ ਹਜ਼ਾਰਾਂ ਕਰੋੜ ਦੇ ਕਰਜ਼ੇ ਥੱਲੇ ਦੱਬੀਆਂ ਹੋਈਆਂ ਨੇ। लगातार अगला भविष्य धुंधला है। तो देश के अंदर पावर सेक्टर च रिफॉर्म होना चाहिए। मेरा कहना है हर रिफॉर्म का विरोध क्यों करना। हाँ रिफॉर्म तो लगता है डिस्कशन करो रिफॉर्म के उत्ते और उनते बिल वैसे स्टैंडिंग कमेटी को चला गया। चलो मैं बिजली के कट मैं जी बिजली के कट और निजी करने वाले मुद्दे उत्ते जावांगा, पर पहला रजिंदर सिंह दीप सिंह वाला जी का रुख करदा। रजिंदर जी विरोध क्यों? देखो जो बहुत क्लीयर पॉइंट रखने की कोशिश की है सुभाष शर्मा जी ने, वो कहने ने कि किसानों वाला तो इस दे विच जिहड़ा पूरा सेगमेंट नहीं है, फिर क्यों विरोध कर रहे हैं किसान? प्रदर्शन वक्-वक् थावां दे उत्ते करने शुरू कर दिते, आखिर क्यों? तुहाडी आवाज साडे तक नहीं पहुंच रही, शायद तुसीं म्यूट किया होया। चलो मैनूं लग रहा कि आवाज कोई दिक्कत लग रही है, मैं कोशिश करदा कि दोबारा उन्हां दे नाल राबता कायम कर सकां। रजिंदर जी तुहाडी आवाज नहीं आ रही सर। ठीक है, मैं तुहाडे कोल वापस आउणा है, तुहाडे नाल दोबारा मैं गलबात करूंगा, तुसीं अपना पक्ष रखियो। मैं आरपीएस मल्होत्रा जी का रुख करदा हां, आम आदमी पार्टी नूं अज रिप्रजेंट कर रहे ने। मल्होत्रा साहब विरोध क्यों? मैं जो स्टार्टिंग दे विच कहा सी कि जदों तुसीं कोई कदम चुकदे हो तां पंजाब दे विच तुहाडीआं विरोधी पार्टियां सवाल चुकदियां ने, तुहाडा विरोध करदियां ने। सेंटर दे विच जिन्हां दी सरकार है, जे वो कोई कदम चुकदे ने तां फिर सारे विरोध उन्हां दे विच तुसीं भी विरोध करदे हो। एक विरोध वाला कल्चर तां नहीं शुरू हो गया कि गवर्नमेंट किसी दी भी होवे बस विरोध करना है, ओपोजिशन च कोई भी होवे विरोध करना है? गौरव जी मेरे ख्याल नाल सब नूं याद होएगा कि आज तो कुछ सदियां पहला इंग्लैंड दे विच एक रॉबिन हुड नाम दा बंदा होया सीगा, ਜਿਹੜਾ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਪੈਸੇ ਵੰਡ ਦਿੰਦਾ ਹੁੰਦਾ ਸੀ। ਅੱਜ ਕੱਲ ਸਾਡੇ ਦੇਸ਼ ਵਿੱਚ ਇੱਕ ਮੋਤਨ ਹੁੱਡ ਚੱਲ ਰਿਹਾ, ਪਰ ਇਸ ਦਾ ਤਰੀਕਾ ਬਿਲਕੁਲ ਉਲਟਾ ਹੈ। ਇਹ ਗਰੀਬਾਂ ਤੋਂ ਆਮ ਲੋਕਾਂ ਤੋਂ ਪੈਸੇ ਲੁੱਟ ਕੇ ਅਮੀਰਾਂ 'ਚ ਵੰਡ ਦਿੰਦਾ। ਮੇਰੀ ਇਸ ਗੱਲ ਦਾ ਭਾਜਪਾ ਦੇ ਕਿਸੇ ਲੀਡਰ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਤਾਂ ਵੈਸੇ ਹੀ ਸਾਰਿਆਂ ਨਾਲ ਇਹ ਗੱਲ ਸ਼ੇਅਰ ਕਰ ਰਿਹਾ ਸੀਗਾ। ਤੁਸੀਂ ਦੇਖੋ ਕਿ ਅੱਜ ਦੀ ਡੇਟ ਵਿੱਚ ਹਵਾ, ਪਾਣੀ, ਰੋਟੀ, ਕੱਪੜੇ ਤੋਂ ਬਾਅਦ ਬਿਜਲੀ ਇੱਕ ਬੇਸਿਕ ਨੈਸੈਸਿਟੀ ਬਣ ਗਈ ਹੈ। ਇਸ ਤੋਂ ਬਿਨਾਂ ਸਰਵਾਈਵ ਨਹੀਂ ਕੀਤਾ ਜਾ ਸਕਦਾ। ਔਰ ਇਸ ਚੀਜ਼ ਨੂੰ ਦੇਖਦੇ ਹੋਏ ਸਾਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਇਸ ਮਾਰਕੀਟ, ਦੇਖੋ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਮਾਰਕੀਟ ਹੈਗੀ ਹੈ ਹਿੰਦੁਸਤਾਨ, ਇਸ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਔਰ ਕਾਰਪੋਰੇਟ ਘਰਾਣਿਆਂ ਦੇ ਹੱਥੀ ਵਿਕੀ ਹੋਈ ਭਾਜਪਾ ਸਰਕਾਰ ਹੁਣ ਤੱਕ ਅਸੀਂ ਦੇਖਿਆ ਕਿ ਸਾਰੇ ਕੰਮ ਕਾਰਪੋਰੇਟ ਪੱਖੀ ਕਰਦੀ ਆਈ ਹੈ। ਆਮ ਲੋਕਾਂ ਨੂੰ ਸਿਰਫ ਇਹਨਾਂ ਨੇ ਮਿੱਠੀਆਂ ਗੋਲੀਆਂ ਦਿੱਤੀਆਂ ਹੈਗੀਆਂ, ਚਾਹੇ ਤੁਸੀਂ 15 ਲੱਖ ਦੀ ਗੱਲ ਕਰ ਲਓ, ਚਾਹੇ 2 ਕਰੋੜ ਨੌਕਰੀਆਂ ਦੀ ਗੱਲ ਕਰ ਲਓ, ਚਾਹੇ ਕਿਸਾਨਾਂ ਨੂੰ ਦੀ ਆਮਦਨ ਤੁਗੜੀ ਕਰਨ ਦੀ ਗੱਲ ਕਰ ਲਓ। ਇਹਨਾਂ ਨੇ ਕਿਹਾ ਕੁਛ ਹੈ, ਕੀਤਾ ਕੁਛ ਹੈ। ਸੋ ਉਸੇ ਕੜੀ ਵਿੱਚ ਇਹ ਦੇਖ ਲਓ MSP ਦੀ ਕਮੇਟੀ ਵੀ ਲੈ ਕੇ ਆਏ, ਹੁਣ ਪਹਿਲਾਂ ਖੇਤੀ ਕਾਨੂੰਨ ਲੈ ਕੇ ਆਏ, ਸਾਰੇ ਦੇਸ਼ ਵਿੱਚ ਉਹਦਾ ਵਿਰੋਧ ਹੋਇਆ। ਫਿਰ MSP ਦੀ ਕਮੇਟੀ ਲੈ ਕੇ ਆਏ, ਸਾਰੇ ਦੇਸ਼ ਵਿੱਚ ਉਹਦਾ ਵਿਰੋਧ ਹੋਇਆ। ਹੁਣ ਇਹ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਲੈ ਆਏ ਹੈਗੇ। ਔਰ ਤੁਸੀਂ ਦੇਖੋ ਕਿ ਇਹ ਇਸ ਤੋਂ ਪਹਿਲਾਂ ਕਹਿੰਦੇ ਰਹੇ ਹੈ ਕਿ ਜਿਹੜੀਆਂ ਮੁਫਤ ਦੀਆਂ ਰਿਓੜੀਆਂ ਦੇਸ਼ ਵਿੱਚ ਵੰਡੀਆਂ ਜਾ ਰਹੀਆਂ, ਮੁਫਤ ਦੀਆਂ ਰਿਓੜੀਆਂ ਤੋਂ ਇਹਨਾਂ ਦਾ ਭਾਵ ਇਹ ਹੈ ਕਿ ਜਿਹੜੀਆਂ ਕੋਈ ਲੋਕ ਹਿਤੈਸ਼ੀ ਸਰਕਾਰਾਂ ਲੋਕਾਂ ਨੂੰ ਕੁਝ ਮਦਦ ਦੇ ਰਹੀਆਂ ਹੈਗੀਆਂ, ਕਿਉਂਕਿ ਲੋਕਾਂ ਦੇ ਹੀ ਟੈਕਸਾਂ ਦਾ ਪੈਸਾ ਹੈ, ਚਾਹੇ ਤੇਲ ਹੋਏ, ਸਾਬਣ ਹੋਏ, ਕੱਪੜਾ ਹੋਏ, ਜੁੱਤਾ ਹੋਏ, ਹਰੇਕ ਚੀਜ਼ ਤੁਸੀਂ ਟੈਕਸ ਦਿੰਦੇ ਹੋ। ਸਰਕਾਰ ਪਹਿਲਾਂ ਤੁਹਾਡੇ ਤੋਂ ਪੈਸੇ ਲੈ ਲੈਂਦੀ ਹੈ, ਤੇ ਜੇ ਸਰਕਾਰ ਉਸ ਵਿੱਚੋਂ ਲੋਕਾਂ ਨੂੰ ਕੁਝ ਦਿੰਦੀ ਹੈ ਤਾਂ ਮੁਫਤੀਆਂ ਰਿਓੜੀਆਂ ਕਿਵੇਂ ਹੋਈਆਂ? ਪਰ ਇਹਨਾਂ ਨੂੰ ਉਹ ਮੁਫਤੀਆਂ ਰਿਓੜੀਆਂ ਲੱਗਦੀਆਂ। ਔਰ ਇਹ ਜਿਹੜਾ ਚਾਹੂੰਗਾ ਆਪਾਂ ਪੁਆਇੰਟ ਤੇ ਰਹੀਏ ਸਰ, ਮੈਂ ਆਰਪੀਐਸ ਜੀ ਤੁਸੀਂ ਅਗਰ ਪੁਆਇੰਟ ਦੇ ਉੱਪਰ ਰਹਿ ਸਕੀਏ, ਮੈਂ ਤਾਂ ਸਿੱਧਾ ਪੁੱਛ ਰਿਹਾ ਵਿਰੋਧ ਕਿਉਂ ਹੈ? ਤੁਸੀਂ ਦੱਸੋ ਕਿ ਵਿਰੋਧ ਕਿਉਂ ਹੈ, ਕਿਉਂ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਵਿਰੋਧ ਕਰ ਰਹੀ ਹੈ? गौरव जी सिर्फ आम आदमी पार्टी विरोध नहीं कर रही है, पूरा देश विरोध कर रहा है, सारे किसान विरोध कर रहे हैं, जनता विरोध कर रही है, सारियां
ਪੋਲੀਟੀਕਲ ਪਾਰਟੀਆਂ ਵਿਰੋਧ ਕਰ ਰਹੀਆਂ ਸਿਰਫ ਆਮ ਆਦਮੀ ਪਾਰਟੀ ਵਿਰੋਧ ਨਹੀਂ ਕਰ ਰਹੀ ਨਹੀਂ ਚਲੋ ਬਾਕੀਆਂ ਤੋਂ ਤਾਂ ਮੈਂ ਪੁੱਛਾਂਗਾ ਨਾ ਸਰ, ਮੈਂ ਤਾਂ ਇਸ simultaneous ਕਰਕੇ ਸਰਕਾਰ ਪੰਜਾਬ ਸਰਕਾਰ ਦਾ ਰਿਐਕਸ਼ਨ ਪੁੱਛਣਾ ਚਾਹੁੰਦਾ ਕਿ ਕਿਉਂ ਵਿਰੋਧ ਹੈ, ਕਿਹੜੇ ਪੁਆਇੰਟ ਤੇ ਵਿਰੋਧ ਹੈ ਤੁਹਾਨੂੰ? ਵਿਰੋਧ ਇਸ ਲਈ ਹੈ ਕਿ ਲੋਕ ਵਿਰੋਧੀ ਹੈ, ਕਿਸਾਨ ਵਿਰੋਧੀ ਹੈ। ਤੁਸੀਂ ਦੇਖੋ ਕਿ ਸਟੇਟਸ ਆਪਣੀ ਬਿਜਲੀ ਪੈਦਾ ਕਰਦੀਆਂ, ਆਪ ਡਿਸਟ੍ਰੀਬਿਊਟ ਕਰਦੀਆਂ, ਆਪ ਲੋਕਾਂ ਨੂੰ ਸਹੂਲਤ ਦੇ ਰਹੀਆਂ ਤੇ ਠੀਕ ਹੈ। ਲੋਕਾਂ ਤੋਂ ਕੋਈ ਸਟੇਟਸ ਤੋਂ ਕੋਈ ਸਲਾਹ ਨਹੀਂ ਲਿੱਤੀ ਗਈ, ਕੋਈ ਕੰਸਲਟ ਨਹੀਂ ਕੀਤਾ ਗਿਆ। ਚਾਹੇ ਕਨਕਰੈਂਟ ਲਿਸਟ ਦਾ ਮਾਮਲਾ ਹੈਗਾ, ਸਰਕਾਰਾਂ ਤੋਂ ਸਟੇਟ ਗਵਰਨਮੈਂਟਸ ਤੋਂ ਤਾਂ ਪੁੱਛਣਾ ਬਣਦਾ ਕਿ ਨਹੀਂ ਬਣਦਾ। ਔਰ ਇਹਨਾਂ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਵਨ ਸਾਈਡਡ ਡਿਸੀਜਨ ਲੈ ਕੇ ਇਹ ਕਾਨੂੰਨ ਲਿਆਏ ਹੈਗੇ। ਠੀਕ ਹੈ, ਚਲੋ ਮੈਂ ਰਿਐਕਸ਼ਨ ਲੈਣਾ, ਤੁਹਾਡਾ ਪੁਆਇੰਟ ਬਹੁਤ ਕਲੀਅਰ ਹੈ। ਤੁਹਾਡਾ ਪੁਆਇੰਟ ਕਲੀਅਰ ਹੈ ਕਿ ਜਦੋਂ ਸੂਬਿਆਂ ਦੇ ਨਾਲ ਸਿੱਧਾ ਜੁੜਿਆ ਹੋਇਆ ਮਾਮਲਾ ਹੈ ਤਾਂ ਫਿਰ ਉਹਨਾਂ ਦੇ ਨਾਲ ਗੱਲ ਕਿਉਂ ਨਹੀਂ? ਸੁਭਾਸ਼ ਜੀ ਦੇਖੋ, ਮੈਂ ਮਲਹੋਤਰਾ ਸਾਹਿਬ ਦਾ ਜਵਾਬ ਦੇ ਦਿਆਂ। ਇਹ ਐਕਟ ਅਮੈਂਡਮੈਂਟ ਆਈ ਹੈ, ਕੋਈ ਨਵਾਂ ਐਕਟ ਨਹੀਂ ਆਇਆ। ਇਹ ਐਕਟ ਜਿਹੜਾ ਹੈ ਹਿੰਦੁਸਤਾਨ 'ਚ 2001 ਤੋਂ ਬਣਿਆ ਹੋਇਆ ਹੈ। ਪਿਛਲੇ 21 ਸਾਲ ਤੋਂ ਕਾਨੂੰਨ ਆਲਰੇਡੀ ਬਣਿਆ ਹੈ, ਦੇਸ਼ ਦੀ ਪਾਰਲੀਮੈਂਟ ਨੇ ਬਣਾਇਆ ਹੈ। ਅਸੀਂ ਤਾਂ ਸਿਰਫ ਉਹਦੇ ਕੁਝ ਮਦਾਂ 'ਚ ਅਮੈਂਡਮੈਂਟ ਲੈ ਕੇ ਆਏ ਹਾਂ। ਇਹਨਾਂ ਨੇ ਆਪ ਹੀ ਕਹਿਤਾ ਕਨਕਰੈਂਟ ਲਿਸਟ ਹੈ। ਕਨਕਰੈਂਟ ਲਿਸਟ 'ਚ ਕੇਂਦਰ ਕੋਲੇ ਕਾਨੂੰਨ ਬਣਾਉਣ ਦਾ ਅਧਿਕਾਰ ਸੀ, ਤਾਂ ਹੀ ਪਿਛਲੇ 21 ਸਾਲ ਤੋਂ ਇਹ ਕਾਨੂੰਨ ਦੇਸ਼ 'ਚ ਲਾਗੂ ਹੈ। ਕਿਸੇ ਨੇ ਇਹਨੂੰ ਚੈਲੰਜ ਨਹੀਂ ਕੀਤਾ। ਹੁਣ ਤਾਂ ਕੁਝ ਅਮੈਂਡਮੈਂਟਸ ਆਈਆਂ ਹੈ, ਉਹਨਾਂ ਅਮੈਂਡਮੈਂਟਸ ਨੂੰ ਲਿਆਉਣ ਦਾ ਪੂਰਾ ਕੇਂਦਰ ਦਾ ਅਧਿਕਾਰ ਹੈ। ਸਟੇਟਾਂ ਕੋਲੇ ਅਧਿਕਾਰ ਹੈ ਕਿ ਉਹਨੂੰ ਅੱਗੇ ਕਿਸ ਪ੍ਰਕਾਰ ਨਾਲ ਲਾਗੂ ਕਰਨਾ ਹੈ। ਦੇਖੋ, ਇਹਨਾਂ ਨੇ ਜ਼ਿਕਰ ਕੀਤਾ, ਮੈਂ ਇਸ ਗੱਲ ਦਾ ਜਵਾਬ ਦੇ ਦਿਆਂ। ਮਲਹੋਤਰਾ ਜੀ ਨੂੰ ਪਤਾ ਨਹੀਂ, ਮੈਂ ਫਿਰ ਪਹਿਲਾਂ ਦਾ ਸਵਾਲ ਜ਼ਰੂਰ ਦੁਹਰਾਊਂਗਾ ਕਿ ਜਿਹੜੇ ਵੀ ਮੇਰੇ ਵਿਰੋਧੀ ਪਾਰਟੀ ਦੇ ਲੋਕ ਵਿਰੋਧ ਕਰ ਰਹੇ ਨੇ, ਮੈਂ ਬਿੱਲ ਲੈ ਕੇ ਆਇਆ, ਉਹ ਜ਼ਰੂਰ ਮੈਨੂੰ ਪੜ੍ਹ ਕੇ ਸੁਣਾਣ ਕਿ ਕਿਹੜੇ ਕਲੌਜ਼ ਦੇ ਨਾਲ ਪੰਜਾਬ ਦਾ ਕਿਹੜੇ ਕਲੌਜ਼ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨਾਲ ਗੱਲਬਾਤ ਨਹੀਂ ਹੋਣੀ ਚਾਹੀਦੀ। ਮੈਂ ਉਹੀ ਕਹਿ ਰਿਹਾ ਨਾ, ਗੱਲਬਾਤ ਮੈਂ ਤੁਹਾਨੂੰ ਪਹਿਲਾਂ ਦੱਸਿਆ 2015 'ਚ ਬਿੱਲ ਪਹਿਲੀ ਵਾਰੀ ਆਇਆ ਪਾਰਲੀਮੈਂਟ 'ਚ। ਉਸ ਤੋਂ ਪਹਿਲਾਂ ਪਾਵਰ ਮਿਨਿਸਟਰੀ ਨੇ ਸਾਰੇ ਸਟੇਕ ਹੋਲਡਰਸ ਨਾਲ ਕੰਸਲਟੇਸ਼ਨ ਕੀਤੀ। ਫਿਰ ਇਹ ਬਿੱਲ ਜਦੋਂ ਪਾਰਲੀਮੈਂਟ ਦੇ ਰੱਖਿਆ ਗਿਆ ਹਾਊਸ 'ਚ, ਫਿਰ ਸਟੈਂਡਿੰਗ ਕਮੇਟੀ ਕੋ ਗਿਆ। ਉਸ ਸਟੈਂਡਿੰਗ ਕਮੇਟੀ 'ਚ ਵੀ ਬਾਕੀ ਪਾਰਟੀਆਂ ਦੇ ਲੋਕ ਸੀ। ਸਟੈਂਡਿੰਗ ਕਮੇਟੀ ਨੇ ਫਿਰ ਉੱਤੇ ਗੱਲਬਾਤ ਕੀਤੀ। ਪਿਛਲੇ 7 ਸਾਲ ਤੋਂ ਆਲਰੇਡੀ ਕੰਸਲਟੇਸ਼ਨਸ ਚੱਲ ਰਹੀਆਂ। ਪਾਰਲੀਮੈਂਟਰੀ ਕਮੇਟੀ 'ਚ ਵੀ ਇੱਕ ਵਾਰੀ ਜਾ ਚੁੱਕਿਆ, ਸਟੈਂਡਿੰਗ ਕਮੇਟੀ 'ਚ ਇਹ ਦੁਬਾਰਾ ਇੰਟਰੋਡਿਊਸ ਹੋਇਆ ਹੈ। ਇਸ ਕਰਕੇ ਜੇ ਇਹਨਾਂ ਨੇ ਨਹੀਂ ਪੜਿਆ ਜਾਂ ਇਹਨਾਂ ਨੂੰ ਨਹੀਂ ਪਤਾ, ਤਾਂ ਮਤਲਬ ਇਹ ਨਹੀਂ ਕਿ ਕੰਸਲਟੇਸ਼ਨ ਨਹੀਂ ਹੋਈ। ਜਿਹੜੀ ਦੂਜੀ ਗੱਲ ਤੇ ਮੈਂ ਆਉਣ ਲੱਗਾ, ਮਲਹੋਤਰਾ ਜੀ ਜ਼ਰੂਰ ਜਵਾਬ ਦੇਣ, ਇਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ ਹੋਏਗਾ। ਇਹ ਕਰ ਰਹੇ ਪ੍ਰਾਈਵੇਟ ਘਰਾਣੇ ਦਿੱਲੀ ਦੇ ਅੰਦਰ ਆਲਰੇਡੀ ਜਿਹੜੀ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਉਹ ਪ੍ਰਾਈਵੇਟ ਘਰਾਣੇ ਹੀ ਕਰ ਰਿਹਾ। ਮਲਹੋਤਰਾ ਸਾਹਿਬ, ਅਨਿਲ ਅੰਬਾਨੀ ਦੀ ਕੰਪਨੀ BSES ਤੇ ਟਾਟਾ ਪਾਵਰ, ਇਹ ਦੋ ਪ੍ਰਾਈਵੇਟ ਕੰਪਨੀਆਂ ਸ਼ੀਲਾ ਦੀਕਸ਼ਿਤ ਜੀ ਦੀ ਟਾਈਮ ਤੋਂ ਹੀ ਸਾਰਾ ਡਿਸਟ੍ਰੀਬਿਊਸ਼ਨ ਦਾ ਕੰਮ ਕਰ ਰਹੀਆਂ। ਔਰ ਕੱਲੇ ਦਿੱਲੀ 'ਚ ਨਹੀਂ ਕਰ ਰਹੇ ਆ, ਤੁਸੀਂ ਪ੍ਰਾਈਵੇਟ ਘਰਾਣੇ ਕਰੀ ਜਾਂਦੇ ਹੋ। ਕੋਲਕਾਤਾ 'ਚ RPG ਗਰੁੱਪ ਕਰ ਰਿਹਾ, ਜਿੱਥੇ ਮਮਤਾ ਬੈਨਰਜੀ ਦੀ ਸਰਕਾਰ ਹੈ। ਮੁੰਬਈ 'ਚ ਟਾਟਾ ਰਿਲਾਇੰਸ ਕਰ ਰਿਹਾ ਹੈ। ਆਗਰਾ 'ਚ ਟੋਰੈਂਟ ਗਰੁੱਪ ਕਰ ਰਿਹਾ ਹੈ। ਉੜੀਸਾ ਦੀ ਪੂਰੀ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ। ਇਹ ਬੇਸਿਕਲੀ ਇਸ ਬਿੱਲ ਦਾ ਉਦੇਸ਼ ਕੀ ਹੈ? ਪ੍ਰਾਈਵੇਟ ਘਰਾਣੇ ਤੇ ਆਲਰੇਡੀ ਡਿਸਟ੍ਰੀਬਿਊਸ਼ਨ ਕਰ ਰਹੇ ਨੇ, ਤੁਹਾਡੇ ਦਿੱਲੀ 'ਚ ਹੀ ਕਰ ਰਹੇ ਨੇ। 8 ਸਾਲ ਤੋਂ ਤੁਹਾਡੀ ਦਿੱਲੀ 'ਚ ਸਰਕਾਰ ਹੈ, ਉੱਥੇ ਪ੍ਰਾਈਵੇਟ ਡਿਸਟ੍ਰੀਬਿਊਸ਼ਨ ਹੁੰਦੀ, ਕਿਉਂ ਨਹੀਂ ਬੰਦ ਕੀਤਾ? ਟਾਟਾ ਪਾਵਰ BSS ਨੂੰ ਹਟਾਓ, ਉੱਥੇ ਸਟੇਟ ਓਨਡ ਕੰਪਨੀ ਲੈ ਕੇ ਆਓ ਡਿਸਟ੍ਰੀਬਿਊਸ਼ਨ ਲਈ। ਕਿ ਤੁਹਾਨੂੰ ਪਤਾ ਨਹੀਂ ਇਸ ਕਰਕੇ ਤੁਸੀਂ ਬੋਲੋਗੇ ਨਹੀਂ। ਅਸਲੀ ਮੁੱਦਾ ਕੀ ਹੈ? ਇਸ ਬਿੱਲ ਦੇ ਮਾਧਿਅਮ ਨਾਲ ਇਹ ਗੱਲ ਆਈ ਹੈ ਕਿ ਪ੍ਰਾਈਵੇਟ ਘਰਾਣੇ ਤੇ ਆਲਰੇਡੀ ਕਰ ਰਹੇ ਆ ਜੀ। ਹੁਣ ਕੀ ਸੀ ਕਿ ਕੋਈ ਇੱਕ ਏਰੀਆ ਕਿਸੇ ਪ੍ਰਾਈਵੇਟ ਕਾਰਪੋਰੇਸ਼ਨ ਕੋਲ ਆ, ਮੰਨ ਲਓ ਡਿਸਟ੍ਰੀਬਿਊਸ਼ਨ ਲਈ। ਦਿੱਲੀ ਦਾ ਉਦਾਹਰਨ ਲੈ ਲਈਏ, ਦਿੱਲੀ 'ਚ 2 ਕੰਪਨੀਆਂ ਡਿਸਟ੍ਰੀਬਿਊਟ ਕਰ ਰਹੀਆਂ, ਉਹਨਾਂ ਨੂੰ ਏਰੀਆ ਵੰਡਿਆ। ਇਹ ਬਿੱਲ ਇਸ ਗੱਲ ਦਾ ਪ੍ਰੋਵੀਜ਼ਨ ਬਣਾਉਂਦਾ ਹੈ ਕਿ ਉੱਥੇ ਹੁਣ ਦੂਜੀ ਕੰਪਨੀ ਵੀ ਆ ਸਕਦੀ ਆ, ताकि कंपटीशन हो। नहीं कि टाटा पावर एक एरिया चला के बैठी और जो मर्जी करी जाए। अगर दूसरी कंपनी आएगी, कंपटीशन होएगा, ग्राहक ਨੂੰ ਨਹੀਂ ਪਸੰਦ ਹੋਏਗੀ ਟਾਟਾ ਪਾਵਰ ਦੀ ਅੱਛਾ, ਮੈਂ ਸੌਖੇ ਸ਼ਬਦਾਂ 'ਚ ਸਮਝਾਂ ਕਿ ਜਿਵੇਂ ਮੈਂ ਮੋਬਾਈਲ ਦਾ ਮੋਬਾਈਲ ਦਾ ਜੇ ਕਨੈਕਸ਼ਨ ਲੈ ਰਿਹਾ, ਤੁਸੀਂ ਇਹ ਕਹਿ ਰਹੇ ਹੋ ਕਿ ਜੇ ਮੈਨੂੰ 에ਅਰਟੈਲ ਦਾ ਪਸੰਦ ਹੈ ਮੈਂ ਉਹ ਲਵਾਂ, ਜੇ ਮੈਨੂੰ ਜੀਓ ਪਸੰਦ ਹੈ ਮੈਂ ਉਹ ਲਵਾਂ। ਉਹਦੇ ਨਾਲ ਕੰਪੀਟੀਸ਼ਨ ਵਧੇਗਾ, ਪ੍ਰਾਈਸ ਘਟਣਗੇ, ਐਫੀਸ਼ੀਐਂਸੀ ਵਧੇਗੀ। ਪ੍ਰਾਈਵੇਟ ਘਰਾਣੇ ਤਾਂ ਆਲਰੇਡੀ ਹੈ, ਦਿੱਲੀ 'ਚ ਬੈਠੇ ਹੈ। ਠੀਕ ਹੈ, ਮੈਂ ਰਿਐਕਸ਼ਨ ਲੈਣਾ ਸਰ, ਛੋਟਾ ਮੈਂ ਬਾਕੀ ਮਹਿਮਾਨਾਂ ਨੂੰ ਵੀ ਐਡ ਕਰਨਾ। RPS ਜੀ ਛੋਟਾ ਜਿਹਾ ਰਿਐਕਸ਼ਨ ਰੱਖਿਓ ਸਰ ਪਲੀਜ਼। ਹਾਂ, ਇਹ ਕਹਿੰਦੇ ਪ੍ਰਾਈਸ ਘਟੇਗਾ। ਇੱਕ ਉਹ ਜੀਓ ਨਾਂ ਦੀ ਕੰਪਨੀ ਵੀ ਆਈ ਸੀ ਜਿਸਨੇ ਪਹਿਲਾਂ ਪ੍ਰਾਈਸ ਘਟਾਤੇ ਸੀ ਤੇ ਉਸ ਤੋਂ ਬਾਅਦ ਹੱਲੇ ਵੀ ਹਿੰਦੁਸਤਾਨ ਸਭ ਤੋਂ ਸਸਤਾ ਇੰਟਰਨੈਟ ਮਿਲ ਰਿਹਾ ਕੰਪੀਟੀਸ਼ਨ ਦੇ ਕਰਕੇ। ਹੱਲੇ ਵੀ ਹਿੰਦੁਸਤਾਨ ਦੁਨੀਆ ਸਭ ਤੋਂ ਸਸਤਾ ਇੰਟਰਨੈਟ ਦੇ ਰਿਹਾ। ਜਿਹੜੀ ਫੀਲਡ ਵਿੱਚ ਸਭ ਤੋਂ ਸਸਤਾ 4G ਐਂਟਰ, ਪਲੀਜ਼ ਲੈਟ ਮੀ ਸਪੀਕ ਨਾਓ। ਜਿਹੜੀ ਫੀਲਡ ਵਿੱਚ ਉਹ ਐਂਟਰ ਕਰਦੇ ਆ, ਪਹਿਲਾਂ ਉਹ ਰੇਟ ਘਟਾ ਦਿੰਦੇ ਨੇ ਔਰ ਉਸ ਤੋਂ ਬਾਅਦ ਰੇਟ ਪੂਰੀ ਤਰ੍ਹਾਂ ਚੱਕ ਦਿੰਦੇ ਹੈਗੇ ਆ। ਆਲਰੇਡੀ ਐਂਟਰਡ ਨੇ ਸਰ, ਕਹੀ ਤੇ ਕਹਿ ਰਿਹਾ ਹੁਣ ਮੋਨੋਪੋਲੀ ਹੈ। ਪਲੀਜ਼ ਆਲਰੇਡੀ ਐਂਟਰਡ ਨੇ, ਦਿੱਲੀ 'ਚ ਟਾਟਾ ਆਲਰੇਡੀ ਐਂਟਰਡ ਹੈ, ਅਨਿਲ ਅੰਬਾਨੀ ਆਲਰੇਡੀ ਵੇਚ ਰਿਹਾ ਹੈ। ਲੈਟ ਮੀ ਫਿਨਿਸ਼। ਜਿਹੜੀਆਂ ਤੁਸੀਂ ਪ੍ਰਾਈਵੇਟ ਕੰਪਨੀਆਂ ਦੀ ਗੱਲ ਕਰ ਰਹੇ ਹੋ ਸਰ, ਉਹ ਬਹੁਤ ਮਾਮੂਲੀ ਨੇ, ਬਹੁਤ ਥੋੜੀ ਪੂਰੀ ਦਿੱਲੀ ਦੀ ਡਿਸਟ੍ਰੀਬਿਊਸ਼ਨ ਦੋ ਹੀ ਕੰਪਨੀਆਂ ਕੋਲੇ ਹੈ, ਤੁਹਾਨੂੰ ਪਤਾ ਹੀ ਨਹੀਂ ਫਿਰ। ਪੂਰੀ ਦਿੱਲੀ ਦੀ ਡਿਸਟ੍ਰੀਬਿਊਸ਼ਨ 2 ਪ੍ਰਾਈਵੇਟ ਕੰਪਨੀਆਂ ਕਰ ਰਹੀਆਂ। ਦਿੱਲੀ ਸਰਕਾਰ ਡਿਸਟ੍ਰੀਬਿਊਸ਼ਨ 'ਚ ਨਹੀਂ ਹੈ, ਦਿੱਲੀ ਸਰਕਾਰ ਦੀ ਕੰਪਨੀ ਡਿਸਟ੍ਰੀਬਿਊਸ਼ਨ ਨਹੀਂ ਕਰ ਰਹੀ। ਤੁਸੀਂ 2 ਕੰਪਨੀਆਂ ਨੂੰ ਦੇ ਕੇ ਰੱਖਣਾ ਚਾਹੁੰਦੇ ਹੋ, ਅਸੀਂ ਚਾਹੁੰਦੇ ਹਾਂ 5 ਹੋਰ ਆਣ, 10 ਹੋਰ ਆਣ, ਤਾਂ ਕਿ ਕੰਪੀਟੀਸ਼ਨ ਵਧੇ। ਤੁਸੀਂ ਮੋਨੋਪੋਲੀ ਬਣਾ ਕੇ ਰੱਖਣਾ ਚਾਹੁੰਦੇ ਹੋ, ਜਵਾਬ ਲੈ ਲਈਏ। ਕੰਪੀਟੀਸ਼ਨ ਬਣਾ ਕੇ ਰੱਖਣਾ ਚਾਹੁੰਦੇ ਹੋ। RPS ਜੀ ਤੁਸੀਂ ਮੋਨੋਪੋਲੀ ਬਣਾ ਕੇ ਰੱਖਣਾ ਨਹੀਂ। RPS ਜੀ ਸੁਣਨ ਨੂੰ ਤਾਂ ਠੀਕ ਲੱਗ ਰਿਹਾ ਨਾ ਕਿ ਜਦੋਂ ਮੈਨੂੰ ਜਿੱਥੋਂ ਸਸਤੀ ਮਿਲ ਰਹੀ ਹੋਏਗੀ ਬਿਜਲੀ ਮੈਂ ਉੱਥੋਂ ਲੈ ਲਵਾਂਗਾ।
ਇਹ ਸਮੇਂ ਨੂੰ ਠੀਕ ਲੱਗ ਰਿਹਾ ਹੈ। ਨੂੰ ਹਟਾ ਦਿਓ, ਤੁਸੀਂ ਦਿੱਲੀ ਦੀ ਸਟੇਟ ਕੰਪਨੀ ਬਣਾਓ ਫਿਰ, ਜੇ ਤੁਹਾਨੂੰ ਪ੍ਰਾਈਵੇਟ ਲੇਕਿਨ ਦੇਸ਼ ਵਿੱਚ ਤੁਸੀਂ 2 ਕੰਪਨੀਆਂ ਨੂੰ ਦੇ ਕੇ ਰੱਖਣਾ ਚਾਹੁੰਦੇ ਹੋ, ਅਸੀਂ 10 ਹੋਰ ਲੈ ਕੇ ਚਲੋ ਇੱਕ ਵਾਰੀ ਉਹਨਾਂ ਨੂੰ ਕੰਪਲੀਟ ਕਰ ਲੈਣ ਦਿਓ। ਆਰਪੀਐਸਸੀ ਕੰਪਲੀਟ ਕਰ ਲਓ ਤੁਸੀਂ। ਮੈਜੋਰਟੀ ਕੰਪਨੀਆਂ ਜਿਹੜੀਆਂ ਦੇਸ਼ ਦੇ ਵਿੱਚ ਮੈਜੋਰਟੀ ਕੰਪਨੀਆਂ ਜਿਹੜੀਆਂ ਉਹ ਸਰਕਾਰੀ ਹੈਗੀਆਂ, ਜਿਹੜੀਆਂ ਡਿਸਟ੍ਰੀਬਿਊਟ ਕਰ ਰਹੀਆਂ। ਦਿੱਲੀ ਦੀ ਗੱਲ ਕਰੋ, ਤੁਹਾਡੀ ਸਰਕਾਰ ਤੇ ਦਿੱਲੀ 'ਚ ਹੈ, ਤੁਸੀਂ ਬਾਕੀ ਗੱਲ ਕਿਉਂ ਕਰ ਰਹੇ ਹੋ? ਇੱਕ ਮਿੰਟ ਪਲੀਜ਼, ਆਪ ਫਿਲਹਾਲ ਤਾਂ ਦਿੱਲੀ 'ਚ ਕੀ ਕਰ ਰਹੇ ਹੋ? ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਤੁਹਾਡੀ ਆਵਾਜ਼ ਨਹੀਂ ਤੁਸੀਂ ਤੇ ਲੈ ਕੇ ਆਏ ਹੈਗੇ। ਆਰਪੀਐਸਸੀ ਕਲੀਅਰ ਨਹੀਂ ਆ ਰਹੀ ਆਵਾਜ਼, ਤੁਹਾਨੂੰ ਥੋੜਾ ਜਿਹਾ ਸਲੋ ਬੋਲਣਾ ਹੋਏਗਾ ਤਾਂ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ। ਇਹਨਾਂ ਨੂੰ ਚੁੱਪ ਕਰਾਓ ਨਾ, ਪੜ੍ਹੇ ਲਿਖੇ ਬੰਦੇ ਇਸ ਤਰ੍ਹਾਂ ਡਿਬੇਟ ਕਰਨ। ਠੀਕ ਹੈ, ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ ਸਰ। ਹਾਂ, ਜਿਹੜੇ ਖਤਰਨਾਕ ਕਲੌਜ਼ਸ ਇਹ ਲੈ ਕੇ ਆਏ ਹੈਗੇ ਆ, ਇੱਕ ਤਾਂ ਇਹ ਫੈਸਿਲਿਟੇਟ ਕਰ ਰਹੇ ਆ ਪ੍ਰਾਈਵੇਟ ਪਲੇਅਰਸ ਦੀ ਐਂਟਰੀ ਨੂੰ, ਦੂਸਰਾ ਜਿਹੜਾ ਆਟੋਮੈਟਿਕ ਗ੍ਰਾਂਟ ਆਫ ਲਾਇਸੈਂਸ। ਕਿੰਨਾ ਖਤਰਨਾਕ ਇਹ ਕਲੌਜ਼ ਹੈਗਾ। ਆਟੋਮੈਟਿਕ ਗ੍ਰਾਂਟ ਹੋ ਜਾਏਗਾ ਜੀ, ਜੇ ਥੋੜਾ ਜਿਹਾ ਵੀ ਲੇਟ ਹੋ ਗਿਆ ਨਾ ਤਾਂ ਸਰਕਾਰ ਤੋਂ ਪੁੱਛਣਾ ਨਹੀਂ, ਆਟੋਮੈਟਿਕ ਗ੍ਰਾਂਟ ਹੋ ਜਾਏਗਾ। ਫਿਰ ਜਿਹੜਾ ਮਿਨੀਮਮ ਟੈਰਿਫ ਜਿਹੜਾ ਉਹ ਫਿਕਸ ਹੋ ਜਾਏਗਾ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਮੁਫਤ ਬਿਜਲੀ ਦੇ ਰਹੀ ਹੈ ਲੋਕਾਂ ਨੂੰ, ਕਿਸਾਨਾਂ ਨੂੰ, ਉਸ ਤੇ ਉਹ ਨਹੀਂ ਦੇ ਸਕਣਗੇ। ਕਿਸਾਨਾਂ ਦਾ ਤੇ ਆਮ ਲੋਕਾਂ ਦਾ ਨੁਕਸਾਨ ਹੋਏਗਾ। ਸਬਸਿਡੀ ਦੇ ਰਹੇ ਹੋ ਤੁਸੀਂ, ਟੈਰਿਫ ਨਹੀਂ ਘਟਾ ਰਹੇ। ਯੂ ਆਰ ਗਿਵਿੰਗ ਸਬਸਿਡੀ, ਡੋਂਟ ਮਿਸਗਾਈਡ ਦ ਪੀਪਲ। ਯੂ ਆਰ ਨॉट ਰਿਡਿਊਸਿੰਗ ਦ ਟੈਰਿਫ, ਯੂ ਆਰ ਗਿਵਿੰਗ ਸਬਸਿਡੀ ਓਨਲੀ। ਟੈਰਿਫ ਉਨਾ ਹੀ ਹੈ, ਪੈਸੇ ਸਰਕਾਰ ਦੇ ਰਹੀ ਹੈ, ਮੇਰੇ ਟੈਕਸ ਪੇਅਰ ਦੇ ਪੈਸੇ ਤੋਂ ਕੰਪਨੀਆਂ ਨੂੰ ਦੇ ਰਹੇ ਹੋ। ਕੰਪਨੀਆਂ ਦਾ ਰੇਟ ਨਹੀਂ ਘਟਾ ਰਹੇ, ਕੰਪਨੀਆਂ ਨੂੰ ਉਨੇ ਹੀ ਪੈਸੇ ਦੇ ਰਹੇ ਹੋ ਤੁਸੀਂ। ਫਿਕਸ ਕਰਨਾ ਚਾਹੁੰਦੇ ਹੋ, ਟੈਕਸ ਪੇਅਰ ਦਾ ਪੈਸਾ ਕੰਪਨੀਆਂ ਨੂੰ ਉਨਾ ਹੀ ਠੀਕ ਦੇ ਹੈ, ਰਹੇ ਹੋ। ਚਲੋ ਮੈਂ ਇੱਕ ਪੁਆਇੰਟ ਦੇ ਠੀਕ ਹੈ ਆਰਪੀਐਸਸੀ ਥੋੜਾ ਜਿਹਾ ਹੋਲਡ ਕਰਿਓ। ਆਰਪੀਐਸਸੀ ਔਰ ਸ਼ਰਮਾ ਜੀ ਤੁਸੀਂ ਥੋੜਾ ਜਿਹਾ ਹੋਲਡ, ਮੈਂ ਸਰ ਤੁਹਾਡੇ ਕੋਲ ਆਣਾ ਸਰ ਇੱਕ ਮਿੰਟ ਦੀ ਗੱਲ ਕਰ ਰਹੇ ਹੋ ਜੀ। ਆਰਪੀਐਸਸੀ ਮੈਨੂੰ ਥੋੜਾ ਜਿਹਾ ਟਾਈਮ ਦਿਓ, ਇੱਕ ਵਾਰੀ ਮੈਂ ਸਾਰੇ ਮਹਿਮਾਨਾਂ ਨੂੰ ਐਡ ਕਰ ਲਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਰਜਿੰਦਰ ਸਿੰਘ ਜੀ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ, ਤੁਹਾਡੀ ਤੁਹਾਡੀ ਆਵਾਜ਼ ਵੀ ਆ ਰਹੀ ਹੈ। ਤੁਸੀਂ ਆਪਣੀ ਗੱਲ ਰੱਖੋ। ਕਿਸਾਨਾਂ ਦਾ ਜ਼ਿਕਰ ਨਹੀਂ ਹੈ ਉਸ ਦੇ ਵਿੱਚ, ਡਾਇਰੈਕਟ ਬੀਜੇਪੀ ਦੇ ਆਗੂ ਇਹ ਗੱਲ ਬੋਲ ਰਹੇ ਹਨ, ਤਾਂ ਵਿਰੋਧ ਕਿਉਂ? ਦੇਖੋ ਪੰਕਜ ਜੀ, ਪਹਿਲੀ ਤਾਂ ਗੱਲ ਇਹ ਕਿ ਜਿਹੜਾ ਇਹ ਬਿਜਲੀ ਸੋਧ ਬਿੱਲ ਆ, ਇਹ ਸਮਵਰਤੀ ਸੂਚੀ ਦੇ ਵਿੱਚ ਬਿਜਲੀ ਵਾਲਾ ਸਬਜੈਕਟ ਆਉਂਦਾ, ਤੋਂ ਇਹ ਰਾਜਾਂ ਦਾ ਵੀ ਅਧਿਕਾਰ ਖੇਤਰ ਹੈਗਾ। ਇਸ ਕਰਕੇ ਪਰ ਰਾਜਾਂ ਦੇ ਅਧਿਕਾਰਾਂ ਤੇ ਲਗਾਤਾਰ ਭਾਜਪਾ ਡਾਕੇ ਮਾਰ ਰਹੀ ਹੈ। ਪਹਿਲਾਂ ਡੈਮ ਸੇਫਟੀ ਐਕਟ ਲੈ ਕੇ ਆਂਦਾ ਸੀ, ਬਿਜਲੀ ਆਪਣੇ ਖੇਤੀ ਕਾਨੂੰਨ ਲੈ ਕੇ ਆਂਦੇ, ਤੇ ਹੁਣ ਇਹ ਬਿਜਲੀ ਸੋਧ ਬਿੱਲ ਲੈ ਕੇ ਆਏ ਆ, ਜਿੰਦੀ ਕੋਸ਼ਿਸ਼ 2020 ਤੋਂ ਕਰ ਰਹੇ ਹੈਗੇ ਆ। ਤੋਂ ਇਸ ਕਰਕੇ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਕਿ ਸਮਵਰਤੀ ਸੂਚੀ ਨੂੰ ਵੀ ਉਹਨੂੰ ਵੀ ਯੂਨੀਅਨ ਲਿਸਟ ਕਹਿਣਾ ਸ਼ੁਰੂ ਕਰ ਦੇ, ਕਿਉਂਕਿ ਜਦੋਂ ਸੂਬਿਆਂ ਦੇ ਅਧਿਕਾਰਾਂ ਨੂੰ ਕ੍ਰਾਸ਼ੀ ਕਰਨਾ ਹੈਗਾ ਤੇ ਫਿਰ ਉਹਨੂੰ ਸਮਵਰਤੀ ਸੂਚੀ ਕਿਉਂ ਕਿਹਾ ਜਾ ਰਿਹਾ? ਉਹਨੂੰ ਯੂਨੀਅਨ ਲਿਸਟ ਹੀ ਕਹਿ ਦੇਣਾ ਚਾਹੀਦਾ, ਤੇ ਇਹ ਟੈਂਟਾ ਹੀ ਮੁਕਾ ਦੇਣਾ ਚਾਹੀਦਾ, ਤੇ ਕਹਿ ਦੇਣਾ ਚਾਹੀਦਾ ਕਿ ਅਸੀਂ ਜਿਹੜਾ ਹੈਗਾ ਤਾਕਤਾਂ ਦਾ ਕੇਂਦਰੀਕਰਨ ਜਿਹੜਾ ਕਰ ਰਹੇ ਹਾਂ। ਦੂਸਰੇ ਨੰਬਰ ਤੇ ਕਿ ਜਦੋਂ ਖੇਤੀ ਅੰਦੋਲਨ ਵਾਲਾ ਮੋਰਚਾ ਜੇਤੂ ਹੋਇਆ, ਦਿੱਲੀੋਂ ਵਾਪਸ ਆਏ ਆ, ਕੇਂਦਰੀ ਖੇਤੀਬਾੜੀ ਸੈਕਟਰੀ ਸੰਜੇ ਅਗਰਵਾਲ ਨੇ ਜਿਹੜਾ ਸਾਨੂੰ ਲਿਖਤੀ ਪੱਤਰ ਦਿੱਤਾ, ਉਹਦੇ 'ਚ ਇਹ ਕਿਹਾ ਗਿਆ ਕਿ ਬਿਜਲੀ ਸੋਧ ਬਿੱਲ ਜੇ ਲੈ ਕੇ ਆਵਾਂਗੇ, ਜਿੰਨੇ ਸਟੇਕ ਹੋਲਡਰਸ ਨੇ, ਜਿੰਦੇ 'ਚ ਸੰਯੁਕਤ ਕਿਸਾਨ ਮੋਰਚਾ ਵੀ ਆ, ਉਹਨਾਂ ਦੇ ਜਿਹੜੇ ਸ਼ੰਕੇ ਦੂਰ ਕਰਕੇ ਲਿਆਂਦਾ ਜਾਊਗਾ। ਪਰ ਸਾਡੇ ਨਾਲ ਕੋਈ ਗੱਲਬਾਤ ਜਿਹੜੀ ਨਹੀਂ ਕੀਤੀ ਕਿ ਇਹਨੂੰ ਉਸੇ ਤਰ੍ਹਾਂ ਜਿਹੜਾ ਇੰਟਰੋਡਿਊਸ ਹੈਗਾ ਉਹ ਕਰ ਦਿੱਤਾ ਗਿਆ। ਜਿਹੜੀ ਬਹਿਸ ਇਹ ਕਰ ਰਹੇ ਆ ਕਿ ਡਿਸਟ੍ਰੀਬਿਊਸ਼ਨ ਸੈਕਟਰ ਦੇ ਵਿੱਚ ਹੁਣ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਇਸ ਤੋਂ ਪਹਿਲਾਂ ਕਿਉਂਕਿ ਜਦੋਂ 1948 ਚ ਬਿਜਲੀ ਸੈਕਟਰ ਹੋਣ ਚ ਆਇਆ ਤਾਂ ਇਹਦਾ ਮਤਲਬ ਸੀ ਕਿ ਲੋਕਾਂ ਦੀ ਭਲਾਈ ਕਰਨੀ ਹੈ, ਲੋਕਾਂ ਨੂੰ ਜਿਹੜੀਆਂ ਬੁਨਿਆਦੀ ਸਹੂਲਤਾਂ ਦੀ ਜ਼ਿੰਦਗੀ ਦੇਣੀ ਆ, ਬਿਜਲੀ ਦੇਣੀ ਆ। 2003 ਚ ਪਹਿਲੀ ਵਾਰੀ ਜਦੋਂ ਬਿਜਲੀ ਸੋਧ ਬਿੱਲ ਆਇਆ, ਪ੍ਰਾਈਵੇਟ ਸੈਕਟਰ ਚ ਐਂਟਰ ਕਰ ਗਿਆ, ਉਹ ਜਨਰੇਸ਼ਨ ਤੱਕ ਰਹਿ ਗਿਆ। ਹੁਣ ਉਹ ਡਿਸਟ੍ਰੀਬਿਊਸ਼ਨ ਦਾ ਮੁਕੰਮਲ ਜਿਹੜਾ ਹੈਗਾ ਡਿਸਟ੍ਰੀਬਿਊਸ਼ਨ ਦਾ ਕੰਮ ਵੀ ਪ੍ਰਾਈਵੇਟ ਕੰਪਨੀਆਂ ਸਾਂਭਣਗੀਆਂ। ਮੈਂ ਸਵਾਲ ਕਰਨਾ ਚਾਹਣਾ ਕਿ ਜੇ ਕਿਸਾਨਾਂ ਨੂੰ ਖੇਤਾਂ 'ਚ ਬਿਜਲੀ ਮਿਲਦੀ ਆ, ਹਨੇਰੀ ਦੇ ਨਾਲ ਖੰਭੇ ਟੁੱਟ ਜਾਂਦੇ ਆ, ਟਰਾਂਸਫਾਰਮਰ ਟੁੱਟ ਜਾਂਦੇ ਆ, ਸੜ ਜਾਂਦੇ ਆ, ਲੱਖਾਂ ਰੁਪਏ ਦਾ ਨੁਕਸਾਨ ਹੁੰਦਾ, ਕੀ ਡਿਸਟ੍ਰੀਬਿਊਸ਼ਨ ਕੰਪਨੀਆਂ ਪਹਿਲਾਂ, ਕਿਉਂਕਿ ਜਦੋਂ ਪ੍ਰਾਈਵੇਟ ਸੈਕਟਰ ਹੋ ਗਿਆ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਰਹਿ ਗਈ, ਕੀ ਕਿਸਾਨਾਂ ਤੋਂ ਪਹਿਲਾਂ ਲੱਖਾਂ ਰੁਪਏ ਭਰਾਉਣਗੇ ਵੀ ਟਰਾਂਸਫਾਰਮਰ ਤੇ ਖੰਭੇ ਬਿਜਲੀ ਚਾਲੂ ਤਾਂ ਕਰਕੇ ਦੇਵਾਂਗੇ? ਤੇ ਜੇ ਕਿਸਾਨ ਨਹੀਂ ਭਰ ਸਕੂਗਾ, ਇਹਦਾ ਮਤਲਬ ਆ ਕਿ ਬਿਜਲੀ ਉਹਦੇ ਕੋਲ ਨਹੀਂ ਜਾਏਗੀ, ਕਿਉਂਕਿ ਸਰਕਾਰ ਤਾਂ ਮੁਕੰਮਲ ਰੂਪ 'ਚ ਤੋਂ ਬਾਹਰ ਹੋ ਰਹੀ ਆ। ਔਰ ਇਹਦੇ 'ਚ ਸਬਸਿਡੀ ਤੇ ਕ੍ਰਾਸ ਸਬਸਿਡੀ ਜਿਹੜੀ ਖਤਮ ਕਰਨ ਜਾ ਰਹੇ ਆ ਕਿ ਜਿਹੜੇ ਕਮਰਸ਼ੀਅਲ ਯੂਜ਼ ਵਾਸਤੇ ਬਿਜਲੀ ਵਰਤਦੇ ਆ, ਉਹਨਾਂ ਨੂੰ ਬਿਜਲੀ ਥੋੜੀ ਮਹਿੰਗੀ ਦਿੱਤੀ ਜਾਂਦੀ ਆ, ਤਾਂ ਕਿ ਜਿਹੜੇ ਘਰੇਲੂ ਲੋੜਾਂ ਲਈ ਬਿਜਲੀ ਵਰਤਦੇ ਆ, ਸਮਾਜ ਦੇ ਹੇਠਲੇ ਤਬਕੇ, ਉਹ ਪੈਸਾ ਉਧਰੋਂ ਲੈ ਕੇ ਉਹਨਾਂ ਨੂੰ ਸਸਤੀ ਬਿਜਲੀ ਜਿਹੜੀ ਆ ਦਿੱਤੀ ਜਾ ਸਕੇ। ਪਰ ਇਹ ਕ੍ਰਾਸ ਸਬਸਿਡੀ ਖਤਮ ਕਰਨ ਦਾ ਮਤਲਬ ਆ ਕਿ ਹੇਠਲੇ ਸੈਕਸ਼ਨ ਨੂੰ ਬਿਜਲੀ ਮਹਿੰਗੀ ਦੇਣੀ ਆ ਤੇ ਕਾਰਪੋਰੇਟ ਨੂੰ ਬਿਜਲੀ ਸਸਤੀ ਦੇਣੀ ਹੈਗੀ ਆ। ਤਾਂ ਕਿਸੇ ਵੀ ਤਰੀਕੇ ਨਾਲ ਬਿੱਲ ਲੋਕ ਪੱਖੀ ਚਲੋ ਮੈਂ ਜਵਾਬ ਲੈ ਲਵਾਂ ਇਸ ਦੇ ਉੱਤੇ, ਮੈਂ ਜਵਾਬ ਲੈਣਾ ਇੱਕ ਵਾਰੀ, ਇੱਕ ਸੈਕਿੰਡ, ਮੈਂ ਜਵਾਬ ਲੈਣਾ। ਰਜਿੰਦਰ ਜੀ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇੱਕ ਵਾਰੀ ਪਹਿਲਾਂ ਗੁਰਸੇਵਕ ਸਿੰਘ ਦਾ ਰੁਖ ਕਰ ਲਵਾਂ, ਸਾਡੇ ਨਾਲ ਬਿਜਲੀ ਯੂਨੀਅਨ ਦੇ ਲੀਡਰ ਜੁੜੇ ਹੋਏ ਨੇ। ਗੁਰਸੇਵਕ ਜੀ, ਤੁਸੀਂ ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਮਲੇ ਨੂੰ?
ਕਿਉਂਕਿ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਬਿਜਲੀ ਬੋਰਡ ਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੀਆਂ ਵਿਰੋਧ ਕਰ ਰਹੀਆਂ ਨੇ। ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਜੇਕਰ ਤੁਸੀਂ ਵਿਰੋਧ ਕਰ ਰਹੇ ਹੋ ਤਾਂ ਕਿਉਂ? ਕਿਉਂਕਿ ਆਲਰੇਡੀ ਬਹੁਤ ਸਾਰੀਆਂ ਸਟੇਟਸ ਹਨ ਜਿੱਥੇ ਜਿਹੜੇ ਪ੍ਰਾਈਵੇਟ ਪਲੇਅਰਸ ਆਲਰੇਡੀ ਐਂਟਰ ਕਰ ਚੁੱਕੇ ਨੇ। ਤੁਸੀਂ ਵਿਰੋਧ ਇਸ ਦਾ ਕਿਉਂ ਕਰ ਰਹੇ ਹੋ ਜੇ ਕਰ ਰਹੇ ਹੋ? ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਦੇਖੋ, ਬਿਜਲੀ ਬਿੱਲ ਅਮੈਂਡਮੈਂਟ ਬਿੱਲ ਜਿਹੜਾ ਇਹ ਲਿਆ ਰਹੇ ਨੇ ਭਾਜਪਾ ਵਾਲੇ ਸਾਥੀ ਜੀ, ਮੈਂ ਉਹਦੇ ਤੇ ਆਪਣਾ ਵਿਚਾਰ ਦੇਣ ਤੋਂ ਪਹਿਲਾਂ ਸਾਡੇ ਭਾਜਪਾ ਦੇ ਨੇਤਾ ਜੋ ਸਾਡੇ ਨਾਲ ਡਿਬੇਟ ਤੇ ਬੈਠੇ ਨੇ ਇਹਨਾਂ ਦਾ ਭੁਲੇਖਾ ਦੂਰ ਕਰ ਦੇਵਾਂ ਕਿ ਇਹਨਾਂ ਨੇ ਸਪੈਸ਼ਲ ਨਾਮ ਲਿਆ ਪੰਜਾਬ ਦਾ ਕਿ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਦਾ ਕਿੰਨਾ ਮਾੜਾ ਹਾਲ ਹੈ। ਮੈਨੂੰ ਇਹ ਨਹੀਂ ਪਤਾ ਵੀ ਸਾਥੀ ਇਹ ਪੰਜਾਬ 'ਚ ਰਹਿੰਦੇ ਆ ਕਿ ਜਾਂ ਬਾਹਰ ਰਹਿੰਦੇ ਆ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਵਾਰ ਕਿਸੇ ਵੀ ਕਿਸਾਨ ਜਥੇਬੰਦੀ ਨੇ ਔਰ ਕਿਸੇ ਵੀ ਇੰਡਸਟਰੀਅਲਿਸਟ ਨੇ ਕਦੇ ਵੀ ਮਤਲਬ ਬਿਜਲੀ ਨੂੰ ਲੈ ਕੇ ਕੋਈ ਮੁਜ਼ਾਹਰਾ ਨਹੀਂ ਕੀਤਾ ਕਿਤੇ ਵੀ ਪੰਜਾਬ ਦੇ ਵਿੱਚ, ਕਿਤੇ ਵੀ ਮੁਜ਼ਾਹਰਾ ਨਹੀਂ ਹੋਇਆ। ਔਰ ਕਿੱਥੇ ਹਾਹਾਕਾਰ ਹੋਈ ਹੈ ਤੁਹਾਨੂੰ ਸੁਣਦੇ ਨਹੀਂ, ਸਾਨੂੰ ਤਾਂ ਨਹੀਂ। ਅਰੇ ਪੂਰੀ ਹਾਹਾਕਾਰ ਤੁਹਾਡੇ ਕੰਨਾਂ 'ਚ ਵਾਈ ਲੋਕਾਂ ਦੇ ਦੇਖੋ ਹਾਲ ਕੀ ਸੀ। ਤੁਸੀਂ ਤੁਸੀਂ ਕਹਿੰਦੇ ਬਿਜਲੀ ਦੀ ਸਪਲਾਈ ਠੀਕ ਹੋਈ ਹੈ, ਜਿਹੜਾ ਪੰਜਾਬ ਦੇ ਲੋਕਾਂ ਨੂੰ ਬਾਹਰ ਨਿਕਲ ਕੇ ਪੁੱਛੋ ਨਾ ਚੌਂਕ 'ਚ 12 ਘੰਟੇ 18 ਘੰਟੇ ਬਿਜਲੀ ਨਹੀਂ ਆਈ। ਇੰਡਸਟਰੀ ਦਾ ਲੋਡ ਸ਼ੋਡ ਹੈ, ਇੰਡਸਟਰੀਅਲ ਐਸੋਸੀਏਸ਼ਨ ਨੂੰ ਜਾ ਕੇ ਪੁੱਛੋ। ਪਹਿਲਾਂ ਬੋਲਣ ਦਾ ਮਤਲਬ ਰੱਖੋ। ਤੁਸੀਂ ਸਪੈਸ਼ਲ ਪੰਜਾਬ ਦਾ ਨਾਮ ਲਿਆ ਇਸ ਕਰਕੇ ਤੁਸੀਂ ਕਹਿੰਦੇ ਨਾ ਵੀ ਹਾਂ, ਤੁਸੀਂ ਕਹਿੰਦੇ ਬਹੁਤ ਵਧੀਆ ਚੱਲਦਾ, ਜਰਾ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਬਾਹਰ। ਤੁਸੀਂ ਦੱਸੋ ਕਿੱਥੇ ਮੁਜ਼ਾਹਰਾ ਹੋਇਆ, ਕਿੱਥੇ ਕਿਸਾਨਾਂ ਅਰੇ ਮੁਜ਼ਾਹਰੇ ਲਾਈਨ ਲੱਗੀ ਨਹੀਂ, ਮੁਜ਼ਾਹਰਿਆਂ ਦੀ ਲਾਈਨ ਇਸੇ ਚੈਨਲ ਤੇ ਕੱਢ ਕੇ ਦੇਖ ਲਓ ਬਿਜਲੀ ਦੀ ਹਾਹਾਕਾਰ ਤੇ ਕਿੰਨੇ ਪ੍ਰੋਗਰਾਮ ਹੋਏ ਆ ਜੂਨ ਜੁਲਾਈ ਮਈ ਚ। ਚਲੋ ਮੈਂ ਉਸ ਦੇ ਉੱਪਰ ਨਾ ਜਾਵਾਂ, ਟੌਪਿਕ ਦੇ ਉੱਤੇ ਰਹੀਏ ਔਰ ਲੰਘ ਗਿਆ ਸਰ ਸਮਾਂ ਨਾ। ਨਹੀਂ ਗੁਰਸੇਵਕ ਜੀ, ਪੁਆਇੰਟ ਦੇ ਉੱਤੇ ਆਈਏ, ਪੁਆਇੰਟ ਦੇ ਉੱਤੇ ਆਈਏ ਪਲੀਜ਼। ਮੈਂ ਪੁਆਇੰਟ ਤੇ ਗੱਲ ਕਰ ਰਿਹਾ, ਜੀ। ਸੋ ਜਿਹੜਾ ਇਹ ਬਿਜਲੀ ਅਮੈਂਡਮੈਂਟ ਬਿੱਲ ਲਿਆ ਰਹੇ ਹੈਗੇ ਆ, ਇਹ ਟੋਟਲੀ ਮਾੜਾ ਇਸ ਕਰਕੇ ਹੈ। ਇੱਕ ਤਾਂ ਇਹ ਪ੍ਰਾਈਵੇਟੇਸ਼ਨ ਨੂੰ ਬੜਾਵਾ ਦਿੰਦਾ ਜੀ, ਔਰ ਜਿਹੜੀਆਂ ਵੀ ਪ੍ਰਾਈਵੇਟ ਕੰਪਨੀਆਂ ਜਦੋਂ ਇਸ ਖੇਤਰ ਦੇ ਵਿੱਚ ਆਉਣਗੀਆਂ ਡਿਸਟ੍ਰੀਬਿਊਸ਼ਨ ਦੇ ਵਿੱਚ, ਤਾਂ ਉਹਨਾਂ ਨੇ ਮੋਟਾ ਮੁਨਾਫਾ ਕਮਾਉਣ ਵਾਸਤੇ ਇਸ ਖੇਤਰ ਦੇ ਵਿੱਚ ਆ ਰਹੀਆਂ। ਇਹ ਕੋਈ ਮੱਤ ਭੁੱਲੇ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈ ਤੇ ਉਹ ਲੋਕ ਹਿੱਤਾਂ ਦੇ ਵਾਸਤੇ ਕੰਮ ਕਰਨਗੀਆਂ। ਜਿਹੜਾ ਸਾਡਾ ਬਿਜਲੀ ਐਕਟ 1948 ਸੀਗਾ, ਉਹਦੇ ਮੁਤਾਬਕ ਜਿਹੜੀਆਂ ਸਾਡੀ ਬਿਜਲੀ ਬੋਰਡ ਸੀ, ਹੁਣ ਪਾਵਰਕਾਮ ਬਣ ਗਿਆ। ਅਸੀਂ 3% ਮੁਨਾਫਾ ਕਮਾ ਕੇ ਤੇ ਲੋਕਾਂ ਨੂੰ ਜਿਹੜੀ ਹੈ ਸਸਤੀ ਤੇ ਟਿਕਾਊ ਬਿਜਲੀ ਜਿਹੜੀ ਹੈ ਉਹ ਦੇਣ ਦਾ ਸਾਡਾ ਤਹਈਆ ਸੀਗਾ। ਤੁਸੀਂ ਇਹ ਵੇਖੋ ਕਿ ਜਦੋਂ ਦਾ ਬਿਜਲੀ ਐਕਟ 2003 ਆਇਆ, ਆਮ ਲੋਕਾਂ ਨੂੰ ਉਹਦਾ ਕਿੰਨਾ ਕੁ ਫਾਇਦਾ ਹੋਇਆ। ਦੂਸਰਾ ਗੁਰਸੇਵਕ ਜੀ, ਮੈਂ ਮੌਜੂਦਾ ਸੋਧ ਬਿੱਲ ਦੇ ਉੱਤੇ ਪੁਆਇੰਟ ਕਰਾਂ। ਸੋਧ ਬਿੱਲ ਦੇ ਉੱਤੇ ਪੁਆਇੰਟ ਹੈ, ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਨੁਕਸਾਨ ਹੋਏਗਾ? ਆਮ ਲੋਕਾਂ ਦਾ ਕੀ ਨੁਕਸਾਨ ਹੋਏਗਾ? ਬਿਜਲੀ ਮੁਲਾਜ਼ਮਾਂ ਦਾ ਕੀ ਨੁਕਸਾਨ ਹੋਏਗਾ? ਬਿਲਕੁਲ ਇਹਦਾ ਜਿਹੜਾ ਨੁਕਸਾਨ ਹੋਊਗਾ, ਜਿਹੜਾ ਬਿਜਲੀ ਮੁਲਾਜ਼ਮਾਂ ਨੂੰ ਨੁਕਸਾਨ ਹੋਊਗਾ ਉਹਦਾ ਇੱਕ ਵੱਖਰਾ, ਇਹਦਾ ਆਮ ਜਿਹੜੇ ਕੰਜ਼ਿਊਮਰ ਆ ਉਹਨਾਂ ਨੂੰ ਵੀ ਨੁਕਸਾਨ ਹੋਊਗਾ, ਔਰ ਇਹਦਾ ਸਟੇਟ ਨੂੰ ਨੁਕਸਾਨ ਹੋਊਗਾ। ਕਿਉਂਕਿ ਜਿਹੜੀਆਂ ਇਹ ਪ੍ਰਾਈਵੇਟ ਬਿਜਲੀ ਕੰਪਨੀਆਂ ਹੈਗੀਆਂ, ਜਦੋਂ ਇਹ ਵੰਡ ਖੇਤਰ ਦੇ ਵਿੱਚ ਉਤਰਨਗੀਆਂ ਤਾਂ ਇਹ ਮੁਨਾਫੇ ਵਾਲੇ ਖੇਤਰ ਦੇ ਉੱਤੇ ਕਾਬਜ ਹੋਣਗੀਆਂ। ਜਿੱਥੋਂ ਇਹਨਾਂ ਨੂੰ ਇਹ ਲੱਗੂਗਾ ਕਿ ਇੱਥੇ ਰੈਵਨਿਊ ਘੱਟ ਆਊਗਾ, ਉੱਥੇ ਬਿਲਕੁਲ ਉਧਰਲੇ ਪਾਸੇ ਨੇ ਰੁੱਖ ਨਹੀਂ ਕਰਨਗੀਆਂ। ਉਹ ਜਿਹੜਾ ਸਰਕਾਰ ਦੇ ਗਾਲੇ ਘਾਟੇ ਵਾਲਾ। ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ। ਸੁਭਾਸ਼ ਜੀ, ਦੇਖੋ ਲੋਕਾਂ ਦਾ ਵੀ ਇੱਕ ਸਵਾਲ ਹੋਏਗਾ ਕਿ ਹਰ ਸਮੱਸਿਆ ਦਾ ਇੱਕੋ ਹੱਲ ਹੈ ਕਿ ਪ੍ਰਾਈਵੇਟਾਈਜੇਸ਼ਨ ਕਰ ਦੋ, ਨਿੱਜੀਕਰਨ ਕਰ ਦੋ, ਅਸੀਂ ਤਾਂ ਹੀ ਸੰਭਾਲ ਸਕਦੇ ਹਾਂ ਕਿ ਉੱਥੇ 2 4 5 10 ਪਲੇਅਰ ਆ ਜਾਣ ਤਾਂ ਹੀ ਬਚ ਸਕਦਾ ਪੂਰਾ ਸਿਸਟਮ। ਮੈਂ ਤਾਂ ਜਵਾਬ ਦਿੰਦਾ। ਪਹਿਲਾਂ ਰਜਿੰਦਰ ਜੀ ਦੀ ਗੱਲ ਦਾ ਮੈਂ ਜਵਾਬ ਦੇ ਦਿਆਂ। ਮੈਂ ਪਹਿਲਾਂ ਵੀ ਕਿਹਾ ਸੀ, ਇਹ ਕਹਿੰਦੇ ਬਿੱਲ ਹੈ, ਇਹ 2001 ਦਾ ਬਿੱਲ ਹੈ। 2001 ਦਾ ਬਿੱਲ ਹੈ, ਕਨਕਰੈਂਟ ਲਿਸਟ ਬਿੱਲ ਬਣਾਉਣ ਦਾ ਅਧਿਕਾਰ ਹੈ, ਇਸ ਕਰਕੇ ਬਿੱਲ ਆਇਆ। ਕੋਈ ਫੈਡਰਲ ਸਟਰਕਚਰ ਤੇ ਹਮਲਾ ਨਹੀਂ। ਦੂਜੀ ਜਿਹੜੀ ਇੰਪੋਰਟੈਂਟ ਗੱਲ ਹੈ ਨਾ ਪ੍ਰਾਈਵੇਟਾਈਜੇਸ਼ਨ ਦੀ, ਇਸ ਬਿੱਲ 'ਚ ਕਿਤੇ ਨਹੀਂ ਲਿਖਿਆ ਕਿ ਤੁਸੀਂ ਪ੍ਰਾਈਵੇਟਾਈਜ਼ ਹੀ ਕਰਨਾ ਹੈ ਡਿਸਟ੍ਰੀਬਿਊਸ਼ਨ ਨੂੰ। ਬਿੱਲ ਕੀ ਕਹਿੰਦਾ ਹੈ ਕਿ ਤੁਸੀਂ ਕੰਟੈਂਟ ਨੂੰ ਔਰ ਕੈਰੀਅਰ ਨੂੰ ਅਲੱਗ-ਅਲੱਗ ਕਰੋ। ਕੰਟੈਂਟ ਯਾਨੀ ਜਿਹੜੀ ਬਿਜਲੀ ਹੈ ਉਹਦੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਅਲੱਗ ਕਰੋ, ਔਰ ਡਿਸਟ੍ਰੀਬਿਊਸ਼ਨ ਔਰ ਟਰਾਂਸਮਿਸ਼ਨ ਨੂੰ ਅਲੱਗ ਕਰੋ। ਤੁਹਾਨੂੰ ਲੱਗਦਾ ਹੈ ਕਿ ਉਹਨੂੰ ਅਲੱਗ ਕਰਨ ਲਈ ਸਟੇਟ ਨੂੰ ਲੱਗਦਾ, ਮੰਨ ਲਓ ਪੰਜਾਬ ਨੂੰ ਲੱਗਦਾ ਕਿ ਨਹੀਂ ਅਸੀਂ ਤਾਂ ਸਟੇਟ ਦੀ ਨਵੀਂ ਕੰਪਨੀ ਬਣਾ ਕੇ ਡਿਸਟ੍ਰੀਬਿਊਸ਼ਨ ਕਰਾਂਗੇ, ਫਾਈਨ ਕਰੋ ਨਾ। ਕੌਣ ਕਹਿ ਰਿਹਾ ਪ੍ਰਾਈਵੇਟਾਈਜ਼ ਕਰਨੀ ਹੈ? ਬਿਲਕੁਲ ਨਹੀਂ। ਇਸ ਬਿੱਲ 'ਚ ਕਿਤੇ ਨਹੀਂ ਲਿਖਿਆ ਕਿ ਡਿਸਟ੍ਰੀਬਿਊਸ਼ਨ ਔਰ ਟਰਾਂਸਮਿਸ਼ਨ ਨੂੰ ਪ੍ਰਾਈਵੇਟਾਈਜ਼ ਕਰੋ। ਇਹਨਾਂ ਨੇ ਕਿਹਾ ਕੰਟੈਂਟ ਔਰ ਕੈਰੀਅਰ ਨੂੰ ਅਲੱਗ-ਅਲੱਗ ਕਰੋ। ਜਨਰੇਸ਼ਨ ਕਰਨ ਦਾ ਕੰਮ ਅਲੱਗ ਹੋਣਾ ਚਾਹੀਦਾ ਹੈ, ਡਿਸਟ੍ਰੀਬਿਊਸ਼ਨ ਦਾ ਕੰਮ ਅਲੱਗ ਹੋਣਾ ਚਾਹੀਦਾ ਹੈ। ਜਿਸ ਸਟੇਟ ਨੂੰ ਇਹ ਲੱਗਦਾ ਹੈ ਕਿ ਦੋਨੋਂ ਕੰਮ ਸਟੇਟ ਦੀਆਂ ਕੰਪਨੀਆਂ ਕਰ ਸਕਦੀਆਂ, ਇੱਕ ਨਵੀਂ ਸਟੇਟ ਕੰਪਨੀ ਬਣਾਵੇ ਔਰ ਸਟੇਟ ਕੰਪਨੀ ਡਿਸਟ੍ਰੀਬਿਊਸ਼ਨ ਕਰ ਲੇ। ਜੇ ਕੋਈ ਪ੍ਰਾਈਵੇਟ ਪਲੇਅਰ ਆ ਰਿਹਾ ਤਾਂ ਉਸ ਨੂੰ ਸਟੇਟ ਗਵਰਨਮੈਂਟ ਰੋਕ ਸਕੇਗੀ? ਬਿਲਕੁਲ ਰੋਕ ਸਕੇਗੀ। ਮੈਂ ਪੰਜਾਬ ਦਾ ਐਗਜ਼ਾਮਪਲ ਲੈਣਾ ਸਰ, ਇੱਥੇ ਪ੍ਰੋਡਕਸ਼ਨ ਕੌਣ ਕਰ ਰਿਹਾ? ਇੱਥੇ ਸਰਕਾਰੀ ਪ੍ਰੋਡਕਸ਼ਨ ਵੀ ਹੈ। ਇਟਸ ਅਪ ਟੂ ਸਟੇਟ ਗਵਰਨਮੈਂਟ। ਨਹੀਂ, ਇਟਸ ਅਪ ਟੂ ਸਟੇਟ ਗਵਰਨਮੈਂਟ। ਜੇ ਸਟੇਟ ਨੂੰ ਇਹ ਲੱਗਦਾ ਹੈ ਕਿ ਅਸੀਂ ਸਟੇਟ ਔਨਡ ਕੰਪਨੀ ਬਣਾ ਕੇ ਹੀ ਡਿਸਟ੍ਰੀਬਿਊਸ਼ਨ ਕਰਨੀ ਹੈ, ਉਹ ਕਰ ਸਕਦੇ ਹਨ ਨਾ, ਉਹ ਪ੍ਰਾਈਵੇਟ ਸੈਕਟਰ ਨਾ ਲੈ ਕੇ ਆਣ। ਲੇਕਿਨ ਅਗਰ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਅਲਾਉ ਕਰਤਾ, ਜਿਵੇਂ ਦਿੱਲੀ ਨੇ ਕੀਤਾ, ਤੇ ਫਿਰ ਤੁਸੀਂ ਇੱਕ ਨੂੰ ਨਹੀਂ ਅਲਾਉ ਕਰ ਸਕਦੇ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਸਿਰਫ ਟਾਟਾ ਹੀ ਕਰੇਗਾ, ਸਿਰਫ ਰਿਲਾਇੰਸ ਹੀ ਕਰੇਗਾ, ਅਨਿਲ ਅੰਬਾਨੀ ਕਰੇਗਾ। ਫਿਰ ਉਹ ਸਭ ਨੂੰ ਕਰਨਾ ਪੈਣਾ ਹੈ।
ਫਿਰ ਕੰਪੀਟੀਸ਼ਨ ਦੇਣਾ ਪੈਣਾ ਹੈ। ਅਗਰ ਤੁਸੀਂ ਸਟੇਟ ਓਨਡ ਕਰਨਾ ਚਾਹੁੰਦੇ ਹੋ ਕਰੋ ਨਾ, ਬਿਲਕੁਲ ਨਾ ਲੈ ਕੇ ਆਓ ਪ੍ਰਾਈਵੇਟਾਈਜ਼ ਸੈਕਟਰ। ਲੇਕਿਨ ਅਗਰ ਪ੍ਰਾਈਵੇਟਾਈਜ਼ ਸੈਕਟਰ ਤੁਸੀਂ ਲੈਂਦਾ ਹੈ ਤੇ ਫਿਰ ਉੱਥੇ ਬਾਕੀ ਪ੍ਰਾਈਵੇਟ ਪਲੇਅਰਸ ਨੂੰ ਵੀ ਆਉਣ ਦਿਓ, ਫਿਰ ਮੋਨੋਪੋਲੀ ਨਾ ਬਣਾਓ, ਕਿਉਂਕਿ ਮੋਨੋਪੋਲੀ ਬਣਨ ਦੇ ਨਾਲ ਜਦੋਂ ਇੱਕੋ ਹੀ ਕੰਪਨੀ ਪ੍ਰਾਈਵੇਟ ਕੋਈ ਕੰਮ ਕਰੇਗੀ ਤੇ ਉਹ ਜ਼ਿਆਦਾ ਪੈਸੇ ਵੀ ਲਏਗੀ, ਸਰਵਿਸਿਜ਼ ਵੀ ਘਟੀਆ ਦੇਗੀ। ਇਹਦਾ ਇਹ ਉਦੇਸ਼ ਹੈ। ਮੈਂ ਹੋਰ ਸੌਖਾ ਕਰ ਦੇਣਾ ਸਰ, ਮੈਂ ਪੰਜਾਬ ਦੀ ਐਗਜ਼ਾਮਪਲ ਲੈਣਾ। ਪੰਜਾਬ ਦੇ ਵਿੱਚ ਕੁਝ ਪਲਾਂਟ ਹੈਗੇ ਨੇ ਜਿਹੜੇ ਸਰਕਾਰੀ ਨੇ, ਜਿਵੇਂ ਰੋਪੜ ਦੇ ਵਿੱਚ ਹੈ, ਕੁਝ ਹੈਗੇ ਜਿਹੜੇ ਪ੍ਰਾਈਵੇਟ ਹੈ, ਜਿਵੇਂ ਰਾਜਪੁਰਾ ਦਾ, ਤਲਵੰਡੀ ਸਾਬੋ ਦਾ। ਪੰਜਾਬ ਦੀ ਡਿਸਟ੍ਰੀਬਿਊਸ਼ਨ ਸਾਰੀ ਹੱਲੇ ਪਾਵਰਕਾਮ ਕਰ ਰਿਹਾ, ਪੀਐਸਪੀਸੀਐਲ ਕਰ ਰਿਹਾ। ਮੈਂ ਉਹੀ ਕਹਿ ਰਿਹਾ ਨਾ, ਤਾਂ ਹੁਣ ਜੇ ਪੀਐਸਪੀਸੀਐਲ ਕਰ ਰਿਹਾ, ਇੱਕ ਬੋਰਡ ਬਣਾ ਕੇ ਕਰ ਰਿਹਾ ਹੈ, ਤਾਂ ਉੱਥੇ ਜੇ ਪ੍ਰਾਈਵੇਟ ਪਲੇਅਰ ਕੋਈ ਹੋਰ ਆ ਜਾਂਦਾ ਤਾਂ ਫਿਰ ਦਿੱਕਤ ਹੋਏਗੀ। ਨਹੀਂ, ਬਿੱਲ ਇਹ ਕਹਿੰਦਾ ਹੈ ਕਿ ਹੁਣ ਤੁਸੀਂ ਜਨਰੇਸ਼ਨ ਨੂੰ ਔਰ ਟਰਾਂਸਮਿਸ਼ਨ ਨੂੰ ਅਲੱਗ-ਅਲੱਗ ਕਰੋ। ਅਗਰ ਪੰਜਾਬ ਨੂੰ ਹੁਣ ਕੀ ਕਰਨਾ ਪਏਗਾ ਕਿ ਨਵੀਂ ਕੰਪਨੀ ਬਣਾ ਕੇ ਡਿਸਟ੍ਰੀਬਿਊਸ਼ਨ ਔਰ ਟਰਾਂਸਮਿਸ਼ਨ ਕਰਨੀ ਪਏਗੀ। ਪੰਜਾਬ ਚਾਹੇ ਤਾਂ ਸਟੇਟ ਓਨਡ ਕੰਪਨੀ ਬਣਾ ਸਕਦਾ ਕਿ ਠੀਕ ਹੈ ਵੀ ਅਸੀਂ ਪ੍ਰਾਈਵੇਟ ਸੈਕਟਰ ਨਹੀਂ ਲੈ ਕੇ ਆਣਾ, ਅਸੀਂ ਸਟੇਟ ਓਨਡ ਕੰਪਨੀ ਬਣਾ ਕੇ ਡਿਸਟ੍ਰੀਬਿਊਸ਼ਨ ਕਰਾਂਗੇ। ਠੀਕ, ਮੈਂ ਇਹੀ ਕਹਿ ਰਿਹਾ ਕਿ ਸਟੇਟ ਦੇ ਹੱਥ ਦੇ ਵਿੱਚ ਹੋਏਗਾ ਕਿ ਪ੍ਰਾਈਵੇਟ ਐਂਟਰ ਕਰਨ ਦੇਣੇ ਨੇ ਜਾਂ ਨਹੀਂ। ਬਿਲਕੁਲ ਸਟੇਟ ਦੇ ਹੱਥ 'ਚ ਹੋਏਗਾ, ਸਟੇਟ ਨੂੰ ਇੰਪਾਵਰ ਕੀਤਾ ਗਿਆ। ਔਰ ਇਸ ਪੂਰੇ ਬਿੱਲ 'ਚ ਜਿਹੜੀ ਗੱਲਾਂ ਕਰ ਰਹੇ ਨਾ, ਤੁਸੀਂ ਬਿੱਲ ਦੇ ਕਲੌਜ਼ ਪੜੋ, ਜ਼ਿਆਦਾਤਰ ਕਲੌਜ਼ ਦੇਖੋ ਲੋਕ ਜ਼ਿਆਦਾਤਰ ਕਲੌਜ਼ ਕੀ ਕਰ ਰਹੇ। ਤੁਹਾਡੇ ਪੈਨਲ ਦੇ ਨਾਲ ਅੱਜ ਮੌਜੂਦ ਨੇ ਨਾ ਸ਼ਰਮਾ ਜੀ, ਉਹ ਇਹ ਵੀ ਚੁੱਕ ਰਹੇ ਨੇ ਸਵਾਲ ਕਿ ਸਾਡੇ ਤੋਂ ਗੱਲ ਕਿਉਂ ਨਹੀਂ ਕੀਤੀ ਨਾ ਤੁਸੀਂ ਸਟੇਟ ਦੇ ਨਾਲ। ਸਟੇਕ ਹੋਲਡਰ ਹੈ ਸਟੇਟ, ਤਾਂ ਉਸ ਦੇ ਨਾਲ ਕਿਉਂ ਗੱਲ ਨਹੀਂ ਕੀਤੀ ਗਈ? ਸਟੇਟ ਨਾਲ ਗੱਲ ਮੈਂ ਕਹਿ ਤੇ ਰਿਹਾ, ਪਿਛਲੇ 7 ਸਾਲ ਤੋਂ ਕੰਸਲਟੇਸ਼ਨਸ ਹੋ ਰਹੀਆਂ, ਪਾਵਰ ਮਿਨਿਸਟਰੀ ਕੰਸਲਟੇਸ਼ਨ ਕਰ ਰਹੀ ਹੈ, ਸਟੈਂਡਿੰਗ ਕਮੇਟੀ ਕੋ ਜਾ ਰਿਹਾ ਹੈ, ਔਰ ਹੁਣ ਫਿਰ ਸਟੈਂਡਿੰਗ, ਮੈਂ ਕਹਿੰਦਾ ਚਲੋ ਤੁਹਾਨੂੰ ਇਤਰਾਜ਼ ਹੈ, ਸਰਕਾਰ ਨੇ ਅੱਛਾ डिसीजन ਕੀਤਾ, ਵਾਪਸ ਭੇਜਤਾ ਸਟੈਂਡਿੰਗ ਕਮੇਟੀ ਕੋ, ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕੋ ਚਲਾ ਗਿਆ, ਤੁਸੀਂ ਵਾਪਸ ਡਿਸਕਸ਼ਨ ਕਰ ਲਓ, ਕੋਈ ਦਿੱਕਤ ਨਹੀਂ ਸਾਨੂੰ। ਆਰਪੀਐਸਜੀ ਦਾ ਸਟੇਟਮੈਂਟ ਇੱਥੇ ਜ਼ਰੂਰੀ ਹੈ। ਆਰਪੀਐਸਜੀ ਸਟੇਟ ਦੇ ਹੱਥ ਦੇ ਵਿੱਚ ਹੋਏਗਾ ਕਿ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਪਲੇਅਰ ਨੂੰ ਐਂਟਰ ਕਰਨ ਦੇਣਾ ਹੈ ਜਾਂ ਨਹੀਂ, ਤਾਂ ਫਿਰ ਇਤਰਾਜ਼ ਕੀ ਹੈ? ਇਹ ਤਾਂ ਉਹੀ ਹੋ ਗਿਆ ਨਾ ਕਿ ਸਟੇਟ ਦੀਆਂ ਪਾਵਰਸ ਤਾਂ ਸਟੇਟ ਦੇ ਕੋਲ ਹੈਗੀਆਂ ਨੇ, ਨਾ ਆਉਣ ਦੋ ਕੋਈ ਵੀ ਪ੍ਰਾਈਵੇਟ ਪਲੇਅਰ। ਗੌਰਵ ਜੀ, ਜਦੋਂ ਖੇਤੀ ਕਾਨੂੰਨ ਆਏ ਸੀ ਉਸ ਟਾਈਮ ਵੀ ਇਹ ਕਹਿੰਦੇ ਸੀ ਕਿ ਖੇਤੀ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹੱਕ ਦੇ ਹੈਗੇ ਆ। ਇਹਨਾਂ ਨੇ ਗਲਾ ਫਾੜ ਕੇ ਇਹ ਗੱਲ ਕਹੀ ਸੀਗੀ, ਤੇ ਅਸਲ ਵਿੱਚ ਕੀ ਨਿਕਲਿਆ? ਸੋ ਇਹਨਾਂ ਦੀ ਜਿਹੜੀ ਭਾਸ਼ਾ ਇਸਤੇਮਾਲ ਕਰਦੇ ਆ ਉਹ ਬੜੀ ਚਲਾਕ ਭਾਸ਼ਾ ਇਸਤੇਮਾਲ ਕਰਦੇ ਆ, ਔਰ ਉਸਦੇ ਪਿੱਛੇ ਮਕਸਦ ਕੁਝ ਹੋਰ ਹੁੰਦਾ ਹੈ। ਸੋ ਇਸ ਕਰਕੇ ਸਾਰੇ ਪਾਸੇ ਅਸੀਂ ਸਿਰਫ ਆਮ ਆਦਮੀ ਪਾਰਟੀ ਥੋੜੀ ਵਿਰੋਧ ਕਰ ਰਹੀ ਹੈ, ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ, ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ, ਮੁਲਾਜ਼ਮ ਜਥੇਬੰਦੀਆਂ ਵਿਰੋਧ ਕਰ ਰਹੀਆਂ। ਸਾਰੇ ਪਾਗਲ ਤਾਂ ਨਹੀਂ, ਸਿਰਫ ਭਾਜਪਾ ਹੀ ਸਿਆਣੀ ਹੈਗੀ ਹੈ। ਉਹ ਪਾਰਟੀ ਵਿਰੋਧ ਕਰ ਰਹੀ ਹੈ ਜਿਹੜੀ ਦਿੱਲੀ 'ਚ 8 ਸਾਲ ਤੋਂ ਪੂਰੀ ਪ੍ਰਾਈਵੇਟ ਡਿਸਟ੍ਰੀਬਿਊਸ਼ਨ ਕੀਤੀ ਹੋਈ ਹੈ। ਸਰ ਸਾਰੀਆਂ ਕਰ ਰਹੀਆਂ, ਠੀਕ ਹੈ। ਔਰ ਇਹ ਕਹਿ ਰਹੇ ਜੀ 7 ਸਾਲ ਤੋਂ ਕੰਸਲਟੇਸ਼ਨ ਚੱਲ ਰਹੀ ਹੈ। ਜੇ 7 ਸਾਲ ਤੋਂ ਕੰਸਲਟੇਸ਼ਨ ਚੱਲ ਰਹੀ ਸੀ ਤਾਂ ਕੀ ਦਿੱਲੀ ਸਰਕਾਰ ਨਾਲ ਤੁਸੀਂ ਕੰਸਲਟ ਕੀਤਾ? ਪੰਜਾਬ 'ਚ ਨਵੀਂ ਸਰਕਾਰ ਆਈ ਹੈ ਕਿ ਤੁਸੀਂ ਉਹਦੇ ਨਾਲ ਕੰਸਲਟ ਕੀਤਾ? ਬੰਗਾਲ 'ਚ ਨਵੀਂ ਸਰਕਾਰ ਆਈ ਹੈ ਕਿ ਤੁਸੀਂ ਉਹਦੇ ਨਾਲ ਕੰਸਲਟ ਕੀਤਾ? ਕਿਸੇ ਨਾਲ ਕੰਸਲਟ ਨਹੀਂ ਕੀਤਾ। ਇਹ ਸਭ ਝੂਠ ਹੈਗਾ, ਸਿਰਫ ਅੱਖਾਂ ਤੇ ਪਰਦਾ ਪਾਉਣ ਵਾਲੀ ਗੱਲ ਹੈਗੀ ਹੈ। ਮੈਂ ਰਜਿੰਦਰ ਜੀ ਦਾ ਇੱਕ ਰਿਐਕਸ਼ਨ ਲੈ ਲਾਂ। ਰਜਿੰਦਰ, ਤੁਸੀਂ ਬਹੁਤ ਸੰਵਰਤੀ ਸੂਚੀ ਦਾ ਜ਼ਿਕਰ ਕਰ ਰਹੇ ਸੀ, ਪਰ ਜੋ ਦਾਵਾ ਇਸ ਸਮੇਂ ਕਰ ਰਹੇ ਨੇ ਕਿ ਸਟੇਟ ਦੇ ਕੋਲ ਤਾਂ ਅਧਿਕਾਰ ਹੈ, ਇਸ ਪੂਰੇ ਬਿੱਲ ਦੇ ਵਿੱਚ ਇਸ ਸਮੇਂ ਪੁਆਇੰਟ ਇਹੀ ਹੈ ਕਿ ਨਿੱਜੀਕਰਨ ਹੋ ਜਾਏਗਾ ਪੂਰਾ, ਤਾਂ ਸਟੇਟ ਦੇ ਕੋਲ ਅਧਿਕਾਰ ਹੈ, ਤੁਸੀਂ ਨਹੀਂ ਪ੍ਰਾਈਵੇਟ ਕਿਸੇ ਪਲੇਅਰ ਨੂੰ ਐਂਟਰ ਹੋਣ ਦੇਣਾ ਤਾਂ ਨਾ ਦੇਵੋ। ਤੁਸੀਂ ਫੈਡਰਲ ਸਿਸਟਮ ਦਾ ਜ਼ਿਕਰ ਕਰ ਰਹੇ ਸੀ, ਫਿਰ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਕਿੱਥੇ ਜਾ ਕੇ ਪ੍ਰੋਬਲਮ ਹੈ ਜਿਸ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ? ਨਹੀਂ, ਦੇਖੋ ਗੌਰਵ ਜੀ, ਬਿਲਕੁਲ ਗਲਤ ਦਾਅਵੇ ਕੀਤੇ ਜਾ ਰਹੇ ਆ। ਜੇ ਇਹ ਕਹਿੰਦੇ ਸਟੇਟ ਨੂੰ ਅਧਿਕਾਰ ਹੈ ਤਾਂ ਸਟੇਟ ਕੋਲੇ ਆਲਰੇਡੀ ਰੈਗੂਲੇਟਰੀ ਅਥਾਰਟੀ ਹੈ, ਉਹਨੂੰ ਗੈਰ ਪ੍ਰਭਾਵਸ਼ਾਲੀ ਕੀਤਾ ਜਾ ਰਿਹਾ ਇਸ ਬਿੱਲ ਦੇ ਰਾਹੀਂ। ਜਿਹੜੀ ਸੂਬਿਆਂ ਦੀ ਰੈਗੂਲੇਟਰੀ ਅਥਾਰਟੀ ਹੈਗੀ ਉਹਨੂੰ ਗੈਰ ਪ੍ਰਭਾਵਸ਼ਾਲੀ ਕੀਤਾ ਜਾ ਰਿਹਾ, ਔਰ ਪੂਰੀ ਤਰ੍ਹਾਂ ਬਿਜਲੀ ਬਾਰੇ ਜਿਹੜੀਆਂ ਪਾਵਰਸ ਨੇ ਉਹਨਾਂ ਨੂੰ ਸੈਂਟਰਲਾਈਜੇਸ਼ਨ ਉਹਦੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈਗੀ। ਜਿਵੇਂ ਇਹਨਾਂ ਨੇ ਇਲੈਕਟ੍ਰੀਕਲ ਕੰਟਰੈਕਟ ਐਨਫੋਰਸਮੈਂਟ ਅਥਾਰਟੀ ਲਿਆਉਣ ਦਾ ਜਿਹੜਾ ਇਹਨਾਂ ਦਾ ਪ੍ਰਪੋਜ਼ਡ ਬਿੱਲ ਸੀ 2020, ਇਹ ਦੱਸਦੇ ਨੇ ਵੀ ਇਹ ਚੋਂ ਕੱਢ ਦਿੱਤਾ ਕਿ ਹੈਗਾ। ਇਲੈਕਟ੍ਰੀਕਲ ਕੰਟਰੈਕਟ ਐਨਫੋਰਸਮੈਂਟ ਅਥਾਰਟੀ ਦਾ ਸਿਵਲ ਕੋਰਟ ਦਾ ਵੀ ਅਧਿਕਾਰ ਖਤਮ ਕਰ ਦਿੰਦੀਆਂ ਨੇ, ਕਿਉਂਕਿ ਜਿੰਨੇ ਬਿਜਲੀ ਬਾਰੇ ਝਗੜੇ ਸੀ ਉਹ ਰੈਗੂਲੇਟਰੀ ਅਥਾਰਟੀ ਜਿਹੜੀਆਂ ਜਾਂ ਅਪੀਲੈਂਟ ਅਥਾਰਟੀ ਸੀ ਉਹਦੇ ਕੋਲੇ ਜਾਣੇ ਹੁੰਦੇ ਸੀ। ਹੁਣ ਇਹਨਾਂ ਨੇ ਇਹ ਕਹਿਤਾ ਕਿ ਇਲੈਕਟ੍ਰੀਕਲ ਕੰਟਰੈਕਟ ਐਨਫੋਰਸਮੈਂਟ ਅਥਾਰਟੀ ਹੀ ਅੰਤਮ ਅਥਾਰਟੀ ਹੋਏਗੀ, ਔਰ ਉਹਦੇ ਅੱਗੇ ਸੂਬਿਆਂ ਦੇ ਰੈਗੂਲੇਟਰੀ ਅਥਾਰਟੀ ਉਹਨਾਂ ਦੀ ਵੀ ਕੋਈ ਜਿਹੜੀ ਤਾਕਤ ਉਹ ਨਹੀਂ ਹੋਏਗੀ। ਇਸ ਕਰਕੇ ਤਾਂ ਸੂਬਿਆਂ ਦਾ ਅਧਿਕਾਰ ਖਤਮ ਕਰ ਰਿਹਾ, ਤੇ ਸਿਰਫ ਕਹਿਣ ਦੀਆਂ ਗੱਲਾਂ ਨੇ ਕਿ ਨਹੀਂ ਜੀ ਸੂਬੇ ਜਿਹੜੇ ਹੈਗੇ ਕੰਟਰੋਲ ਕਰ ਸਕਦੇ ਹੋਣਗੇ। 2003 ਤੋਂ ਤਾਂ ਸਾਰਾ ਕੁਝ ਪ੍ਰਾਈਵੇਟ ਹੋ ਗਿਆ, ਹੁਣ ਤਾਂ ਜਿਹੜਾ ਡਿਸਟ੍ਰੀਬਿਊਸ਼ਨ ਸੈਕਟਰ ਰਹਿੰਦਾ ਸੀਗਾ ਉਹਨੂੰ ਵੀ ਇਹ ਜਿਹੜਾ ਪ੍ਰਾਈਵੇਟ ਕਰਨ ਵਾਲੇ ਪਾਸੇ ਜਾ ਰਹੇ ਆ। ਇਸ ਕਰਕੇ ਸਿਰਫ ਇਹ ਦਾਅਵੇ ਕਰਦੇ ਆ ਜਿਸ ਤਰ੍ਹਾਂ ਦੇ ਖੇਤੀ ਕਾਨੂੰਨਾਂ ਬਾਰੇ ਦਾਅਵੇ ਸੀ, ਪਰ ਹਕੀਕਤ ਦੇ ਵਿੱਚ ਸੂਬਿਆਂ ਦੇ ਅਧਿਕਾਰ ਔਰ ਜਿਹੜੇ ਕੰਜ਼ਿਊਮਰ ਨੂੰ ਸਸਤੀ ਬਿਜਲੀ ਲੈਣ ਦਾ ਅਧਿਕਾਰ ਸੀਗਾ ਉਹ ਲਗਾਤਾਰ ਜਿਹੜੇ ਹੈਗੇ ਖੋਏ ਜਾ ਰਹੇ ਆ। ਜੇ ਇਹਨਾਂ ਨੂੰ ਕੰਜ਼ਿਊਮਰ ਦਾ ਫਿਕਰ ਹੈਗਾ ਤਾਂ ਮੈਂ ਇੱਕੋ ਗੱਲ ਮੈਨੂੰ ਗੌਰਵ ਜੀ ਕਹਿ ਲੈਣ ਦਿਓ, ਜੇ ਇਹਨਾਂ ਨੂੰ ਕੰਜ਼ਿਊਮਰ ਦਾ ਫਿਕਰ ਹੈਗਾ ਤਾਂ ਫਿਰ ਪ੍ਰਾਈਵੇਟ ਸੈਕਟਰ ਨੂੰ ਟੋਟਲ ਜਿਹੜਾ ਹੈਗਾ ਬਿਜਲੀ ਚੋਂ ਬਾਹਰ ਕਰ ਦੇਣ।
ਫਿਰ ਇਹ ਸਰਕਾਰ ਕਾਹਦੇ ਲਈ ਚਲਾਉਂਦੇ ਜੇ ਕੁਝ ਵੀ ਨਹੀਂ ਕਰਨ ਜੋਗੇ, ਸਭ ਕੁਝ ਪ੍ਰਾਈਵੇਟ ਕਿਵੇਂ ਕਿਵੇਂ ਦੁਬਾਰਾ ਤੁਸੀਂ ਕੀ ਕਹਿ ਰਹੇ ਹੋ? ਥੋੜਾ ਦੁਬਾਰਾ ਰਿਪੀਟ ਕਰਿਓ, ਲੋਕਾਂ ਨੂੰ ਦੁਬਾਰਾ ਸਮਝ ਆਵੇ ਕਿ ਜੇ ਲੋਕਾਂ ਦੀ ਚਿੰਤਾ ਹੈ ਤਾਂ ਫਿਰ ਕੀ ਕਰਨਾ ਚਾਹੀਦਾ? ਜੇ ਇਹਨਾਂ ਨੂੰ ਲੋਕਾਂ ਦੀ ਚਿੰਤਾ ਤੇ ਕਾਰਪੋਰੇਟ ਨੂੰ ਬਿਜਲੀ ਦੇ ਭਾਵੇਂ ਉਹ ਜਨਰੇਸ਼ਨ ਦਾ ਸੈਕਟਰ ਆ, ਡਿਸਟ੍ਰੀਬਿਊਸ਼ਨ ਦਾ ਸੈਕਟਰ ਆ, ਉਹਦੇ ਤੋਂ ਮੁਕੰਮਲ ਰੂਪ ਚੋਂ ਬਾਹਰ ਕਰਨਾ ਚਾਹੀਦਾ। ਸਰਕਾਰ ਨੂੰ ਪੂਰੀ ਤਰ੍ਹਾਂ ਬਿਜਲੀ ਦਾ ਜਨਰੇਸ਼ਨ ਦਾ ਸੈਕਟਰ, ਡਿਸਟ੍ਰੀਬਿਊਸ਼ਨ ਦਾ ਸੈਕਟਰ ਆਪਣੇ ਕੰਟਰੋਲ ਦੇ ਵਿੱਚ ਲੈਣਾ ਚਾਹੀਦਾ ਔਰ ਆਮ ਕੰਜ਼ਿਊਮਰ ਨੂੰ ਸਸਤੀ ਬਿਜਲੀ ਜਿਹੜੀ ਹੈਗੀ ਆ ਉਹ ਦੇਣੀ ਚਾਹੀਦੀ ਆ ਔਰ ਇੰਡਸਟਰੀ ਨੂੰ ਜਿਹੜੀ ਪ੍ਰੋਫਿਟਲੀ ਬਿਜਲੀ ਵਰਤਦੀ ਆ ਉਹਨੂੰ ਜਿਹੜੀ ਹੈਗੀ ਆ ਕ੍ਰਾਸ ਸਬਸਿਡੀ ਉਹਦੇ ਤੋਂ ਜਿਹੜੀ ਲੈਣੀ ਚਾਹੀਦੀ ਹੈ। ਤੁਹਾਡਾ ਪੁਆਇੰਟ ਆ ਗਿਆ, ਪਰ ਉਹ ਬਿਲਕੁਲ ਉਲਟ ਪਾਸੇ। ਠੀਕ ਹੈ ਸ਼ਰਮਾ ਜੀ, ਜਵਾਬ ਦਿਓ। ਮੈਂ ਇੱਕ ਵਾਰੀ ਗੁਰਸੇਵਕ ਜੀ ਦਾ ਰੁਖ ਕਰ ਲਵਾਂ। ਗੁਰਸੇਵਕ ਜੀ, ਇਹ ਪ੍ਰੈਕਟੀਕਲੀ, ਕਿਉਂਕਿ ਤੁਸੀਂ ਬਿਲਕੁਲ ਫੀਲਡ ਦੇ ਨਾਲ ਜੁੜੇ ਹੋਏ ਹੋ, ਕਿ ਇਹ ਪ੍ਰੈਕਟੀਕਲ ਪੋਸੀਬਲ ਹੈ ਕਿ ਸਾਰਾ ਕੁਝ ਸਰਕਾਰ ਦੇ ਹੱਥਾਂ ਦੇ ਵਿੱਚ ਆ ਜਾਵੇ? ਮੈਂ ਅੱਜ ਤੋਂ 15-18 ਸਾਲ ਪਹਿਲਾਂ ਪੰਜਾਬ ਦਾ ਜ਼ਿਕਰ ਕਰਾਂ, ਬੜਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਵੇਰੇ 8 ਤੋਂ ਲੈ ਕੇ ਜਾਂ 9 ਵਜੇ ਤੋਂ ਲੈ ਕੇ 5-6 ਵਜੇ ਤੱਕ ਪੱਕਾ ਹੀ ਰੋਜ਼ ਕੱਟ ਲੱਗਿਆ ਹੁੰਦਾ ਸੀ। ਮੇਰਾ ਬੇਸਿਕ ਪੁਆਇੰਟ ਇਹ ਹੈ ਕਿ ਜਿੰਨੀ ਪ੍ਰੋਡਕਸ਼ਨ ਦੀ ਜ਼ਰੂਰਤ ਹੈ, ਕਿ ਵਾਕਈ ਹੀ ਸਰਕਾਰ ਦੇ ਯੂਨਿਟ ਇੰਨੀ ਪ੍ਰੋਡਕਸ਼ਨ ਕਰ ਸਕਦੇ ਨੇ ਕਿ ਪ੍ਰੈਕਟੀਕਲ ਪੋਸੀਬਲ ਹੈ ਕਿ ਸਾਰਾ ਕੁਝ ਸਰਕਾਰੀ ਕਰਕੇ ਬਿਜਲੀ ਦੀ ਜਿਹੜੀ ਡਿਮਾਂਡ ਹੈ ਉਸ ਨੂੰ ਪੂਰਾ ਕਰ ਦਿੱਤਾ ਜਾਵੇ? ਵੇਖੋ ਜੀ, ਜਿੱਥੋਂ ਤੱਕ ਇਹਨਾਂ ਨੇ ਗੱਲ ਕਹੀ ਹੈ ਕਿ ਵੀ ਸਟੇਟ ਦੇ ਕੋਲੇ ਜਿਹੜੀਆਂ ਪਾਵਰਾਂ ਹੋਣਗੀਆਂ ਕਿ ਉਹ ਇਸ ਨੂੰ ਲਾਗੂ ਨਾ ਕਰੇ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜਾ ਬਿਜਲੀ ਐਕਟ 2000 ਅਮੈਂਡਮੈਂਟ 22 ਦੀ ਇਹ ਗੱਲ ਕਰ ਰਹੇ ਹੈ, ਤਾਂ ਇਹ ਬਿਜਲੀ ਬਿੱਲ ਜਿਹੜਾ ਕਾਂਗਰਸ ਟਾਈਮ ਵੇਲੇ ਵੀ ਆਇਆ ਸੀਗਾ, ਇਹ ਉਹੀ ਬਿੱਲ ਹੈ। ਇਹ ਕਾਂਗਰਸ ਪਾਰਟੀ ਵੀ ਲੈ ਕੇ ਆਈ ਸੀ, ਕਿਉਂਕਿ ਨਾ ਸਿਆਸੀ ਪਾਰਟੀ ਇਹ ਗੱਲ ਨਹੀਂ ਕਹਿ ਸਕਦੀ ਜਿਹੜੀ ਗੱਲ ਮੈਂ ਕਹਿ ਸਕਦਾ, ਕਿਉਂਕਿ ਜਦੋਂ ਵੀ ਜੇਕਰ ਅਕਾਲੀ ਭਾਜਪਾ ਦੀ ਸਰਕਾਰ ਸੀ ਉਹਨਾਂ ਨੇ ਵੀ ਇਸ ਬਿਜਲੀ ਐਕਟ 2003 ਨੂੰ ਪੱਠੇ ਪਾਏ, ਜੇ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਨੇ ਵੀ ਇਸ ਬਿਜਲੀ ਐਕਟ 2003 ਨੂੰ ਪੱਠੇ ਪਾਏ ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਦੇ ਬਾਰੇ ਹਾਲੇ ਕੁਝ ਨਹੀਂ ਕਹਿ ਸਕਦੇ ਕਿ ਵੀ ਇਹ ਕੀ ਕਰਨਗੇ। ਜਦੋਂ ਤੋਂ ਪੰਜਾਬ ਦੇ ਵਿੱਚ ਉਤਪਾਦਨ ਖੇਤਰ ਦੇ ਵਿੱਚ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਆਈਆਂ ਤਾਂ ਉਸ ਸਮੇਂ ਤੋਂ ਜਾਣਬੁੱਝ ਕੇ ਜਿਹੜਾ ਉਤਪਾਦਨ ਕਰਦੇ ਸੀ ਥਰਮਲ ਪਲਾਂਟ, ਉਹਨਾਂ ਦਾ ਬੇੜਾ ਜਾਣਬੁੱਝ ਕੇ ਗਰਕ ਕੀਤਾ ਗਿਆ ਹੈ। ਸੋ ਇਸ ਕਰਕੇ ਮਤਲਬ ਜਿਹੜਾ ਪ੍ਰਾਈਵੇਟੇਸ਼ਨ ਹੈ, ਜਿਵੇਂ ਉਹਨੇ ਬਿਜਲੀ ਉਤਪਾਦਨ ਨੂੰ ਨਿਗਲ ਲਿਆ ਹੈਗਾ, ਉਸੇ ਤਰ੍ਹਾਂ ਹੀ ਉਹਨੇ ਜਿਹੜਾ ਸਾਡਾ ਡਿਸਟ੍ਰੀਬਿਊਸ਼ਨ ਹੈ ਤੇ ਟਰਾਂਸਮਿਸ਼ਨ ਹੈ ਉਹਨਾਂ ਨੂੰ ਵੀ ਇਹਨਾਂ ਨੇ ਨਿਗਲ ਲੈਣਾ ਹੈ। ਸੋ ਇਸ ਕਰਕੇ ਵੀ ਇਹਦਾ ਹਾਂਜੀ ਠੀਕ ਹੈ। ਮੈਂ ਜਵਾਬ ਲੈ ਲਵਾਂ ਇੱਕ। ਸ਼ਰਮਾ ਜੀ, ਤੁਸੀਂ ਜਵਾਬ ਵੀ ਦਿਓ ਤੇ ਇਸ ਵਿਚਾਲੇ ਜੋ ਮੈਂ ਜਿੰਨਾ ਕੁ ਪੜ੍ਹ ਸਕਿਆ ਇਸ ਪੂਰੇ ਬਿੱਲ ਨੂੰ, ਇਸ ਦੇ ਵਿੱਚ ਇੱਕ ਜ਼ਿਕਰ ਹੈ ਸੈਕਸ਼ਨ 146 ਦੇ ਵਿੱਚ ਜੋ ਅਮੈਂਡਮੈਂਟ ਮੰਗੀ ਗਈ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਦੇ ਉੱਤੇ ਕੰਪਨੀ ਨੂੰ ਜੇਲ੍ਹ ਨਹੀਂ ਸਿਰਫ ਜੁਰਮਾਨੇ ਦੀ ਤਜਵੀਜ਼ ਹੋਵੇਗੀ। ਇਹ ਵੀ ਪੂਰਾ ਮੱਥਾ ਟੰਗਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਕੰਪਨੀਆਂ ਨੇ ਜਾਂ ਪ੍ਰਾਈਵੇਟ ਪਲੇਅਰਸ ਨੇ ਉਹਨਾਂ ਨੂੰ ਇੱਕ ਸੌਫਟ ਕਾਰਨਰ ਦੇ ਉੱਤੇ ਰੱਖਿਆ ਜਾ ਰਿਹਾ ਹੈ ਕਿ ਜੇ ਤੁਸੀਂ ਗਲਤੀ ਕਰ ਵੀ ਲਈ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ 10 ਘੰਟੇ ਪਾਵਰ ਕੱਟ ਲੱਗ ਗਿਆ ਤਾਂ ਫਿਰ ਕੀ ਹੋਏਗਾ, 10 ਘੰਟੇ ਪਾਵਰ ਕੱਟ ਤੋਂ ਬਾਅਦ ਜਵਾਬਦੇਹੀ ਹੋਏਗੀ, ਤਾਂ ਉਹ ਤਾਂ ਕੋਰਟ ਦੇ ਵਿੱਚ ਚੱਲਦਾ ਰਹੇਗਾ ਜਾਂ ਫਿਰ ਜੁਰਮਾਨਾ ਲਗਾ ਕੇ ਸਾਈਡ ਹੋ ਜਾਣਗੇ। ਸ਼ਰਮਾ ਜੀ, ਜੁਰਮਾਨਾ ਵੀ ਲੋਕਾਂ ਤੋਂ ਪੂਰਾ ਕਰਨਗੇ ਜੀ ਉਹ? ਨਹੀਂ, ਮੈਂ ਤੁਹਾਨੂੰ ਦੋ ਇਹਦੇ ਗੱਲ ਦੱਸਾਂ। ਦੇਖੋ ਹੋਇਆ ਕੀ ਹੈ ਜੀ, ਮੈਂ ਪਹਿਲਾਂ ਇਸ ਗੱਲ ਤੇ ਆ ਜਾ। ਪੰਜਾਬ ਦੀ ਗੱਲ ਕਰ ਲਈ ਆਪਾਂ, ਪੰਜਾਬ 'ਚ ਬੈਠੇ ਪੰਜਾਬ 'ਚ ਤੁਸੀਂ ਦੇਖੋ ਪਿਛਲੇ 3 ਸਾਲਾਂ ਜਿਹੜੀ ਇੰਡਸਟਰੀ ਬਾਹਰ ਚਲੇ ਗਈ। ਪਿਛਲੇ ਹਫਤੇ ਵੀ ਬਿਹਾਰ ਦੇ ਇੰਡਸਟਰੀ ਮਿਨਿਸਟਰ ਆਏ ਸੀ, ਲੁਧਿਆਣੇ ਦੇ 20 ਇੰਡਸਟਰੀਲਿਸਟਾਂ ਨੇ ਉਹਨਾਂ ਨੂੰ ਹੋਸਟ ਕੀਤਾ ਤੇ ਕਿਹਾ ਸੀ ਇੰਡਸਟਰੀ ਬਿਹਾਰ ਲਾਉਣਾ ਚਾਹੁੰਦੇ। 4 ਮਹੀਨੇ ਪਹਿਲਾਂ ਇੰਡਸਟਰੀਲਿਸਟ ਇਕੱਠੇ ਹੋ ਕੇ ਯੋਗੀ ਜੀ ਕੋਲ ਗਏ, ਉਹਨਾਂ ਨੂੰ ਇੱਕੋ ਗੱਲ ਪੁੱਛੋ ਨਾ, ਸਭ ਤੋਂ ਪਹਿਲਾਂ ਇਸ਼ੂ ਗਨਾਉਂਦੇ ਆ ਇਲੈਕਟ੍ਰਿਸਿਟੀ। ਪੰਜਾਬ 'ਚ ਪਾਵਰ ਦੀ ਸਪਲਾਈ ਹੈ ਹੀ ਨਹੀਂ। ਇੰਡਸਟਰੀ ਨੂੰ ਸਭ ਤੋਂ ਪਹਿਲਾਂ ਧੱਕਾ ਦਿੰਦੇ ਆ, ਸਭ ਤੋਂ ਮਹਿੰਗੀ ਬਿਜਲੀ ਵੇਚਦੇ ਆ, ਕੰਜ਼ਿਊਮਰ ਪਰੇਸ਼ਾਨ ਹੈ। ਕੰਪਨੀਆਂ ਨੂੰ ਅਸੀਂ ਅਕਾਊਂਟੇਬਲ ਬਣਾ ਰਹੇ ਹਾਂ ਨਾ ਜੀ। ਜੇ ਕੰਪਨੀ 24 ਘੰਟੇ ਬਿਜਲੀ ਸਪਲਾਈ ਨਹੀਂ ਕਰੇਗੀ, ਰੈਗੂਲੇਟਰ ਨੂੰ ਇੰਨੀ ਪਾਵਰ ਦੇ ਰਹੇ ਆ ਇਸ ਐਕਟ ਦੇ ਤਹਿਤ ਕਿ ਉਸ ਕੰਪਨੀ ਨੂੰ ਪੈਨਲਾਈਜ਼ ਕੀਤਾ ਜਾ ਸਕਦਾ। ਹੁਣ ਕਹਿੰਦੇ ਜੀ ਕੰਪਨੀ ਨੂੰ ਪੈਨਲਾਈਜ਼ ਕਰੋਗੇ, ਲੋਕਾਂ ਤੋਂ ਲਊਗੀ। ਤੁਸੀਂ ਕੀ ਚਾਹੁੰਦੇ ਹੋ? ਕੰਪਨੀ ਨੂੰ ਖੁੱਲਾ ਛੱਡ ਦਿਓ ਜਿਵੇਂ ਛੱਡਿਆ ਹੋਇਆ, ਕੰਪਨੀਆਂ ਨੂੰ ਖੁੱਲਾ ਛੱਡ ਦਿਓ ਕਿ ਜੋ ਮਰਜ਼ੀ ਕਰੀ ਜਾਣ। ਰੈਗੂਲੇਟਰ ਨੂੰ ਸਟਰੈਂਥਨ ਕਰਕੇ ਅਸੀਂ ਕੰਪਨੀਆਂ ਨੂੰ ਟਾਈਟ ਕਰ ਰਹੇ ਹਾਂ। ਕੰਪਨੀ ਨੂੰ ਤੁਹਾਨੂੰ ਲੱਗਦਾ ਕਿ ਸਿਰਫ ਜੁਰਮਾਨਾ ਲਗਾ ਕੇ ਖੁੱਲਾ ਛੱਡਣ ਵਾਲੀ ਗੱਲ, ਜੁਰਮਾਨਾ ਲਗਾਉਣ ਦੀ ਗੱਲ ਨਹੀਂ। ਤੁਸੀਂ 2 ਲੱਖ ਰੁਪਏ ਜੁਰਮਾਨਾ ਕਰਤਾ, 10 ਲੱਖ ਜੁਰਮਾਨਾ ਕਰਤਾ, ਕਿੱਥੋਂ ਆਏਗਾ? ਲੋਕਾਂ ਕੋਲੋਂ ਹੀ ਆਣਾ। ਗੌਰਵ ਜੀ ਨੂੰ ਦੱਸੋ ਨਾ, ਤੇ ਕੰਪਨੀ ਨੂੰ ਖੁੱਲਾ ਛੱਡ ਦੇਣਾ ਚਾਹੀਦਾ ਕਿਆ? ਨਹੀਂ, ਅਲਟੀਮੇਟਲੀ ਜਿਹੜੀ ਦੂਜਾ ਮੈਂ ਜ਼ਿਕਰ ਕਰ ਰਿਹਾ ਕਿ ਜੇਲ੍ਹ ਵਾਲੀ ਤਜਵੀਜ਼ ਨੂੰ ਹਟਾਉਣ ਦੇ ਉੱਤੇ ਜੇਲ੍ਹ ਵਾਲੀ ਤਜਵੀਜ਼ ਪਹਿਲਾਂ ਵੀ ਨਹੀਂ ਹੈਗੀ। ਪਤਾ ਨਹੀਂ ਗੌਰਵ ਜੀ ਪੈਨਲਾਈਜ਼ ਕਰਨ ਦੀ ਤਾਕਤ ਵਧਾਈ ਗਈ ਹੈ। ਹੁਣ ਤੱਕ ਰੈਗੂਲੇਟਰ ਨੂੰ ਕੀ ਹੈ? ਰੈਗੂਲੇਟਰ ਨੂੰ ਕਹਿੰਦਾ ਕਿ ਪ੍ਰਾਈਸ ਘਟਾਓ, ਉਹ ਨਹੀਂ ਘਟਾਉਂਦੇ ਜਾਂ ਨਹੀਂ ਵਧਾਉਂਦੇ।
ਰੈਗੂਲੇਟਰ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਟੈਰਿਫ ਦੇ ਮਾਮਲੇ 'ਚ। ਇੱਥੇ ਇਨਸ਼ੋਰ ਕੀਤਾ ਕਿ ਅਗਰ ਰੈਗੂਲੇਟਰ ਨੇ ਜੋ ਟੈਰਿਫ ਤੈਅ ਕਰਤਾ ਕੰਪਨੀਆਂ ਨੂੰ ਉਹ ਟੈਰਿਫ ਮੰਨਣਾ ਪਏਗਾ, ਉਹ ਤੋਂ ਮੁਨਕਰ ਨਹੀਂ ਹੋ ਸਕਦੀਆਂ। ਦੂਜੀ ਗੱਲ ਜਿਹੜੀ ਮੈਂ ਜਿੱਤੇ ਆਣਾ ਚਾਹੁੰਦਾ, ਦੇਖੋ ਪਾਵਰ ਸੈਕਟਰ ਆਰਪੀਐਸ ਜੀ ਤੁਹਾਡੇ ਕੋਲ ਹੀ ਆ ਰਹੇ ਹਾਂ, ਮੈਂ ਤੁਹਾਡੇ ਕੋਲ ਆ ਰਿਹਾ। ਹਿੰਦੁਸਤਾਨ ਦੀ ਤਰੱਕੀ ਦਾ ਜਿਹੜਾ ਆਧਾਰ ਹੈ ਨਾ ਜੀ, ਜੇ ਅਸੀਂ ਅੱਗੇ ਵਧਣਾ ਹੈ, ਜੇ ਅਸੀਂ ਡਿਵੈਲਪਡ ਕੰਟਰੀ बनना है, वो पावर सेक्टर है। पावर होएगी तो इंफ्रास्ट्रक्चर बनेगा, पावर होएगी तो इंडस्ट्री आएगी, पावर इंडस्ट्री आएगी तो इंप्लॉयमेंट आएगी। अगर पावर सेक्टर ਨੂੰ ਤੁਸੀਂ ਰਿਫਾਰਮ ਨਹੀਂ ਕਰਨ ਦਿਓਗੇ, ਅਗਰ ਕੁਝ ਲੋਕਾਂ ਦੇ ਹਿੱਤ ਸਾਧਨ ਲਈ ਤੁਸੀਂ ਪਾਵਰ ਸੈਕਟਰ ਦੇ ਰਿਫਾਰਮਸ ਨੂੰ ਰੋਕ ਕੇ ਰੱਖੋਗੇ, ਤੁਸੀਂ ਹਿੰਦੁਸਤਾਨ ਦੀ ਤਰੱਕੀ ਨੂੰ ਰੋਕ ਕੇ ਰੱਖੋਗੇ। ਤੁਸੀਂ ਉਹਨਾਂ ਕਰੋੜਾਂ ਬੱਚਿਆਂ ਦੇ ਅਧਿਕਾਰ ਨੂੰ ਰੋਕ ਕੇ ਰੱਖੋਗੇ ਜਿਨ੍ਹਾਂ ਦੇ ਘਰ ਬਿਜਲੀ ਨਹੀਂ ਆਈ, ਉਹ ਪੜ੍ਹ ਨਹੀਂ ਪਾ ਰਹੇ ਆ, ਉਹ ਇੰਡਸਟਰੀ ਨਹੀਂ ਆ ਰਹੀ, ਉਹ ਨੌਕਰੀ ਨਹੀਂ ਕਰ ਪਾ ਰਹੇ ਆ। ਨਹੀਂ, ਇਹ ਪਾਵਰ ਸਰ ਪ੍ਰਾਈਵੇਟ ਪਲੇਅਰ ਹੀ ਲੈ ਕੇ ਆ ਸਕਦੇ। ਕੌਣ ਕਹਿ ਰਿਹਾ ਪ੍ਰਾਈਵੇਟ ਪਲੇਅਰ ਸਰਕਾਰੀ ਨਹੀਂ ਲੈ ਕੇ ਆ ਸਕਦੇ? ਤੇ ਕਹਿ ਲੈ ਕੇ ਉਹ ਤੇ ਕਹਿ ਰਹੇ ਆ। ਮੈਂ ਤੁਹਾਨੂੰ ਕਿਹਾ ਨਾ, ਬਿੱਲ ਦੇ ਅੰਦਰ ਬੜਾ ਕਲੀਅਰ ਕੱਟ ਪ੍ਰੋਵੀਜ਼ਨ ਹੈ ਕਿ ਤੁਸੀਂ ਟਰਾਂਸਮਿਸ਼ਨ ਲਈ ਸਟੇਟ ਓਨਡ ਕੰਪਨੀ ਬਣਾਉਣਾ ਚਾਹੁੰਦੇ ਹੋ, ਸਟੇਟ ਓਨਡ ਕੰਪਨੀ ਬਣਾਓ। ਲੇਕਿਨ ਜਿੱਥੇ ਤੁਸੀਂ ਮੋਨੋਪੋਲੀ ਦਿੱਤੀ ਹੋਈ ਹੈ, ਜਿਵੇਂ ਦਿੱਲੀ ਦੀ ਗੱਲ ਹੈ, ਤੁਸੀਂ 2 ਕੰਪਨੀਆਂ ਨੂੰ ਦੇਤਾ, ਤੀਜੀ ਕੰਪਨੀ ਨਹੀਂ ਆ ਸਕਦੀ। ਕਿਉਂ ਨਹੀਂ ਆ ਸਕਦੀ ਤੀਜੀ ਕੰਪਨੀ? ਅਗਰ 2 ਪ੍ਰਾਈਵੇਟ ਪਲੇਅਰ ਆ ਸਕਦੇ ਆ ਤੇ ਬਾਕੀ ਕਿਉਂ ਨਹੀਂ ਆ ਸਕਦੇ? ਨਹੀਂ, ਉਹ ਤਾਂ ਫਿਰ ਲਿਮਿਟ ਤਾਂ ਇੱਕ ਤੈਅ ਕਰਨੀ ਹੋਏਗੀ। ਨਹੀਂ ਕਿਉਂ ਕਰਨੀ ਹੋਏਗੀ? 2 4 5 10 15 ਕੰਪਨੀਆਂ ਥੋੜੀ ਹੋ ਜਾਣਗੀਆਂ। क्या चैनल्स ਤੇ ਆਪਾਂ ਲਿਮਿਟ ਤੈਅ ਕਰ ਸਕਦੇ ਆ ਕਿ ਦੂਰਦਰਸ਼ਨ ਤੋਂ ਇਲਾਵਾ ਸਿਰਫ 2 ਹੀ ਚੈਨਲ ਚੱਲਣਗੇ? ਕੀ ਹੋ ਸਕਦਾ? क्या ਤੁਸੀਂ ਲਾਇਸੈਂਸ ਤਾਂ ਵੰਡੋਗੇ ਨਾ ਸਰ, ਲਾਇਸੈਂਸ ਵੰਡੋਗੇ ਕਿ 1 2 4 5 ਲਾਇਸੈਂਸ। ਸਰ ਉਹੀ ਹੈ, ਰੈਗੂਲੇਟਰ ਦਾ ਕੰਮ ਇਹ ਆ। ਅਸੀਂ ਇਸ ਪੂਰੇ ਬਿੱਲ ਜਿਹੜਾ ਰੈਗੂਲੇਟਰ ਨੂੰ ਸਟਰੈਂਥਨ ਕਰਨ ਦੀ ਗੱਲ ਕਰ ਰਹੇ ਹਾਂ, ਰੈਗੂਲੇਟਰ ਨੂੰ ਸਟਰੈਂਥਨ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਜਿੰਨੀਆਂ ਇਹ ਕੰਪਨੀਆਂ ਮਨਮਰਜ਼ੀ ਕਰ ਰਹੀਆਂ ਸੀ ਹਿੰਦੁਸਤਾਨ 'ਚ, ਉਹਨਾਂ ਦੀ ਮਨਮਰਜ਼ੀ ਤੇ ਨਕੇਲ ਕੱਸਣੀ ਹੈ। ਇਹ ਬਿੱਲ ਪ੍ਰਾਈਵੇਟ ਸੈਕਟਰ ਤੇ ਨਕੇਲ ਕੱਸਣ ਵਾਲਾ ਬਿੱਲ ਹੈ। ਆਪਾਂ ਆਰਪੀਐਸ ਜੀ ਕੁਝ ਕਹਿ ਰਹੇ ਹਾਂ। ਆਰਪੀਐਸ ਜੀ ਨੂੰ ਮੇਰਾ ਨਿਵੇਦਨ ਹੈ ਔਰ ਆਪਣੇ ਰਜਿੰਦਰ ਦੀਪਾ ਜੀ ਨੂੰ, ਇਹ ਤਾਂ ਸ਼ੀਲਾ ਦੀਕਸ਼ਿਤ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਸੀ, ਕੋਲਕਾਤਾ ਗਏ ਸੀ ਮਮਤਾ ਬੈਨਰਜੀ ਕੋ। तो रजिंदर जी पहला ममता बनर्जी को कहो कि कोलकाते चो आरपीजी ग्रुप नु भजाए, तुसी तां सपोर्ट करके आए सी इलेक्शन में। बहुत बुरा होएगा हुन आरपीजी। एक मिनट जी, एक मिनट, मैं आ रहा रजिंदर जी ਤੁਹਾਡੇ ਕੋਲ ਆ ਰਿਹਾ, ਇੱਕ ਵਾਰੀ आरपीजी ਦਾ ਕਮੈਂਟ ਲੈ ਕੇ ਤੁਹਾਡੇ ਕੋਲ। और दिल्ली जो बीएससीसी और टाटा पावर ਨੂੰ ਹਟਾਓ। ठीक है आरपीजी ਇਹਨਾਂ ਨੂੰ ਮਿਊਟ ਕਰੋ ਯਾਰ, ਇਹਨਾਂ ਨੇ ਕਿਸੇ ਨੂੰ ਬੋਲਣ ਨਹੀਂ ਦੇਣਾ। ਇਹਨਾਂ ਨੂੰ ਮਿਊਟ ਕਰੋ, ਇਹਨਾਂ ਨੇ ਕਿਸੇ ਨੂੰ ਬੋਲਣ ਨਹੀਂ ਦੇਣਾ। ਕਹਿੰਦੇ ਕਿ ਜੀ ਰੈਗੂਲੇਟਰੀ ਅਥਾਰਟੀ ਨੂੰ ਸਟਰੈਂਥਨ ਕਰਨਗੇ, ਇਸ ਵਿੱਚ ਤਾਂ ਕਲੌਜ਼ ਲੈ ਕੇ ਆ ਰਹੇ ਕਿ ਰੈਗੂਲੇਟਰੀ ਅਥਾਰਟੀ ਦੇ ਮੈਂਬਰਸ ਨੂੰ ਹਟਾ ਦੇਣਗੇ ਜੇ ਉਹਨਾਂ ਤੇ ਕੋਈ ਵੀ ਆਬਜੈਕਸ਼ਨ ਹੋਇਆ। ਪਹਿਲਾਂ ਇਸ ਤਰ੍ਹਾਂ ਦਾ ਕੋਈ ਕਲੌਜ਼ ਨਹੀਂ ਸੀਗਾ। ਕਿਹੜਾ ਕਲੌਜ਼ ਨੂੰ ਪੜ੍ਹ ਕੇ ਸੁਣਾਉਣਾ, ਕਿਹੜੇ ਕਲੌਜ਼ ਲਿਖਿਆ? ਮੇਰੇ ਕੋਲੇ ਬਿੱਲ ਹੈ, ਦੱਸੋ ਕਿਹੜੇ ਕਲੌਜ਼ ਲਿਖਿਆ? ਮੈਂ ਪੜ੍ਹ ਕੇ ਹੀ ਨੋਟ ਕਰਕੇ ਆਇਆ। ਅਰੇ ਸਰ ਕਲੌਜ਼ ਦੱਸੋ ਨਾ, ਮੇਰੇ ਕੋਲ ਬਿੱਲ ਹੈ, ਮੈਂ ਤੁਹਾਨੂੰ ਹੁਣੇ ਪੜ੍ਹ ਕੇ ਦੱਸ ਦਿੰਦਾ ਕੀ ਲਿਖਿਆ ਕਲੌਜ਼। ਮੈਂਬਰਸ ਨੂੰ ਹਟਾਉਣ ਦਾ ਪਲੀਜ਼। ਅੱਛਾ, ਨੈਕਸਟ ਇੱਕ ਪਹਿਲਾਂ ਕਹਿੰਦੇ ਸੀ ਜੀ ਫਾਰਮਸ ਦੇ ਵਿੱਚ, ਖੇਤੀ ਦੇ ਵਿੱਚ ਰਿਫਾਰਮ ਨਹੀਂ ਹੋਏ ਤਾਂ ਭਾਰਤ ਪਿੱਛੇ ਰਹਿ ਜਾਏਗਾ। ਹੁਣ ਕਹਿੰਦੇ ਬਿਜਲੀ 'ਚ ਰਿਫਾਰਮ ਨਹੀਂ ਹੋਏ ਤਾਂ ਭਾਰਤ ਪਿੱਛੇ ਰਹਿ ਜਾਏਗਾ। ਜਿਸ ਤਰ੍ਹਾਂ ਦੇ ਪਹਿਲਾਂ ਖੇਤੀ ਕਾਨੂੰਨ ਲੈ ਕੇ ਆਏ ਸੀ, ਇਹੋ ਜਿਹੇ ਹੁਣ ਅਮੈਂਡਮੈਂਟਸ ਲੈ ਕੇ ਆ ਰਹੇ ਆ। ਔਰ ਇਹਨਾਂ ਤੋਂ ਪੁੱਛੋ ਕਿ ਇਹਨਾਂ ਦੀ ਭਾਈਵਾਲ ਸਰਕਾਰ ਦੇ ਸਮੇਂ ਜਿਹੜਾ ਪੰਜਾਬ ਦਾ ਬਿਜਲੀ ਐਗਰੀਮੈਂਟ ਹੋਇਆ ਸੀਗਾ, ਉਹ ਵੀ ਤਾਂ ਇਹਨਾਂ ਨੇ ਇਹ ਵਿੱਚ ਬੈਠੇ ਸੀਗੇ ਨਾ। 8 रुपए 96 पैसे, जबकि पूरे ओपन मार्केट च 2.5 रुपए यूनिट बिजली मिलती सी। 8 रुपए 96 पैसे ਦਾ ਇਹਨਾਂ ਨੇ ਐਗਰੀਮੈਂਟ ਕੀਤਾ ਸੀ ਔਰ 25 ਸਾਲ ਲਈ ਪੰਜਾਬ ਨੂੰ ਗੁਲਾਮ ਕਰ ਰਹੇ ਸੀ। ਤੁਹਾਨੂੰ ਕੌਣ ਰੋਕ ਰਿਹਾ ਉਸ ਐਗਰੀਮੈਂਟ ਨੂੰ ਸਕ੍ਰੈਪ ਕਰਨ ਤੋਂ? ਤੁਹਾਨੂੰ ਕੌਣ ਰੋਕ ਰਿਹਾ ਉਸ ਐਗਰੀਮੈਂਟ ਕਰਨ ਵਾਲੇ ਮਿਨਿਸਟਰ ਨੂੰ ਪ੍ਰੋਸੀਕਿਊਟ ਕਰਨ ਤੋਂ? ਹੂ ਆਰ ਸਟਾਪਿੰਗ ਯੂ? why are you not, why your government is not working on it? ਤੁਹਾਨੂੰ ਕੌਣ ਰੋਕ ਰਿਹਾ ਹੈ? ਕਰੋ ਨਾ ਪ੍ਰੋਸੀਕਿਊਟ ਜਿਹਨੇ ਗੜਬੜ ਕੀਤੀ। ਇੱਕ ਕਰਕੇ ਸਰ, ਇੱਕ ਕਰ, ਲੋਕਾਂ ਨੂੰ ਸਮਝ ਆਵੇ। ਆਰਪੀਐਸ ਜੀ ਕੰਪਲੀਟ ਕਰ ਲਓ ਪਲੀਜ਼ ਤੁਸੀਂ। ਇਹ ਸਿਰਫ ਇਹਨਾਂ ਦਾ ਕੰਮ ਹੈ, ਰੋਕ ਲਗਾਓ ਤਾਂ ਠੀਕ ਹੈ। ਇੱਕ ਵਾਰੀ ਗੱਲ ਕੰਪਲੀਟ ਕਰ ਲੈਣ ਦਿਓ ਸੁਭਾਸ਼ ਜੀ, ਫਿਰ ਲੋਕਾਂ ਤੱਕ ਗੱਲ ਨਹੀਂ ਪਹੁੰਚ ਰਹੀ। ਗੌਰਵ ਜੀ ਇਹਦੇ ਨਾਲ ਸਾਰੇ ਕੰਜ਼ਿਊਮਰ, ਚਾਹੇ ਉਹ ਆਮ ਲੋਕ ਹੈਗੇ ਆ ਚਾਹੇ ਫਾਰਮਰਸ ਹੈਗੇ ਆ, ਉਹਨਾਂ ਦਾ ਨੁਕਸਾਨ ਹੋਏਗਾ। ਔਰ ਜਿੰਨੇ ਵੀ ਮੁਲਾਜ਼ਮ ਹੈਗੇ ਆ ਬਿਜਲੀ ਬੋਰਡ ਦੇ, ਬਿਜਲੀ ਖੇਤਰ ਵਿੱਚ ਕੰਮ ਕਰਦੇ ਆ, ਉਹਨਾਂ ਦੇ ਪਹਿਲੇ ਹੀ ਲੇਬਰ ਰਾਈਟਸ ਦਾ ਬੁਰਾ ਹਾਲ ਹੈਗਾ। ਉਹਨਾਂ ਦੀ ਜਿਹੜੀ ਜੌਬ ਇਨਸਿਕਿਉਰਿਟੀ ਆ ਹੋਰ ਜ਼ਿਆਦਾ ਵਧੇਗੀ। ਓਵਰਆਲ ਸੋਸਾਇਟੀ ਨੂੰ ਬਹੁਤ ਜ਼ਿਆਦਾ ਇਹਦਾ ਨੁਕਸਾਨ ਹੋਏਗਾ। ਸੋ ਇਹਨਾਂ ਦਾ ਜਿਹੜਾ ਪੂਰਾ ਪੁਰਜ਼ੋਰ ਵਿਰੋਧ ਹੋਣਾ ਚਾਹੀਦਾ ਹੈ ਔਰ ਅਮੈਂਡਮੈਂਟਸ ਜਿਹੜੀਆਂ ਵਾਪਸ ਹੋਣੀਆਂ ਚਾਹੀਦੀਆਂ। ਰਜਿੰਦਰ ਜੀ ਦੇਖੋ, ਜਿੱਥੋਂ ਤੱਕ ਝੂਠ ਬੋਲਣ ਵਾਲੀ ਪਾਰਟੀ ਦੇ ਪ੍ਰਵਕਤਾ ਭਾਜਪਾ ਦਾ ਸੰਬੰਧ ਹੈਗਾ, ਇਹ ਕਹਿੰਦੇ ਵੀ ਕਲਕੱਤਾ ਗਏ ਸੀ ਕਾਹਦੇ ਵਾਸਤੇ? ਅਸੀਂ ਗਏ ਸੀ ਕਿ ਜਿਹੜੀ ਦੇਸ਼ ਦੇ ਵਾਸਤੇ ਇੱਕ ਖਤਰਾ ਬਣ ਰਹੀ ਹੈ ਕੇਂਦਰ ਦੀ ਮੋਦੀ ਹੁਕੂਮਤ, ਉਹ ਜਿਹੜਾ ਲੋਕਾਂ ਨੂੰ ਬਰਬਾਦ ਕਰਨ ਲਈ ਖੇਤੀ ਕਾਨੂੰਨ ਲੈ ਕੇ ਹੀ ਉਹਦਾ ਵਿਰੋਧ ਕਰਨਾ। ਔਰ ਜਿਵੇਂ ਤੁਹਾਡਾ ਜਿੱਥੋਂ ਮੁਲਕ 'ਚੋਂ ਫਸਤਾ ਵੱਢਿਆ ਗਿਆ, ਉਵੇਂ ਹੀ ਤੁਸੀਂ ਖੇਤੀ ਕਾਨੂੰਨਾਂ ਤੋਂ ਪਿੱਛੇ ਹਟਦੇ ਗਏ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਦੇ ਇੱਕੋ ਪ੍ਰਧਾਨ ਮੰਤਰੀ ਆ ਜਿਨ੍ਹਾਂ ਨੇ ਆਪਣੇ ਕਾਰਜਕਾਲ 'ਚ ਕਾਨੂੰਨ ਪੜਾਇਆ ਔਰ ਜਿਹਨੂੰ ਕਹਿੰਦੇ ਨੇ ਉਹ ਕਰਕੇ ਉਹ ਚੱਟ ਲਿਆ। ਮੋਦੀ ਜੀ ਨੂੰ ਚਟਾਤਾ। ਜਿਹੜਾ ਕਾਨੂੰਨ ਬਣਾਇਆ ਮੋਦੀ ਨੇ ਮੈਂ ਵਾਪਸ ਕਰੂੰ, ਜਿਵੇਂ ਕਾਨੂੰਨ ਬਣਾਇਆ ਮੋਦੀ ਤੋਂ ਉਵੇਂ ਵਾਪਸ ਕਰਵਾਇਆ। ਤੇ ਮੋਦੀ ਦੀ ਫੇਰ ਜਿਹੜਾ ਇਹ ਹੁਣ ਮੋਦੀ ਦੀ ਹਕੂਮਤ ਬਿਜਲੀ ਬਿੱਲ ਲੈ ਕੇ ਆਈ ਨਾ, ਮੈਂ ਝੂਠ ਬੋਲਣ ਵਾਲੀ ਪਾਰਟੀ ਦੇ ਪ੍ਰਵਕਤਾ ਨੂੰ ਦੱਸ ਦਿਓ,
ਥੋੜੀ ਮੋਦੀ ਨੂੰ ਤੁਹਾਡੇ ਬਾਰੇ ਕਿਸਾਨ ਯੂਨੀਅਨ ਦੇ ਬਾਕੀ ਪੁਆਇੰਟ ਤੇ ਆ ਜੀ, ਆਪਾਂ ਪੁਆਇੰਟ ਤੇ ਆ ਜੀ। ਲੋਕ ਸਮਾਂ ਮੇਰੇ ਕੋਲ ਲਾਸਟ 2 ਮਿੰਟ ਹੈ। ਕਿਸਾਨ ਯੂਨੀਅਨ ਦੇ ਬਾਕੀ ਲੀਡਰ ਕੀ ਰੋਪ ਲਗਾਉਂਦੇ ਆ ਉਹ ਦੱਸਣੇ ਸ਼ੁਰੂ ਕਰਦੇ ਆ ਨਾ। ਨਹੀਂ, ਮੈਂ ਉਹੀ ਕਹਿ ਰਿਹਾ ਕਿ ਡੀਰੇਲ ਨਾ ਹੋ ਜਾਈਏ। ਰਜਿੰਦਰ ਜੀ ਮੇਰੇ ਕੋਲ 1-2 ਮਿੰਟ ਹੈ ਬਸ, ਪਲੀਜ਼ ਤੁਸੀਂ ਆਪਣੀ ਗੱਲ ਰੱਖੋ ਨਾ ਸਰ। ਨਹੀਂ ਕੀ ਸੈਟਿੰਗ ਕਰਦੇ ਰਹੇ ਮੈਨੂੰ ਦੱਸਣ ਤੋਂ ਮਜਬੂਰ ਨਾ। ਮੈਂ ਰਜਿੰਦਰ ਜੀ ਤੁਹਾਨੂੰ ਸਵਾਲ ਮੈਂ ਇਹੀ ਪੁੱਛ ਰਿਹਾ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜੀਆਂ ਆਲਰੇਡੀ ਪੰਜਾਬ ਦੇ ਵਿੱਚ ਰੈਗੂਲੇਟਰੀ ਕਮਿਸ਼ਨ ਆ ਉਹ ਕਮਜ਼ੋਰ ਹੋਏਗਾ, ਵੀਕਨ ਕਿਵੇਂ ਹੋਏਗਾ? ਇਹ ਦਮ ਹੈਗਾ ਦੂਜੀ ਵਾਰੀ ਖੇਤੀ ਕਾਨੂੰਨ ਲੈ ਕੇ ਦਿਓ, ਤੁਹਾਨੂੰ ਭਾਜਪਾ ਪੰਜਾਬ ਚੋਂ ਚੱਕ ਕੇ ਬਾਹਰ ਮਾਰਾਂਗੇ। ਪੰਜਾਬ ਚ ਕੀ ਇਦਾਂ ਦੀ ਭਾਸ਼ਾ ਇਸਤੇਮਾਲ ਮੈਂ ਉਹੀ ਕਹਿ ਰਿਹਾ ਕਿ ਤੁਸੀਂ ਬਿਲਕੁਲ ਡੀਰੇਲ ਹੋ ਜਾਓਗੇ ਮਸਲੇ ਤੋਂ। ਲੋਕਾਂ ਦੇ ਨਾਲ ਜੁੜਿਆ ਨਾ, ਲੋਕਾਂ ਨੂੰ ਤਾਂ ਬਹੁਤ ਉਮੀਦ ਹੈ ਕਿ ਜੇਕਰ ਬਿਜਲੀ ਦੇ ਉੱਤੇ ਗੱਲਬਾਤ ਹੋ ਰਹੀ ਹੈ ਤਾਂ ਬਿੱਲਾਂ ਦੇ ਉੱਤੇ ਵੀ ਗੱਲਬਾਤ ਕਿਤੇ ਨਾ ਕਿਤੇ ਘੁੰਮ ਕੇ ਪਹੁੰਚ ਗਈ। ਰਜਿੰਦਰ ਜੀ ਛੋਟਾ ਜਿਹਾ 20 ਸੈਕਿੰਡ ਹੈ ਮੇਰੇ ਕੋਲ ਲਾਸਟ, ਤੁਸੀਂ ਇਹ ਦੱਸੋ ਕਿ ਰੈਗੂਲੇਟਰੀ ਕਮਿਸ਼ਨ ਕਿਵੇਂ ਕਮਜ਼ੋਰ ਹੋਏਗਾ ਜੋ ਆਲਰੇਡੀ ਪੰਜਾਬ ਦੇ ਵਿੱਚ ਹੈ? ਤੁਸੀਂ ਕਹਿ ਰਹੇ ਸੀ ਕਿ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਕਿਉਂਕਿ ਜਿਹੜਾ ਇਲੈਕਟ੍ਰੀਕਲ ਕੰਟਰੈਕਟ ਐਨਫੋਰਸਮੈਂਟ ਅਥਾਰਟੀ ਇਹ ਬਣਾਉਣਾ ਚਾਹੁੰਦੇ ਆ, ਜੀ। ਸਿਵਲ ਕੋਰਟਸ ਦੇ ਰਾਈਟ ਖੋਣਾ ਚਾਹੁੰਦੇ ਆ, ਸੂਬਿਆਂ ਦੇ ਰੈਗੂਲੇਟਰੀ ਜਿਹੜੇ ਅਥਾਰਟੀਆਂ ਨੂੰ ਇਫੈਕਟਿਵ ਕਰਨਾ ਚਾਹੁੰਦੇ ਆ। ਆ ਗੱਪ ਪਾਰਟੀ ਵਾਲੇ ਬੁਲਾਰੇ ਨੂੰ ਚੁੱਪ ਕਰਾਓ। ਬਿੱਲ ਮੇਰੇ ਕੋਲ ਹੈ, ਕਿੱਥੇ ਲਿਖਿਆ ਦੱਸੋ ਨਾ। ਲਗਾਤਾਰ ਸਾਰਾ ਪੰਜਾਬ ਦੇਖ ਰਿਹਾ, ਦੱਸੋ ਕਿਹੜੇ ਪੇਜ ਤੇ ਲਿਖਿਆ ਹੈ। ਗੱਪੀ ਜੀ ਚੁੱਪ ਕਰੋ। ਮੈਂ ਬੜੇ ਆਰਾਮ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ, ਥੋੜੀ ਮਰਿਆਦਾ ਬੜੇ ਮਰਿਆਦਾ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ। ਉਹਨੂੰ ਜਿਹੜਾ ਖੋ ਰਹੇ ਹੈਗੇ ਆ, ਮੈਂ ਬੋਲਣਾ ਸ਼ੁਰੂ ਕਰਤਾ ਤੁਹਾਡੇ ਬਾਰੇ ਕੀ ਕਹਿ ਰਿਹਾ ਤੁਹਾਡੇ ਨੇਤਾ ਤੇ ਫਿਰ ਕੀ ਹੋਊਗਾ? ਰਹੂਗੀ ਨਹੀਂ ਤੇ ਉਹ ਫਿਰ ਗੌਰਵ ਜੀ, ਸੁਭਾਸ਼ ਜੀ ਇਸ ਨੂੰ ਕਰਕੇ ਅਸੀਂ ਇਸ mute ਬਿੱਲ ਕਰੋ। ਦਾ ਵਿਰੋਧ ਕਰਦੇ ਆ। ਔਰ ਜੇ ਇਹਨੂੰ ਕਾਨੂੰਨ ਦੇ ਰੂਪ ਚ ਲਿਆਉਣਗੇ ਤੇ ਜਿਵੇਂ ਖੇਤੀ ਕਾਨੂੰਨਾਂ ਤੋਂ ਮੋਦੀ ਜੀ ਨੇ ਖੁਦ ਕਿਹਾ ਸੀ ਵਾਪਸ ਲੈ ਰਹਾ, ਮੋਦੀ ਜੀ ਫੇਰ ਕਹਿਣਗੇ ਬਈ ਮੈਂ ਫੇਰ ਜਿਹੜਾ ਬਿਜਲੀ ਸੋਧ ਬਿੱਲ ਆ ਉਹ ਵਾਪਸ ਲੈ ਰਿਹਾ। ਠੀਕ ਹੈ ਸੁਭਾਸ਼ ਜੀ, ਛੋਟਾ ਜਿਹਾ ਕਮੈਂਟ ਦਿਓ ਸਰ, ਮੈਂ ਵਾਈਂਡ ਅਪ ਕਰਨਾ। ਮੈਂ ਬਾਰ-ਬਾਰ ਇਹੀ ਕਹਿ ਰਿਹਾ ਕਿ ਜਿਹੜੇ ਖਦਸ਼ੇ ਹੈ ਨਾ ਉਹ ਖੇਤੀ ਕਾਨੂੰਨਾਂ ਵਾਲੇ ਵੀ ਸੇਮ ਸੀ ਕਿ ਜਿਹੜੀ ਗੱਲ ਅੱਜ ਕੀਤੀ ਜਾ ਰਹੀ ਹੈ ਉਹ 2-3 ਸਾਲ ਬਾਅਦ ਵੱਖਰਾ ਸਿਚੁਏਸ਼ਨ ਹੋ ਸਕਦੀ ਹੈ। ਉਸ ਤਰੀਕੇ ਨਾਲ ਖਦਸ਼ੇ ਇਸ ਨੂੰ ਲੈ ਕੇ ਜਤਾਏ ਜਾ ਰਹੇ ਹਨ ਕਿ ਇਹ ਬਿਲਕੁਲ ਪ੍ਰਾਈਵੇਟ ਸੈਕਟਰਾਂ ਦੀ ਜਿਹੜੀ ਮੋਨੋਪੋਲੀ ਜਾਂ ਫਿਰ ਪ੍ਰਾਈਵੇਟ ਸੈਕਟਰਾਂ ਦੇ ਹੱਥ ਦੇ ਵਿੱਚ ਦੇਣ ਦੀ ਗੱਲ ਹੈ। ਇਹ ਇਸ ਸੋਧ ਬਿੱਲ ਦੇ ਜ਼ਰੀਏ ਉਸ ਦਾ ਆਮ ਲੋਕਾਂ ਨੂੰ ਨੁਕਸਾਨ ਹੋਏਗਾ। ਇਹ ਜਿਹੜਾ ਭਰਮ ਫੈਲਾ ਕੇ ਹਿੰਦੁਸਤਾਨ ਦੀ ਤਰੱਕੀ ਨੂੰ ਰੋਕਣ ਦੀ ਜਿਹੜੀ ਗੱਲ ਹੈ ਨਾ ਜੀ, ਔਰ ਹੁਣ ਤਾਂ ਵੈਸੇ ਬਿੱਲ ਸਟੈਂਡਿੰਗ ਕਮੇਟੀ ਕੋ ਚਲਾ ਗਿਆ। ਸਟੈਂਡਿੰਗ ਕਮੇਟੀ 'ਚ ਬਾਕੀ ਪਾਰਟੀਆਂ ਦੇ ਐਮਪੀ ਵੀ ਨੇ, ਜਿਹਨੂੰ ਖਦਸ਼ੇ ਉਹ ਸਟੈਂਡਿੰਗ ਕਮੇਟੀ ਕੋ ਜਾ ਸਕਦਾ। ਇਹਨਾਂ ਦੀ ਉਹ ਗੱਲ ਖਤਮ ਹੋ ਗਈ ਕਿ ਸਾਨੂੰ ਪੁੱਛ ਨਹੀਂ ਰਹੇ। ਹੁਣ ਬਿੱਲ ਸਟੈਂਡਿੰਗ ਕਮੇਟੀ ਕੋ ਹੈ, ਜ਼ਰੂਰ ਥੋੜੀ ਤਰੱਕੀ 'ਚ ਬੇਰੁਜ਼ਗਾਰੀ ਦੇ ਸਾਰੇ ਤਾਰ ਤੋੜਤੇ। ਲੇਕਿਨ ਹਿੰਦੁਸਤਾਨ ਦੀ ਤਰੱਕੀ ਨੂੰ ਰੋਕਣ ਲਈ ਹਰ ਰਿਫਾਰਮ ਦਾ ਵਿਰੋਧ ਕਰਨਾ ਇਹ ਚੰਗੀ ਗੱਲ ਨਹੀਂ ਹੈ। ਲਗੋ ਰਹੇ ਹੋ ਦੇਸ਼ ਨੂੰ ਬਰਬਾਦੀ। ਭਾਈ ਸਾਹਿਬ ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ, ਚੁੱਪ ਕਰਨਾ, ਸੁਣੋ ਇੱਕ ਮਿੰਟ। ਹਿੰਦੁਸਤਾਨ ਦੀ ਤਰੱਕੀ ਨੂੰ ਰੋਕਣ ਦਾ ਹਰ ਰਿਫਾਰਮ ਨੂੰ ਵਿਰੋਧ ਕਰਨ ਦਾ ਜਿਹੜਾ ਇਹ ਤਰੀਕਾ ਹੈ ਠੀਕ ਨਹੀਂ ਹੈ। ਔਰ ਅਲਟੀਮੇਟਲੀ ਦੇਸ਼ ਦੀ ਜਨਤਾ ਤੈਅ ਕਰੇਗੀ। ਬੜੇ ਵੱਧ ਚੜ ਕੇ ਗੱਲਾਂ ਕਰ ਰਹੇ ਸੀ ਸੰਯੁਕਤ ਕਿਸਾਨ ਮੋਰਚੇ ਨੂੰ ਕਿੰਨੀਆਂ ਵੋਟਾਂ ਪਈਆਂ, ਉਹ ਜਰਾ ਦੱਸੋ ਨਾ ਪੰਜਾਬ ਦੇ ਲੋਕਾਂ ਨੂੰ। ਅੱਜ ਤਾਂ 4 ਸਟੇਟਾਂ ਜਿੱਤੀਆਂ, 5 ਪੰਜਾਬ ਨੂੰ ਤੁਹਾਡੇ ਕੋਲ ਜ਼ਿਆਦਾ ਵੋਟਾਂ ਪਈਆਂ। ਇਸ ਕਰਕੇ ਇਸ ਗੱਲ ਤੇ ਨਾ ਜਾਓ ਭਾਜੀ। ਮੁੱਦਾ ਇਹ ਹੈ ਕਿ ਇਹ ਜਿਹੜਾ ਬਿੱਲ ਹੈ, ਇਹ ਜਿਹੜਾ ਬਿੱਲ ਲੈ ਕੇ ਆਈ ਸੀ ਸਰਕਾਰ, ਇਹਦਾ ਉਦੇਸ਼ ਪਾਵਰ ਸੈਕਟਰ 'ਚ ਰਿਫਾਰਮ ਕਰਨਾ ਹੈ। ਸਸਤੀ ਬਿਜਲੀ, 24 ਘੰਟੇ ਬਿਜਲੀ, ਅਨਇੰਟਰਪਟਡ ਬਿਜਲੀ, ਐਫੀਸ਼ੀਐਂਸੀ ਇੰਪਰੂਵ ਕਰਨਾ, ਇਹਦਾ ਉਦੇਸ਼ ਹੈ। ਅਗਰ ਕੋਈ ਖਦਸ਼ੇ ਹੈ ਤੇ ਬਿੱਲ ਸਟੈਂਡਿੰਗ ਕਮੇਟੀ ਕੋ ਚਲਾ ਗਿਆ। ਲੋਕ ਇਹ ਵੀ ਜਾਣਨਾ ਚਾਹੁੰਦੇ ਆ ਸੁਭਾਸ਼ ਜੀ ਕਿ ਜੇ ਪ੍ਰਾਈਵੇਟ ਦੇ ਹੱਥਾਂ ਦੇ ਵਿੱਚ ਸਭ ਕੁਝ ਚਲਿਆ ਗਿਆ ਤਾਂ ਫਿਰ ਕੀ ਗਾਰੰਟੀ ਹੈ ਕਿ ਉਹ ਸਮੇਂ-ਸਮੇਂ ਦੇ ਉੱਤੇ ਜਾ ਕੇ ਟੈਰਿਫ ਨਹੀਂ ਵਧਾਉਣਗੇ ਜਾਂ ਉਹ ਇਸ ਤਰੀਕੇ ਦੀ ਸਿਚੁਏਸ਼ਨ ਨਹੀਂ ਕਰ ਦੇਣਗੇ ਕਿ ਲੋਕ ਪਰੇਸ਼ਾਨ ਹੋ ਜਾਣ। ਤੁਸੀਂ ਮੋਬਾਈਲ ਨੈਟਵਰਕ ਵਾਲਾ ਜ਼ਿਕਰ ਕੀਤਾ ਸੀ ਨਾ ਸਰ, ਹੁਣ ਉਹ ਮੋਬਾਈਲ ਨੈਟਵਰਕ ਆਪਸ ਦੇ ਵਿੱਚ ਗੱਲ ਕਰਕੇ ਪੈਸੇ ਵਧਾ ਦਿੰਦੇ ਨੇ, ਲੋਕ ਕੀ ਕਰ ਸਕਦੇ? ਖਰੀਦਣਾ ਪੈਂਦਾ। ਨਹੀਂ, ਮੈਂ ਤੁਹਾਨੂੰ ਦੱਸਦਾ ਨਾ, ਬਿਜਲੀ ਦੇ ਅੰਦਰ ਆਲਰੇਡੀ ਇਸ ਵੇਲੇ ਵੀ ਜਨਰੇਸ਼ਨ 'ਚ ਪ੍ਰਾਈਵੇਟ ਸੈਕਟਰ ਜਨਰੇਟ ਕਰ ਰਿਹਾ। ਕੌਣ ਜਨਰੇਟ ਕਰ ਰਿਹਾ ਬਿਜਲੀ? ਹਿੰਦੁਸਤਾਨ 'ਚ ਬਿਜਲੀ ਪੈਦਾ ਹੋ ਰਹੀ ਹੈ ਤੇ ਕਿਆ ਪ੍ਰਾਈਵੇਟ ਸੈਕਟਰ ਨੇ ਬਿਜਲੀ ਪੈਦਾ ਕਰ ਰਿਹਾ? ਪ੍ਰਾਈਵੇਟ ਸਰਕਾਰੀ ਦੋਵੇਂ ਆ। ਹਾਂ, ਮੈਂ ਹੀ ਕਹਿ ਰਿਹਾ ਨਾ, ਦੋਵੇਂ ਆ। ਇਹਦੇ 'ਚ ਅਸੀਂ ਇਹੀ ਗੱਲ ਕਹੀ ਹੈ, ਸਿਰਫ ਇੰਨਾ ਕਿ ਰੈਗੂਲੇਟਰ ਨੂੰ ਮਜਬੂਰ ਕੀਤਾ। ਕਿਤੇ ਨਹੀਂ ਕਹਿ ਰਹੇ ਸਰਕਾਰੀ ਨਾ ਕਰੋ, ਬਿਲਕੁਲ ਸਰਕਾਰੀ ਕਰੋ। ਸਿਰਫ ਇੰਨਾ ਕਹਿ ਰਹੇ ਟਰਾਂਸਮਿਸ਼ਨ ਨੂੰ ਅਲੱਗ ਕਰੋ, ਭਾਵੇਂ ਸਰਕਾਰ ਦੀ ਕੰਪਨੀ ਬਣਾ ਕੇ ਟਰਾਂਸਮਿਸ਼ਨ ਅਲੱਗ ਕਰੋ। ਔਰ ਅਗਰ ਤੁਸੀਂ ਪ੍ਰਾਈਵੇਟ ਪਲੇਅਰ ਅਲਾਉ ਕਰ ਰਹੇ ਹੋ ਤੇ ਫਿਰ ਕੰਪੀਟੀਸ਼ਨ ਲੈ ਕੇ ਆਓ ਔਰ ਰੈਗੂਲੇਟਰ ਨੂੰ ਸਟਰੈਂਥਨ ਕਰਕੇ ਪ੍ਰਾਈਵੇਟ ਕੰਪਨੀਆਂ ਦੇ ਉੱਤੇ ਨਕੇਲ ਕੱਸੋ। ਜਿਹੜੇ ਭਰਮ ਫੈਲਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਕੁਝ ਠੀਕ ਹੈ, ਮੇਰੇ ਕੋਲ ਸਮਾਂ ਖਤਮ ਹੋ ਚੁੱਕਿਆ। ਆਰਪੀਐਸ ਜੀ 20 ਸੈਕਿੰਡ ਤੁਹਾਡਾ ਫਾਈਨਲ ਕਮੈਂਟ ਚਾਹੂੰਗਾ ਸਰ, ਮੈਂ ਵਾਈਂਡ ਅਪ ਕਰਨਾ। ਆਰਪੀਐਸ ਜੀ, ਇਹ ਸਾਰਾ ਪ੍ਰਾਈਵੇਟ ਕੰਪਨੀਆਂ ਤੋਂ ਚੰਦੇ ਦਾ ਖੇਲ ਹੈਗਾ। ਜਿਹੜੀਆਂ ਪ੍ਰਾਈਵੇਟ ਕੰਪਨੀਆਂ ਇਹਨਾਂ ਨੂੰ ਚੰਦਾ ਦਿੰਦੀਆਂ ਉਹਨਾਂ ਦੇ ਹੱਕ ਦੇ ਕਾਨੂੰਨ ਆਉਂਦੇ ਆ, ਉਹਨਾਂ ਦੇ ਹੱਕ ਦਿੱਲੀ 'ਚ ਡਿਸਟ੍ਰੀਬਿਊਟ ਕਰ ਰਿਹਾ। ਕਿੰਨਾ ਚੰਦਾ ਆਮ ਆਦਮੀ ਪਾਰਟੀ ਲੈ ਰਹੀ ਹੈ? ਦਿੱਲੀ ਦੀ ਪੂਰੀ ਡਿਸਟ੍ਰੀਬਿਊਸ਼ਨ 2 ਪ੍ਰਾਈਵੇਟ ਕੰਪਨੀਆਂ ਤੋਂ ਆ, ਅਨਿਲ ਅੰਬਾਨੀ ਔਰ ਟਾਟਾ। ਕਿੰਨਾ ਚੰਦਾ ਆਮ ਆਦਮੀ ਪਾਰਟੀ ਲੈ ਰਹੀ ਹੈ? ਪਹਿਲਾਂ ਇਹ ਦੱਸੋ, ਕਿਉਂ 8 ਸਾਲ ਤੋਂ ਪ੍ਰਾਈਵੇਟ ਕੰਪਨੀ ਨੂੰ? ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਨੂੰ ਵਿਚਾਲੇ ਰੋਕਣਾ ਹੋਣਾ। ਕਿਉਂ ਦੇ ਰੱਖੀ ਹੈ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਕੰਪਨੀਆਂ ਨੂੰ? ਸ਼ਰਮਾ ਜੀ, ਮੈਂ ਮਾਫੀ ਚਾਹੂੰਗਾ। ਆਰਪੀਐਸ ਜੀ ਮਾਫੀ ਚਾਹੂੰਗਾ, ਵਿਚਾਲੇ ਰੋਕਣਾ। ਕੇਜਰੀਵਾਲ ਜੀ ਨੇ ਕਿੰਨਾ ਚੰਦਾ ਲਿਆ BSCS ਕੋ, ਅਨਿਲ ਅੰਬਾਨੀ ਕੋ, ਟਾਟਾ ਪਾਵਰ ਕੋ? ਚਲੋ ਸ਼ੁਕਰੀਆ ਬਹੁਤ-ਬਹੁਤ। ਮੈਂ ਵਿਚਾਲੇ ਰੋਕਦੇ ਹਾਂ। ਬਹੁਤ-ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਮਾਂ ਅੱਜ ਆਪਣੇ ਕੋਲ ਇੰਨਾ ਹੀ ਸੀ ਇਸ ਪੂਰੇ ਇਸ਼ੂ ਦੇ ਉੱਤੇ ਗੱਲਬਾਤ ਕਰਨ ਦੇ ਲਈ।
ਪਰ ਇਹ ਬਹੁਤ ਗੰਭੀਰ ਮੁੱਦਾ ਤਾਂ ਲਾਜ਼ਮੀ ਤੌਰ ਤੇ ਹੈ, ਕਿਉਂਕਿ ਸਿੱਧਾ ਲੋਕਾਂ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਜਾਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਲੋਕ ਨੇ। ਪਰ ਪੁਆਇੰਟ ਇਹ ਹੈ ਕਿ ਜੇ ਵਾਕਈ ਹੀ ਪ੍ਰਾਈਵੇਟ ਹੋ ਜਾਂਦੇ ਨੇ ਜਾਂ ਪ੍ਰਾਈਵੇਟ ਪਲੇਅਰ ਆਉਂਦੇ ਨੇ ਤਾਂ ਕਿ ਇਸ ਦਾ ਅਸਰ ਆਮ ਲੋਕਾਂ ਦੇ ਉੱਤੇ ਫਾਇਦੇ ਦੇ ਰੂਪ ਦੇ ਵਿੱਚ ਆ ਸਕਦਾ ਹੈ ਜਾਂ ਫਿਰ ਨੁਕਸਾਨ ਦੇ ਰੂਪ ਦੇ ਵਿੱਚ ਆ ਸਕਦਾ ਹੈ। ਸਰਕਾਰ ਦਾ ਦਾਅਵਾ ਇਹ ਹੈ ਕਿ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ। ਇੱਕ ਬਹੁਤ ਸਿੰਪਲ ਜਿਹਾ ਫਾਰਮੂਲਾ ਹੁੰਦਾ ਕਿ ਜਦੋਂ ਕੰਪੀਟੀਸ਼ਨ ਹੋਵੇ ਤਾਂ ਉੱਥੇ ਕਿਤੇ ਨਾ ਕਿਤੇ ਰੇਟ ਘਟਦੇ ਨੇ। ਤੁਹਾਨੂੰ ਯਾਦ ਹੋਏਗਾ 2014-15 ਦੇ ਆਸ-ਪਾਸ ਦੇਸ਼ ਦੇ ਵਿੱਚ ਕਰੀਬ 250-300 ਰੁਪਏ ਦਾ 1 GB ਡੇਟਾ ਮਿਲਦਾ ਸੀ। ਜੇ ਆਪਾਂ ਮੋਬਾਈਲ ਦਾ ਜ਼ਿਕਰ, ਅੱਜ ਬਹੁਤ ਐਗਜ਼ਾਮਪਲ ਦਿੱਤੀ ਗਈ ਹੈ, ਮੈਂ ਇਸ ਕਰਕੇ ਜ਼ਿਕਰ ਕਰ ਰਿਹਾ। ਮੌਜੂਦਾ ਸਮੇਂ ਦੇ ਵਿੱਚ ਡੇਲੀ ਦਾ 1 GB 1.5 GB ਡੇਟਾ ਹਰ ਕਿਸੇ ਦੇ ਕੋਲ ਹੈ। ਵੀਡੀਓ ਦੇਖਣੀ ਔਖੀ ਹੁੰਦੀ ਸੀ, ਅੱਜ ਕੱਲ ਆਪਾਂ ਵੀਡੀਓ ਦੇਖਦੇ ਹਾਂ, ਤਾਂ ਕਿ ਉਸ ਤਰੀਕੇ ਨਾਲ ਕੁਝ ਰਿਫਾਰਮ ਹੋ ਸਕਦਾ ਹੈ। ਸਵਾਲ ਬਹੁਤ ਸਾਰੇ ਨੇ, ਪਰ ਦੇਖਣਾ ਹੋਏਗਾ ਕਿ ਸਟੈਂਡਿੰਗ ਕਮੇਟੀ ਦੇ ਵਿੱਚ ਜਾ ਕੇ ਕੀ ਕੁਝ ਤਰਕ ਦਿੱਤੇ ਜਾਂਦੇ ਨੇ, ਉੱਥੇ ਕੀ ਡਿਸਕਸ਼ਨਸ ਹੁੰਦੀਆਂ ਨੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।